ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ। ਹਾਂਜੀ, ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਨਿੱਕੀ ਜੀ ਆਇਆਂ ਨੂੰ। ਤੇ ਮੈਂ ਹਾਂ ਬਲਕਾਰ ਸਿੰਘ ਤੇ ਰੋਜ਼ ਦੀ ਤਰ੍ਹਾਂ ਮੇਰੇ ਨਾਲ ਬੈਠੇ ਨੇ ਸੰਜੀਵ ਯਸ਼ ਖੰਨਾ ਜੀ। ਤੇ ਅੱਜ ਅਸੀਂ ਤੁਹਾਡੇ ਨਾਲ ਉਹ ਵਿਚਾਰ ਚਰਚਾ ਕਰਾਂਗੇ ਜਿਸ ਵਿੱਚ ਪੰਜਾਬ ਵਿੱਚ ਵਾਪਰੇ ਨੇ ਮੁੱਦੇ, ਬਾਹਰਲੇ ਦੇਸ਼ਾਂ ਵਿੱਚ ਵਾਪਰੇ ਨੇ ਔਰ ਨਾਲ ਦੇ ਪ੍ਰਦੇਸ਼ਾਂ ਵਿੱਚ ਵੀ। ਤੇ ਮੇਰੀ ਗੁਜ਼ਾਰਿਸ਼ ਹੈ ਖੰਨਾ ਜੀ ਨੂੰ ਕਿ ਖੰਨਾ ਜੀ ਉਹ ਮੁੱਦਾ ਲਾਓ ਜਿਸ ਮੁੱਦੇ ਵਿੱਚ ਇਸ ਤਰ੍ਹਾਂ ਦੀ ਸਰਗਰਮੀ ਹੋਵੇ ਜਿਹੜੇ ਸਾਡੇ ਦਰਸ਼ਕ ਨੇ ਉਹਨੂੰ ਬੜਾ ਦਾਦ ਦੇਣ। ਜੀ, ਦਾਦ ਦੇਣ ਵਾਲੀ ਗੱਲ ਬਣਦੀ ਪਈ ਹੈ ਕਿਉਂਕਿ ਭਾਰਤੀ ਮੂਲ ਦੇ ਦੋ ਵਿਅਕਤੀ ਨੇ ਅਮਰੀਕਾ ਦੇ ਵਿੱਚ ਜਿਨ੍ਹਾਂ ਨੇ ਇਹ ਦਾਦ ਵਾਲਾ ਕੰਮ ਕੀਤਾ ਹੈ। ਇੱਕ ਤਾਂ ਹੈਗੇ ਨਿੱਕੀ ਹੇਲੀ ਤੇ ਦੂਜੇ ਹੈਗੇ ਨੇ ਕਮਲਾ ਹੈਰਿਸ। ਤੇ ਦੋਨੋਂ ਪਹਿਲੀ ਵਾਰ ਮੈਦਾਨ 'ਚ ਉਤਰੇ ਨੇ ਟਰੰਪ ਸਾਹਿਬ ਨੂੰ ਟੱਕਰ ਦੇਣ ਵਾਸਤੇ, ਜੋ ਜਿਹੜੀਆਂ ਅਗਲੇ ਸਾਲ ਚੋਣਾਂ ਹੋਣ ਵਾਲੀਆਂ ਨੇ 2024 ਦੇ ਵਿੱਚ। ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਨਹੀਂ ਮੈਂ ਕਹਿ ਰਿਹਾ, ਅਮਰੀਕਾ 'ਚ ਵੀ ਹੋ ਰਹੀਆਂ। ਅਮਰੀਕਾ ਦੇ ਵਿੱਚ ਜੀ। ਵੈਸੇ ਜਿਹੜੀ ਸਾਂਝੀਵਾਲਤਾ ਦਾ ਪ੍ਰਤੀਕ ਗੱਲ ਹੁੰਦੀ ਆ, ਇਹ ਜੋ ਪੰਜਾਬ 'ਚ ਹੁੰਦਾ ਬਾਹਰਲੇ ਦੇਸ਼ਾਂ ਵਿੱਚ ਉਸੇ ਤਰ੍ਹਾਂ ਹੀ ਹੁੰਦਾ। ਜੋ ਭਾਰਤ 'ਚ ਹੁੰਦਾ ਉਹੀ ਪੰਜਾਬ 'ਚ ਹੁੰਦਾ। ਔਰ ਜਿਸ ਤਰ੍ਹਾਂ ਤੁਸੀਂ ਨਿੱਕੀ ਹੇਲੀ ਬਾਰੇ ਗੱਲ ਕੀਤੀ ਆ ਔਰ ਕਮਲਾ ਹੈਰਿਸ ਦੀ ਗੱਲ ਕੀਤੀ ਹੈ, ਇਹ ਵੀ ਇੰਡੀਅਨ ਨੇ। ਇੱਕ ਤਾਂ ਹੈ ਹੀ ਪੰਜਾਬਣਾਂ ਨੇ ਨਿੱਕੀ ਹੇਲੀ, ਉਹ ਜਿੱਦਾਂ ਨਿੱਕੀ ਰੱਖ ਦਿੰਦੇ ਨਾ ਨਾਂ ਛੋਟਾ, ਨਿਕ ਨੇਮ, ਉਹਦਾ ਨਿੱਕੀ ਹੇਲੀ ਆ। ਔਰ ਸ਼ੀ ਬਿਲੋਂਗ ਟੂ ਤਰਨਤਾਰਨ ਦਾ ਇੱਕ ਪਿੰਡ ਹੈਗਾ ਪੰਡੋਰੀ ਰਣ ਸਿੰਘ, ਉਸ ਪਿੰਡ ਦੀ ਕੁੜੀ ਆ। ਉਹਦਾ ਨਿਮਰਤਾ ਸਿੰਘ ਨਾਂ, ਨਿਮਰਤਾ ਕੌਰ ਰੰਧਾਵਾ ਉਹਦਾ ਪੁਰਾਣਾ ਨਾਮ ਹੈ ਪਿੰਡ ਦਾ। ਔਰ ਉਹ ਕੁੜੀ ਦੇਖੋ ਕਿੱਥੇ ਦੀ ਕਿੱਥੇ ਪਹੁੰਚੀ, ਸਿੱਧਾ ਚੈਲੰਜ ਹੈ ਟਰੰਪ ਸਾਹਿਬ ਨੂੰ। ਔਰ ਰਿਪਬਲਿਕਨ ਪਾਰਟੀ 'ਚ ਸਿਰਕਰਦਾ ਜਿਹੜੀ ਉਹਦੇ 'ਚ ਮੈਂਬਰ ਆ ਔਰ ਸੀਨੀਅਰ ਮੈਂਬਰ ਹੋਣ ਕਰਕੇ ਰਿਪਬਲਿਕਨ ਪਾਰਟੀ ਨੇ ਇਹਨਾਂ ਨੂੰ ਹਾਮੀ ਭਰ ਦਿੱਤੀ ਹੈ ਕਿ ਤੁਸੀਂ ਜਿਹੜਾ ਹੈਗੀ ਚੋਣ ਦਾ ਵਿੱਚ ਆਪਣੇ ਇਸ ਸਾਈਨ 'ਤੇ ਲੜੋਗੇ। ਔਰ ਟਰੰਪ ਸਾਹਿਬ ਨੂੰ ਸ਼ਾਇਦ ਇਹਦੇ ਵਿੱਚ ਹਾਰ ਦਾ ਮੂੰਹ ਵੇਖਣਾ ਪਵੇ ਕਿਉਂਕਿ ਹੁਣ ਤੋਂ ਲੋਕ ਬਿਲਕੁਲ ਤੰਗ ਆ ਚੁੱਕੇ ਨੇ। ਜਿਨ੍ਹਾਂ ਕੋ ਉਹਨਾਂ ਨੇ ਰਾਜ ਕੀਤਾ ਉਹ ਲੋਕਾਂ ਦੀ ਪਸੰਦੀਦਾ ਗੱਲਾਂ ਨਾਲ ਨਹੀਂ ਨੇੜੇ ਆ ਸਕੇ। ਲੋਕ ਚਾਹੁੰਦੇ ਨੇ ਕਿ ਐਤਕੀ ਇਸ ਕੁੜੀ ਨੂੰ ਅੱਗੇ ਲਿਆਂਦੇ ਜਾਵੇ। ਔਰ ਕੰਜ਼ਰਵੇਟਿਵ ਪਾਰਟੀ ਵੱਲੋਂ ਕਮਲਾ ਹੈਰਿਸ ਦਾ ਤੁਸੀਂ ਜਿਸ ਤਰ੍ਹਾਂ ਦਾ ਨਾਂ ਲਿਆ ਹੈਗਾ, ਔਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਾਡੇ ਦਰਸ਼ਕ ਦਾਦ ਦੇਣਗੇ, ਤਾਰੀਫ ਕਰਨਗੇ, ਪ੍ਰਸ਼ੰਸਾ ਕਰਨਗੇ, ਨੈਚੁਰਲੀ ਕਰਨਗੇ। ਜਾਂ ਸਾਡੇ ਜਿਹੜੇ ਉੱਥੇ ਬੈਠੇ ਨੇ NRI ਵੀਰ ਵੈਸੇ ਇੰਡੀਆ ਦੇ ਤਾਂ ਹੈ ਹੀ ਆ, ਜਿਹੜੇ ਹੈਗੇ ਕੇਰਲਾ, ਮਦਰਾਸ, ਕਰਨਾਟਕ ਤੋਂ ਤੇ ਬਹੁਤੇ ਲੋਕ ਨੇ, ਬੰਗਲੌਰ ਤੋਂ, ਪਰ ਪੰਜਾਬ ਵਿੱਚੋਂ ਵੀ ਬਹੁਤ ਨੇ ਸਾਡੇ ਪੰਜਾਬੀ ਜਿਹੜੇ ਨੇ। ਅਸੀਂ ਪੰਜਾਬੀ ਬੋਲ ਰਹੇ ਹਾਂ ਔਰ ਇਹ ਚੈਨਲ ਪੰਜਾਬੀਆਂ ਦਾ ਹੈਗਾ ਜਿਹੜਾ ਅਮਰੀਕਾ ਤੋਂ ਚੱਲਦਾ, ਪੰਜਾਬ ਮੇਲ USA TV। ਉਹਦੇ ਦਰਸ਼ਕ ਜਿਹੜੇ ਖਾਸ ਤੌਰ 'ਤੇ ਪੰਜਾਬੀ ਨੇ ਔਰ ਇਸ ਜਿਹੜੀ ਆ ਘਟਨਾ ਜਾਂ ਜਿਹੜਾ ਇਹ ਨਿਊਜ਼ ਆ ਇਹਦੇ ਨਾਲ ਬਿਲਕੁਲ ਖਾਸ ਤੌਰ 'ਤੇ ਜੁੜਨਗੇ ਕਿਉਂਕਿ ਦੋਵੇਂ ਜਿਹੜੀਆਂ ਔਰਤਾਂ ਨੇ, ਇੱਕ ਤਾਂ ਵੈਸੇ ਪੋਸਟ 'ਤੇ ਹੈ ਹੀ ਹੈ ਜਿਹੜੀ ਵਾਈਸ ਪ੍ਰੈਜ਼ੀਡੈਂਟ ਆ, ਉਹਨਾਂ ਨੇ ਕਮਲਾ ਹੈਰਿਸ ਨੇ, ਤੇ ਇੱਕ ਉਪਾਧੀ ਲੈ ਚੁੱਕੀ ਆ। ਤਾਂ ਅਗਲੀ ਉਪਾਧੀ ਲੈਣ 'ਚ ਉਹਨਾਂ ਨੂੰ ਕੋਈ ਬਹੁਤੀ ਮੁਸ਼ਕਲ ਨਹੀਂ ਆਉਣੀ। ਔਰ ਦੇਖੋ ਨਾਲ ਜਿਹੜਾ ਕਿੰਨੇ ਆਪਣਾ ਇੰਗਲੈਂਡ 'ਚ ਸੂਨਕ ਜੀ ਬੈਠੇ ਨੇ, ਰਿਸ਼ੀ ਸੂਨਕ ਜੀ ਬੈਠੇ ਨੇ ਉੱਥੋਂ ਦੇ ਪ੍ਰਧਾਨ ਮੰਤਰੀ ਬਣ ਕੇ। ਔਰ ਪੰਜਾਬ ਦੀ ਜਿਹੜੀ ਗੱਲ ਹੈਗੀ ਆ, ਪੰਜਾਬ ਦਾ ਜਿਹੜਾ ਚੜ੍ਹਦੀ ਕਲਾ, ਜਿਹੜਾ ਕੰਸਟਰਕਟਿਵ ਵੇ ਆ, ਔਰ ਜਿੱਥੇ ਵਿੱਚ ਉਹ ਚੜ੍ਹਦੀ ਕਲਾ ਦਾ ਪਾਰਖੂ ਬਣ ਜਾਂਦਾ, ਉਹ ਹੈਗਾ ਵਾਕਈ ਜਿਨ੍ਹਾਂ ਨੇ ਰਾਜ ਕੀਤਾ 300 ਸਾਲ ਇੰਡੀਆ 'ਤੇ। ਅੱਜ ਅਸੀਂ ਉਹਨਾਂ 'ਤੇ ਰਾਜ ਕਰ ਰਹੇ ਹਾਂ, ਚਾਹੇ ਸਾਡਾ ਇੱਕ ਹੀ ਬੰਦਾ, ਚਾਹੇ ਦੋ ਬੰਦੇ ਹੈਗੇ, ਹੈ ਤਾਂ ਇੰਡੀਅਨ ਹੈ ਨਾ, ਹੈ ਤਾਂ ਭਾਰਤੀ ਮੂਲ ਦਾ ਵੀ, ਸਾਡੀ ਪਰਸਨੈਲਿਟੀ ਹੈ, ਸ਼ਖਸੀਅਤ ਹੈ। ਔਰ ਦੂਜਾ ਹੁਣ ਅਸੀਂ ਭਾਰੂ ਹੋ ਗਏ ਹਾਂ ਅਮਰੀਕਾ ਵਾਲੇ ਪਾਸੇ। ਅਮਰੀਕਾ 'ਚ ਵੀ ਕਿਉਂਕਿ ਇਹਨਾਂ ਨੇ ਆਪਣੀ ਸਥਿਤੀ ਬਣਾਈ ਹੈ, ਇਹਨਾਂ ਦਾ ਸਟੇਟਸ ਆ, ਤਦੇ ਲੋਕ ਐਗਰੀ ਕਰਦੇ ਆ। ਐਵੇਂ ਤਾਂ ਨਹੀਂ ਜਣੇ ਖਣੇ ਨੂੰ ਬਣਾ ਦੇਣਗੇ, ਜਿਨ੍ਹਾਂ ਦਾ ਹੈ ਬਣਦੀ ਸਟੇਟਸ ਹੈ, ਜਿਨ੍ਹਾਂ ਦੀ ਹਸੀਅਤ ਬਣਦੀ ਹੈ ਉਹੀ ਬਣਦੇ ਆ। ਤੁਹਾਨੂੰ ਇੰਡੀਆ 'ਚ ਮੈਂਬਰ ਪਾਰਲੀਮੈਂਟ ਬਣਨਾ ਔਖਾ ਲੱਗੂਗਾ, ਪਰ ਜਦੋਂ ਤੁਹਾਡਾ ਸਟੇਟਸ, ਤੁਹਾਡੀ ਮਿਹਨਤ, ਤੁਹਾਡੇ ਨਾਲ ਲੋਕ ਜੁੜ ਜਾਂਦੇ ਆ। ਹੁਣ ਅਮਰੀਕਾ 'ਚ ਲੋਕ ਉਹਨਾਂ ਦੇ ਪਿੱਛੇ ਹੈਗੇ ਆ, ਰਿਪਬਲਿਕਨ ਪਾਰਟੀ ਦਾ ਅਤੇ ਬੋਲਬਾਲਾ ਹੈਗਾ ਕਿਉਂਕਿ ਬਰਾਬਰ ਦੀਆਂ ਦੋ ਪਾਰਟੀਆਂ, ਮਲਟੀ ਪਾਰਟੀ ਹੈ ਹੀ ਨਹੀਂ ਉੱਥੇ। ਔਰ ਸਾਡੇ ਤਾਂ ਮਲਟੀ ਪਾਰਟੀ ਆ, ਜਿਹੜੀ ਆ ਬਹੁ ਰੰਗ ਨੇ, ਬਹੁ ਰੰਗੀ ਪਾਰਟੀਆਂ ਨੇ। ਅੱਜ ਇੱਧਰ ਤੋਂ ਛੜੱਪਾ ਮਾਰ ਕੇ ਕੱਲ੍ਹ ਉੱਧਰ, ਕਈ ਤਰ੍ਹਾਂ ਦੀਆਂ ਉੱਥੇ ਹੈ। ਇਹਨੂੰ ਆਂਦੇ ਬਾਂਦਰ ਪਟੂਸੀ ਮਾਰਨੀ, ਉਹ ਟਪੂਸੀ ਉਹ ਮਾਰ ਕੇ ਪਰੇ ਨਿਕਲ ਜਾਂਦੇ। ਗੱਲ ਇਹ ਹੈ ਕਿ ਇੱਕ ਦੇਸ਼ ਦੇ ਵਿੱਚ ਜਿੰਨੀਆਂ ਜ਼ਿਆਦਾ ਪਾਰਟੀਆਂ ਹੋਣਗੀਆਂ, ਇਹਦਾ ਮਤਲਬ ਇਹ ਹੈ ਕਿ ਦੇਸ਼ ਉਨੇ ਹਿੱਸਿਆਂ 'ਚ ਵੰਡਿਆ ਗਿਆ, ਉਨੀਆਂ ਸੋਚਾਂ 'ਚ ਵੰਡਿਆ। ਸਹੀ ਗੱਲ। ਤੇ ਜੇ ਦੋ ਪਾਰਟੀਆਂ ਨੇ ਤਾਂ ਦੋ ਹੀ ਹਿੱਸੇ ਨੇ, ਪੋਜ਼ੀਟਿਵ ਨੈਗੇਟਿਵ, ਕੋਈ ਵੀ ਪੋਜ਼ੀਟਿਵ ਕੋਈ ਵੀ ਨੈਗੇਟਿਵ। ਤਦੇ ਤਾਂ ਅਸੀਂ ਕਿਸੇ ਪਾਸੇ ਲੱਗੇ ਨਹੀਂ, ਕਿਸੇ ਸਿੱਟੇ 'ਤੇ ਲੱਗੇ ਆ। ਅੱਜ ਇਸ ਪਾਰਟੀ 'ਚ, ਕੱਲ੍ਹ ਉਸ ਪਾਰਟੀ 'ਚ, ਹੈ ਨਾ। ਇਹੀ ਹੈ ਵੀ ਕਈ ਬਦਲਣੀਆਂ। ਕਾਂਗਰਸ ਦੇ ਨੇਤਾ ਕਈ ਬਦਲ ਗਿਆ। ਇੱਥੋਂ ਦੇ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਕੈਪਟਨ ਅਮਰਿੰਦਰ ਸਿੰਘ, ਕਿੰਨੀਆਂ ਪਾਰਟੀਆਂ ਬਦਲ ਗਏ। ਪਹਿਲਾਂ ਅਕਾਲੀ ਦਲ ਸੀ, ਫਿਰ ਕਾਂਗਰਸ ਆ ਗਏ, ਕਾਂਗਰਸ ਤੋਂ ਬਾਅਦ ਫਿਰ ਛੜੱਪਾ ਮਾਰ ਕੇ BJP ਚਲੇ ਗਿਆ। ਉਹਨਾਂ ਦੀ ਵਾਈਫ ਦਾ ਵੀ ਇਹਨਾਂ ਦਾ ਉਹੀ ਹਾਲਤ ਹੋ ਗਈ, ਹੁਣ ਉਹਨਾਂ ਨੂੰ ਵੀ ਕੱਢ ਦਿੱਤਾ ਪਾਰਟੀ 'ਚੋਂ। ਇਸੇ ਤਰ੍ਹਾਂ ਜਾਖੜ ਸਾਹਿਬ ਜਿਹੜੇ ਉਹ ਵੀ ਚਲੇ ਗਏ ਇਹਦੇ ਤੋਂ, ਪਾਰਟੀ 'ਚੋਂ ਨਿਕਲ ਕੇ ਗਏ ਆ।
ਹੈ ਨਾ। ਫਿਰ ਤੁਹਾਡੇ ਨਵਜੋਤ ਸਿੱਧੂ ਜੀ ਕਿਹੜੀ ਇੱਕ ਪਾਰਟੀ 'ਚ ਰਹੇ ਆ, ਤੁਸੀਂ ਕਿਹਦਾ ਨਾਂ ਲਓਗੇ ਤੇ ਕਿਹਦਾ ਨਹੀਂ ਲਓਗੇ। ਹਰ ਬੰਦੇ ਨੇ ਜਿੰਨੀਆਂ ਪਾਰਟੀਆਂ 'ਚੋਂ ਆਪਣਾ ਹੱਥ ਅਜਮਾਇਆ, ਇਸ ਕਰਕੇ ਅਜਮਾਇਆ ਵੀ ਇੱਧਰੋਂ ਮੈਨੂੰ ਕੀ ਮਿਲੂਗਾ, ਇੱਧਰੋਂ ਕੁਰਸੀ ਕੀ ਮਿਲੂਗੀ। ਘੱਟੋ ਘੱਟ ਮੰਤਰੀ ਮੈਂ ਬਣ ਜੂਗਾ, ਘੱਟੋ ਘੱਟ ਮੈਂ ਉਪ ਮੁੱਖ ਮੰਤਰੀ ਬਣ ਜੂਗਾ, ਘੱਟੋ ਘੱਟ ਮੈਂ ਚੇਅਰਮੈਨ ਬਣ ਜੂਗਾ। ਇਹਨਾਂ ਚੀਜ਼ਾਂ ਦੇ ਪਿੱਛੇ ਲੱਗੇ ਆ, ਕਿਸੇ ਦਾ ਕਲਿਆਣ ਵਾਲੇ ਪਾਸੇ ਨਹੀਂ ਲੱਗੇ, ਕਿਸੇ ਦੇ ਭਲੇ ਲਈ ਜਾਂ ਕਿਸੇ ਦੇ ਵਧੀਆ ਕੰਮ ਲਈ ਨਹੀਂ ਬੈਠੇ। ਉਹ ਆਪਣੇ ਲਈ ਵਿਅਕਤੀਗਤ ਇੱਕ ਕੁਰਸੀ ਮਿਲ ਜਾਂਦੀ ਹੈ, ਫਿਰ ਉਸ ਤੋਂ ਵੱਡੀ ਕੁਰਸੀ ਦੇ ਉੱਤੇ ਕਿਵੇਂ ਪਹੁੰਚਣਾ ਹੈ, ਉਹਦੇ ਵਾਸਤੇ ਜਦੋਜਹਿਦ ਸ਼ੁਰੂ ਹੋ ਜਾਂਦੀ ਹੈ। ਬਿਲਕੁਲ, ਬਸ ਇਹੀ ਸਾਰਾ ਦਿਨ ਪਲੈਨਿੰਗ ਹੁੰਦੀ ਰਹਿੰਦੀ ਹੈ, ਇਹੀ ਕੰਮ, ਇਹੀ ਬੰਦੋਬਸਤ ਹੁੰਦੇ ਰਹਿੰਦੇ ਨੇ। ਬਾਕੀ ਰਿਹਾ ਕੈਪਟਨ ਸਾਹਿਬ ਨੇ ਇੱਕ ਆਪਣੀ ਵੀ ਪਾਰਟੀ ਬਣਾਈ ਸੀ, ਪੰਜਾਬ ਨੈਸ਼ਨਲ ਕਾਂਗਰਸ। ਉਹ 'ਚੋਂ ਕੁਛ ਵੀ ਨਹੀਂ ਉਹਨਾਂ ਨੂੰ ਜਿੱਤਿਆ, ਕੋਈ ਇੱਕ ਵੀ ਉਹਨਾਂ ਦਾ ਜੇਤੂ ਨਹੀਂ ਰਿਹਾ। ਪਰ ਆਹ ਜਿਹੜੀ ਗੱਲ ਆ, ਜਿਹੜੀ ਇਸ ਵੇਲੇ ਅਮਰੀਕਾ ਦੀ ਜਿਹੜੀ ਧਰਤੀ ਆ, ਜਿਹੜੀ ਵੱਡੀ ਦੁਨੀਆ ਦੀ ਤਾਕਤ ਆ, ਜਿਹਦੇ 'ਚ ਲੋਕਾਂ ਦਾ ਧਿਆਨ ਹੁੰਦਾ, ਧਿਆਨ ਕੇਂਦਰਿਤ ਆ, ਔਰ ਉਹਦੇ ਵਿੱਚ ਵੇਖ ਲਓ ਪੰਜਾਬ, ਉਹਦੇ ਵਿੱਚ ਇੰਡੀਆ ਹੈ ਨਾ ਮੋਹਰੀ ਰਿਹਾ ਹੈ ਨਾ। ਕਮਲ ਹੈਰਿਸ ਜਿਹੜੇ ਉਹ ਉੱਧਰ ਬਾਹਰਲੇ ਪੰਜਾਬ ਤੋਂ ਬਾਹਰ ਦੇ ਨੇ, ਤੇ ਬਾਕੀ ਇਹ ਕੁੜੀ ਪੰਜਾਬ ਦੀ ਹੈ। ਔਰ ਇਹ ਦੇਖੋ ਬੜੀ ਖੁਸ਼ੀ ਦੀ ਗੱਲ ਆ ਔਰ ਵੱਡੀ ਦਾਤ ਦੇਣ ਵਾਲੀ ਗੱਲ ਹੈ ਸਾਰੇ ਸਾਡੇ ਦਰਸ਼ਕਾਂ ਲਈ। ਬਿਲਕੁਲ ਜੀ। ਔਰ ਚੈਨਲ ਦੇ ਸਰਪ੍ਰਸਤ ਨੇ ਜਿਹੜੇ, ਉਹਨਾਂ ਵੱਲੋਂ ਔਰ ਚੈਨਲ ਦੀ ਟੀਮ ਵੱਲੋਂ, ਕਿਉਂਕਿ ਇਹ ਬੜੀ ਵੱਡੀ ਖਬਰ ਹੈ ਸਾਡੇ ਦਰਸ਼ਕਾਂ ਲਈ ਔਰ ਬਾਹਰ ਵਸਦੇ NRI ਲਈ, ਜਿਨ੍ਹਾਂ NRI ਨੂੰ ਧਿਆਨ ਸੀਗਾ ਕਿ ਜਿੱਥੇ ਉਹਨਾਂ ਦਾ ਟੌਰ ਉੱਥੇ ਦੁੱਗਣਾ ਤਿੱਗਣਾ ਹੋ ਜਾਣਾ ਜਦੋਂ ਇਹਨਾਂ ਨੇ ਵਾਗਡੋਰ ਸੰਭਾਲ ਲਈ। ਉਹਨਾਂ ਨੇ ਇਹਨਾਂ ਬਾਰੇ ਬੜਾ ਕੁਝ ਲੱਭਣੀਆਂ ਗੱਲਾਂ ਕਿ ਇਹਨਾਂ ਨੂੰ ਆਹ ਸਹੂਲਤਾਂ ਦਿੱਤੀਆਂ ਜਾਣ, ਆਹ ਮੁਹੱਈਆ ਕੀਤੀ ਜਾਵੇ, ਇਹਨਾਂ ਦੇ ਬੱਚਿਆਂ ਬਾਰੇ, ਇਹਨਾਂ ਦੀ ਆਵਾਜ਼ ਬਾਰੇ, ਇਹਨਾਂ ਦੇ ਘਰਾਂ ਬਾਰੇ, ਇਹਨਾਂ ਦੇ ਖਾਣ ਪੀਣ ਬਾਰੇ ਬੜਾ ਕੁਝ ਉਹ ਧਿਆਨ ਰੱਖਣਗੇ। ਔਰ ਇਹ ਬੜੀ ਖੁਸ਼ੀ ਦੀ ਖਬਰ ਹੈ ਉਹਨਾਂ ਦੀ। ਔਰ ਟਰੰਪ ਸਾਹਿਬ ਵਾਸਤੇ ਕਾਫੀ ਵੱਡਾ ਚੈਲੰਜ ਹੈ। ਤਾਂ ਦੇਖੋ ਉਹਨਾਂ ਦਾ ਕੀ ਬਣਦਾ। ਉਹ ਤਾਂ ਹਜੇ ਤੱਕ ਹਾਰ ਮੰਨਣ ਨੂੰ ਤਿਆਰ ਨਹੀਂ ਹੈ ਕਿ ਜਿਹੜੀ ਪਹਿਲੇ ਵਾਰ ਇਲੈਕਸ਼ਨਸ ਹਾਰ ਗਏ ਸੀ, ਉਦੋਂ ਵੀ ਹਾਰ ਮੰਨਣ ਨੂੰ ਬੜੀ ਜਿੱਦੀ ਟਾਈਪ ਦੇ ਪਰਸਨੈਲਿਟੀ ਹੈ, ਜਿੱਧਰ ਵੀ ਜਾਂਦੇ ਆ ਫਿਰ ਇਸ ਤਰ੍ਹਾਂ ਕਰਦੇ ਆ। ਕਿਉਂਕਿ ਵੈਸੇ ਮੋਦੀ ਸਾਹਿਬ ਨਾਲ ਉਹਨਾਂ ਦੀ ਬੜੀ ਅੱਛੀ ਮਿੱਤਰਤਾ ਰਹੀ ਹੈ। ਕੈਪਟਨ ਸਾਹਿਬ ਵੀ ਥੋੜੇ ਜ਼ਿੱਦੀ ਕਿਸਮ ਦੇ ਹੀ ਨੇ, ਇਸੇ ਤਰ੍ਹਾਂ ਦੇ ਹੀ ਹੈ। ਪੰਜਾਬ ਲੋਕ ਕਾਂਗਰਸ ਬਣਾਈ, ਫਿਰ ਪੰਜਾਬ ਲੋਕ ਕਾਂਗਰਸ ਨੂੰ ਲੈ ਕੇ BJP ਦੇ ਵਿੱਚ ਜਾ ਕੇ ਸ਼ਾਮਿਲ ਹੋ ਗਏ, ਕਿਉਂਕਿ ਇੱਕ ਵੀ ਸੀਟ ਨਹੀਂ ਆਈ ਇਲੈਕਸ਼ਨਸ ਦੇ ਵਿੱਚ ਨਾ, ਕੁਝ ਵੀ ਨਹੀਂ। ਤਾਂ ਫਿਰ ਉਹਨਾਂ ਦੀ ਵਾਈਫ ਸੀ, ਉਹ ਵੀ ਉਹਨਾਂ ਦੇ ਵਿੱਚ ਆਈ ਸੀ, MP ਸੀਗੇ, ਉਹ ਵੀ ਪਾਰਟੀ ਚੋਂ ਉਹਨਾਂ ਨੇ ਕੱਢ ਦਿੱਤਾ। ਰਾਜਾ ਵੜਿੰਗ ਨੇ ਕਹਿਤਾ ਕਿ ਹੁਣ ਤੁਹਾਡਾ ਇੱਧਰ ਕੋਈ ਕੰਮ ਨਹੀਂ ਹੈਗਾ, ਤੁਸੀਂ ਉੱਧਰ ਜਾਓ ਔਰ ਉਹਦੇ ਵਿੱਚ ਤੁਸੀਂ ਪਾਰਟੀ ਬਦਲੋ। ਜਦੋਂ ਉਹਨਾਂ ਨੇ ਪਾਰਟੀ ਬਦਲੀ ਤਾਂ ਤੁਹਾਡਾ ਇਹ 'ਚ ਬਹਿਣ ਦਾ ਕੋਈ ਮਤਲਬ ਨਹੀਂਗਾ, ਔਰ ਉਹ ਪਾਰਟੀ ਚੋਂ ਕੱਢੇ ਗਏ। ਔਰ ਉਹਦੇ ਨਾਲ ਇਹ ਹੋ ਗਿਆ ਕਿ ਹੁਣ ਕਾਂਗਰਸ ਤੋਂ ਤਾਂ ਗਏ ਤੇ BJP 'ਚ ਆਏ ਸੀ, ਇਸ ਕਰਕੇ ਕਿ ਮੈਨੂੰ ਸ਼ਾਇਦ ਕੋਈ ਵੱਡੀ ਪਦਵੀ ਮਿਲ ਜੇ। ਇਸ ਵੇਲੇ ਜਿਹੜੀ BJP ਨੇ ਬਹੁਤ ਗਵਰਨਰ ਬਣਾਏ ਆ, ਅਤੇ ਕੈਪਟਨ ਸਾਹਿਬ ਨੂੰ ਉਮੀਦ ਸੀ ਵੀ ਕਿਤੇ ਨਾ ਕਿਤੇ ਮੈਨੂੰ ਇਹਨਾਂ ਨੇ ਗਵਰਨਰ ਬਣਾ ਦੇਣਾ। ਉਹਨਾਂ ਦੀ ਸਟੇਟਮੈਂਟ ਵੀ ਸੀ, ਉਹਨਾਂ ਨੇ ਕਿਹਾ ਸੀਗਾ ਮੋਦੀ ਸਾਹਿਬ ਜਿੱਥੇ ਮੈਨੂੰ ਕੰਮ ਕਰਾਉਣਾ ਚਾਹੁੰਦੇ ਨੇ, ਜਿੱਥੇ ਮੇਰੇ ਕੋਲ ਕੰਮ ਲੈਣਾ ਚਾਹੁੰਦੇ ਨੇ, ਮੈਨੂੰ ਉਸ ਸੀਟ 'ਤੇ ਸੁਸ਼ੋਭਿਤ ਕਰ ਸਕਦੇ ਆ, ਮੈਂ ਉਹਦੇ ਲਈ ਹਾਜ਼ਰੀ ਭਰਾਂਗਾ। ਪਰ ਅਜੇ ਤੱਕ ਨਹੀਂ ਉਹਦਾ ਕੁਝ ਬਣਿਆ। ਹੁਣ ਮੇਰਾ ਖਿਆਲ ਹੈ ਕਿ ਅਗਲੀ ਜਿਹੜੀ ਆ ਬਾਅਦ ਗਵਰਨਰ ਜਿਹੜੇ ਬਣਾਉਣੇ ਹੋ, ਜੇ ਪਤਾ ਨਹੀਂ ਕਦੋਂ ਬਣਨੇ, ਕਿਉਂਕਿ ਹੁਣ ਤਾਂ ਆ ਗਿਆ ਸਿਰ 'ਤੇ ਇਲੈਕਸ਼ਨ 2024 ਦੀ, ਅਤੇ ਸਾਰੀਆਂ ਪਾਰਟੀਆਂ ਦਾ ਉਧਰ ਧਿਆਨ ਹੋ ਗਿਆ। ਬਿਲਕੁਲ ਜੀ। ਹੁਣ ਗਵਰਨਰ ਦੀ ਗੱਲ ਕੀਤੀ ਹੈ, ਚਲੋ ਫਿਰ ਗਵਰਨਰ ਵੱਲ ਚੱਲਦੇ ਹਾਂ। ਵਾਹ। ਗਵਰਨਰ ਇਹ ਹੈ ਜੀ ਕਿ ਮੁੱਖ ਮੰਤਰੀ ਨੇ ਪੰਜਾਬ ਦੇ ਰਾਜਪਾਲ ਦੀ ਨਿਯੁਕਤੀ ਦੀ ਯੋਗਤਾ ਦੇ ਉੱਤੇ ਸਵਾਲ ਉਠਾਇਆ ਹੈ, ਕਿਉਂਕਿ ਉਹ ਇੱਕ ਵਾਰੀ ਕਹਿ ਵੀ ਚੁੱਕੇ ਨੇ ਕਿ ਜਿਹੜਾ CM ਹੁੰਦਾ ਹੈ ਉਹ ਇਲੈਕਟਡ ਹੁੰਦਾ ਹੈ, ਤੇ ਜਿਹੜਾ ਗਵਰਨਰ ਹੁੰਦਾ ਉਹ ਅਪਾਇੰਟਮੈਂਟ ਹੁੰਦੀ ਸਿਲੈਕਟਡ ਹੁੰਦਾ ਹੈ। ਤੇ ਇਲੈਕਟਡ ਤੇ ਸਿਲੈਕਟਡ ਦੀ ਵਰਸਸ ਖੜੀ ਕੀਤੀ ਉਹਨਾਂ ਨੇ। ਹੁਣ ਅੱਜ ਯੋਗਤਾ ਦੇ ਉੱਤੇ ਉਹਨਾਂ ਨੇ ਸਵਾਲ ਉਠਾ ਦਿੱਤਾ। ਵੈਸੇ ਤਾਂ ਇਹਨਾਂ ਦਾ ਟਕਰਾਅ ਖਿੱਚੋਤਾਣੀ ਜਿਹੜੀ ਬੜੀ ਦੇਰ ਤੋਂ ਚੱਲ ਰਹੀ ਆ, ਉਹ ਆਪਾਂ ਕੱਲ੍ਹ ਦੇ ਪ੍ਰੋਗਰਾਮ 'ਚ ਵੀ ਡਿਸਕਸ ਕੀਤਾ ਸੀਗਾ ਕਿ ਉਹਦੇ ਵਿੱਚ ਉਹਨਾਂ ਨੇ ਇਹਨਾਂ ਕੋਲ ਬੜੇ ਸਵਾਲ ਦੇ ਜਵਾਬ ਮੰਗੇ ਆ, ਔਰ ਆਪੋਜੀਸ਼ਨ ਦੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹਨਾਂ ਨੂੰ ਜਵਾਬ ਦੇਣੇ ਚਾਹੀਦੇ ਆ ਭਗਵੰਤ ਮਾਨ ਜੀ ਨੂੰ। ਪਰ ਭਗਵੰਤ ਮਾਨ ਜੀ ਨੇ ਚਿੱਠੀ 'ਚ ਜਵਾਬ ਦੇ ਦਿੱਤੇ ਆ। ਪਰ ਆਹ ਜਿਹੜਾ ਨਵਾਂ ਮਸਲਾ ਉਹਨਾਂ ਨੇ ਕਰ ਦਿੱਤਾ ਖੜਾ ਕਿ ਤੁਸੀਂ ਆਪਣੀ ਅਪੁਆਇੰਟਮੈਂਟ ਦੱਸੋ ਕਿਸ ਯੋਗਤਾ ਦੇ ਆਧਾਰ 'ਤੇ ਹੋਈ ਆ, ਔਰ ਕਿਸ ਪਦਵੀ ਦੇ ਆਧਾਰ 'ਤੇ ਤੁਹਾਨੂੰ ਦਿੱਤਾ ਗਿਆ, ਤੁਹਾਡੀ ਬੈਕਗਰਾਊਂਡ ਕੀ ਆ। ਮੈਂ ਜੇ ਜਵਾਬ ਦਿਆਂ ਤਾਂ ਪਬਲਿਕ ਨੂੰ ਆ, ਜਿਹੜੇ 3 ਕਰੋੜ ਲੋਕ ਨੇ ਜਿਨ੍ਹਾਂ ਨੇ ਮੈਨੂੰ ਚੁਣ ਕੇ ਇਸ ਸੀਟ 'ਤੇ ਬਿਠਾਇਆ, ਔਰ ਉਹ ਕਹਿੰਦੇ ਮੈਂ ਤੁਹਾਡੇ ਲਈ ਕੋਈ ਜਵਾਬ ਦੇ ਨਹੀਂ ਹੈਗਾ। ਤੁਸੀਂ ਜੇ ਜਵਾਬ ਲੈਣਾ ਜਾਂ ਮੰਗਣਾ, ਕੇਂਦਰ ਨਾਲ ਗੱਲ ਕਰੋ, ਉਹਨਾਂ ਨਾਲ ਰਾਬਤਾ ਬਣਾਓ। ਮੇਰੇ ਕੋਲ ਤੁਹਾਡਾ ਜਵਾਬ ਜਾਂ ਤੁਹਾਡੀ ਕੋਈ ਗੱਲਬਾਤ ਚਿੱਠੀ ਦਾ ਨਹੀਂ ਹੈਗਾ। ਜਿਹੜੀ ਮੇਰੀ ਫਾਈਲ ਜਾਂਦੀ ਤੁਹਾਡੇ ਕੋਲ, ਉਹ ਜੇ ਤੁਹਾਨੂੰ ਚੰਗੀ ਲੱਗਦੀ ਸਾਈਨ ਕਰ ਦਿਓ, ਨਹੀਂ ਲੱਗਦੀ ਤਾਂ ਵਾਪਸ ਕਰ ਦਿਓ। ਪਰ ਬਹੁਤ ਗਿਣਤੀ 'ਚ ਜਿੰਨੀਆਂ ਵੀ ਫਾਈਲਾਂ ਇਹਨਾਂ ਦੀਆਂ ਗਈਆਂ ਅਪਰੂਵਲ ਲਈ, ਉਹ ਵਾਪਸੀ ਆਈਆਂ। ਔਰ ਉਹਦੇ 'ਚ ਚੰਦੂ ਮਾਜਰਾ ਜੀ ਨੇ ਕਿਹਾ, ਜਿਹੜੇ ਆਗੂ ਨੇ ਅਕਾਲੀ ਦਲ ਦੇ, ਉਹਨਾਂ ਕਿਹਾ ਕਿ ਵੈਸੇ ਪਹਿਲੀ ਵਾਰੀ ਵੇਖਣ 'ਚ ਆਇਆ ਕਿ ਪੰਜਾਬ ਦਾ ਗਵਰਨਰ ਜਿਹੜਾ ਇੰਨਾ ਅੜੇ ਮੁੱਖ ਮੰਤਰੀ ਨਾਲ, ਇਹਦਾ ਕਹਿੰਦੇ ਕੋਈ ਪਤਾ ਨਹੀਂ ਲੱਗਾ ਕਿ ਕੀ ਵਿਚਲਾ ਜਿਹੜਾ ਭੇਦ ਆ। ਕਹਿੰਦੇ ਜਿੰਨੇ ਵੀ ਇਹਨਾਂ ਦੇ ਇਸ਼ੂ ਗਏ ਨਾਲ, ਜੋ ਕੁਛ ਉਹਨਾਂ ਦਾ ਗਿਆ ਵਾ, ਉਹ ਮੁੜਦੇ ਪੈਰੀਂ ਵਾਪਸ ਆ ਗਿਆ, ਜਿਹਦੇ ਵਿੱਚ ਲੋਕਾਂ ਦੇ ਭਲੇ ਵਾਲੀ ਗੱਲ ਵੀ ਆ। ਔਰ ਉਹਨਾਂ ਨੇ ਇੱਕ ਹੋਰ ਗੱਲ ਕੀਤੀ ਆ ਚੰਦੂ ਮਾਜਰਾ ਜੀ ਨੇ ਕਿ
ਕਿ ਇਹਦੇ 'ਚ ਇਹ ਗੱਲ ਹੈਗੀ ਹੈ, ਇਹ 'ਚ ਜਿਹੜਾ ਵੀ ਲੋਕਾਂ ਨੂੰ ਨੁਕਸਾਨ ਹੋਣਾ ਹੈ ਇਹ ਜਨਤਾ ਨੂੰ ਨੁਕਸਾਨ ਹੋ ਰਿਹਾ, ਪਰ ਇਹਨਾਂ ਦੋਨਾਂ ਪਰਸਨੈਲਿਟੀ ਨੂੰ ਵੇਖ ਲੈਣਾ ਚਾਹੀਦਾ ਵਾ ਕਿ ਖਾਸ ਮੁੱਦੇ ਤੇ ਸਾਂਝੇ ਮੁੱਦਿਆਂ ਤੇ ਨਹੀਂ ਅੜਨਾ ਚਾਹੀਦਾ। ਆਪੋਜੀਸ਼ਨ ਖੁਦ ਕਹਿ ਰਹੀ ਹੈ ਵੀ ਇਹ ਗੱਲ ਮਾੜੀ ਹੈਗੀ ਆ, ਔਰ ਬੀਜੇਪੀ ਦੇ ਵੀ ਕੁਝ ਲੋਕਾਂ ਨੇ ਕਿਹਾ ਕਿ ਇਸ ਤਰ੍ਹਾਂ ਨਹੀਂ, ਜੇ ਪੰਜਾਬ ਦੇ ਵਿਕਾਸ ਵੱਲ ਜਾਣਾ ਤੇ ਦੋਵਾਂ ਨੂੰ ਹੱਥ ਨਾਲ ਹੱਥ ਮਿਲਾ ਕੇ ਚੱਲਣਾ ਚਾਹੀਦਾ। ਇਹ ਨਹੀਂ ਹੈਗਾ ਕਿ ਧੱਕੋਜ਼ੋਰੀ ਨਾਲ ਨਹੀਂ ਗੱਲ ਬਣਦੀ। ਹੁਣ ਇਹਨਾਂ ਨੂੰ ਮੰਗਿਆ ਜਵਾਬ, ਤੇ ਗਵਰਨਰ ਨੇ ਤਾਂ ਕਹਿਣਾ ਕਿ ਜੇ ਮੈਨੂੰ ਉੱਥੇ ਬਣਾਇਆ ਰਾਸ਼ਟਰਪਤੀ ਵੱਲੋਂ ਜਾਂ ਉੱਧਰੋਂ ਸੰਵਿਧਾਨਕ ਪ੍ਰਥਾ ਦੇ ਅਨੁਸਾਰ ਅਕੋਰਡਿੰਗ ਕਨਸਟੀਟਿਊਸ਼ਨ ਮੈਨੂੰ ਉਪਾਧੀ ਦਿੱਤੀ ਗਈ ਆ, ਤਾਂ ਉਹ ਤੁਸੀਂ ਉਹਦੇ 'ਤੇ ਵੇਖੋ ਸਾਰੇ ਗਵਰਨਰ ਇਸੇ ਤਰ੍ਹਾਂ ਅਪਾਇੰਟਮੈਂਟ ਮਿਲਦੀ ਉਹਨਾਂ ਦੀ। ਪਰ ਜਦੋਂ ਇਹਨਾਂ ਨੇ ਵੀ ਠੋਕਵਾਂ ਜਵਾਬ ਦੇ ਦਿੱਤਾ ਉਹਨਾਂ ਨੂੰ, ਗੱਲ ਤਾਂ ਭਗਵੰਤ ਮਾਨ ਦੀ ਠੀਕ ਹੈ ਕਿ ਉਹਨਾਂ ਨੇ ਕਹਿ ਤਾ ਮੈਨੂੰ ਤਾਂ ਚੁਣ ਕੇ ਭੇਜਿਆ ਲੋਕਾਂ ਨੇ ਅਤੇ ਮੈਂ ਲੋਕਾਂ ਲਈ ਜਵਾਬ ਦਿਆਂ, ਮੈਂ ਇਕੱਲੇ ਤੋਂ ਇਕੱਲੇ ਲਈ ਕੋਈ ਜਵਾਬ ਦੇ ਨਹੀਂ ਹੈਗਾ। ਜੋ ਮੈਨੂੰ ਜੇ ਉਹ ਕਹਿਣਗੇ ਵੀ ਆਹ ਕੰਮ ਨਾ ਕਰ ਤਾਂ ਮੈਂ ਰੁਕ ਜੂੰਗਾ, ਜੇ ਉਹ ਕਹਿਣਗੇ ਕਰ ਤਾਂ ਮੈਂ ਜ਼ਬਰਦਸਤੀ ਕਰੂੰਗਾ। ਅਰੇ ਗੱਲ ਵਧੀਆ ਕੀਤੀ ਉਹਨਾਂ ਨੇ। ਔਰ ਕਿਉਂਕਿ ਬਸ ਡੈਮੋਕ੍ਰੇਸੀ ਦਾ ਮਤਲਬ ਤਾਂ ਇਹੋ ਹੀ ਹੈ, ਇੰਡੀਵਿਜੂਅਲ ਨਹੀਂ ਗੱਲ ਹੁੰਦੀ, ਕੋਈ ਆਮ ਲੋਕਾਂ ਦੀ ਪਬਲਿਕ ਦੀ ਗੱਲ ਹੁੰਦੀ ਹੈ, ਜਨਤਾ ਦੀ ਗੱਲ ਹੁੰਦੀ ਹੈ, ਜਨਤਾ ਦਾ ਰਾਜ ਹੈਗਾ ਡੈਮੋਕ੍ਰੇਸੀ। ਸੰਵਿਧਾਨ ਦੇ ਅਧਿਕਾਰ ਉਹਨਾਂ ਕੋਲ ਆ, ਲੋਕਾਂ ਕੋਲ, ਨਾ ਕੇਵਲ ਇੱਕ ਬੰਦੇ ਕੋਲ ਹੈਗੇ ਆ ਕਿ ਉਹ ਬੰਦਾ ਰੋਕ ਲੇ ਤਾਂ ਉਹੀ ਬੰਦਾ ਚਲਾ ਦੇ। ਲੋਕਾਂ ਦੀ ਰਾਏ ਨਾਲ ਚੱਲਦਾ ਕੰਮ। ਕਈ ਵਾਰ ਇਹ ਵੀ ਗੱਲ ਕੋਈ ਚੁੱਪ ਕਰਕੇ ਜਾਂ ਛੋਟੀ ਛੋਟੀ ਦਬੀ ਆਵਾਜ਼ 'ਚ ਇਹ ਵੀ ਗੱਲਾਂ ਹੁੰਦੀਆਂ ਨੇ, ਸੋਸ਼ਲ ਮੀਡੀਆ ਦੇ ਉੱਤੇ ਵੀ ਕਈ ਵਾਰ ਇਹ ਗੱਲਾਂ ਹੁੰਦੀਆਂ ਨੇ ਕਿ ਕਿਤੇ ਨਾ ਕਿਤੇ ਬੀਜੇਪੀ ਦੇ ਪ੍ਰੋ ਹੈਗੇ ਨੇ ਸਾਡੇ ਗਵਰਨਰ ਸਾਹਿਬ, ਇਸ ਕਰਕੇ ਸੈਂਟਰ ਦੇ ਕਹੇ ਦੇ ਉੱਤੇ ਹੀ ਇਹ ਨੁਕਤਾਚੀਨੀ ਔਰ ਅੜਚਨ ਖੜੀ ਕੀਤੀ ਜਾਂਦੀ ਹੈ, ਕਿਉਂਕਿ ਸੈਂਟਰ ਦੇ ਵਿੱਚ ਬੀਜੇਪੀ ਦੀ ਗਵਰਨਮੈਂਟ ਹੈ। ਤਾਂ ਇਸ ਕਰਕੇ ਪੰਜਾਬ ਨੂੰ ਚੱਲਣ ਨਹੀਂ ਦੇਣਾ ਚਾਹੁੰਦੇ ਜਾਂ ਪੰਜਾਬ ਨੂੰ ਉਸ ਤਰ੍ਹਾਂ ਡੀਲ ਕਰਦੇ ਨੇ ਕਿ ਉੱਥੇ ਪੰਜਾਬ ਦੇ ਵਿੱਚ ਇਹਨਾਂ ਦੀ ਆਪਣੀ ਗਵਰਨਮੈਂਟ ਨਹੀਂ ਹੈ, ਡਬਲ ਇੰਜਨ ਸਰਕਾਰ ਨਹੀਂ ਹੈ। ਇਸ ਕਰਕੇ ਮਤਰਿਆ ਵਤੀਰਾ ਕੀਤਾ ਜਾਂਦਾ ਹੈ ਹਰਿਆਣਾ ਦੇ ਨਾਲ ਆਪਣਾ ਸਗਿਆਂ ਵਾਲਾ, ਕਿਉਂਕਿ ਉੱਥੇ ਬੀਜੇਪੀ ਦੀ ਗਵਰਨਮੈਂਟ ਹੈ। ਕਈ ਐਕਸਪਰਟ ਇਹ ਵੀ ਗੱਲ ਕਰਦੇ ਨੇ ਕਿ ਇਹ ਬੀਜੇਪੀ ਇਹਦੇ ਪਿੱਛੇ ਆਪਣਾ ਕੋਈ ਮਕਸਦ ਪੋਲੀਟੀਕਲ ਹੱਲ ਕਰਨਾ ਚਾਹੁੰਦੀ ਹੈ ਕਿ ਪੰਜਾਬ ਦੀ ਸਰਕਾਰ ਨੂੰ ਕੰਮ ਨਹੀਂ ਕਰਨ ਦੇਣਾ ਜਾਂ ਪੰਜਾਬ ਨੂੰ ਚੱਲਣ ਨਹੀਂ ਦੇਣਾ। ਗੱਲ ਠੀਕ ਹੈ, ਤੁਹਾਡਾ ਨੁਕਤਾ ਬਿਲਕੁਲ ਸਹੀ ਆ। ਇਹਦੇ ਵਿੱਚ ਇੱਕ ਰਾਏ ਨਹੀਂ ਗਾ, ਇਹ ਸਾਰੇ ਲੋਕਾਂ ਦਾ ਇਹੀ ਰਾਏ ਹੈਗਾ ਕਿ ਇਹ ਮੁੱਦਾ ਇਸ ਕਰਕੇ ਰੁਕ ਜਾਂਦਾ, ਜਾਂ ਇਹਨਾਂ ਦਾ ਆਪਸੀ ਖਿੱਚੋਤਾਣੀ ਜਾਂ ਧੱਕੋਜ਼ੋਰੀ ਇਸ ਕਰਕੇ ਹੋ ਰਹੀ ਹੈ ਕਿ ਉਹਨਾਂ ਨੂੰ ਪਿੱਛੇ ਤੋਂ ਕੇਂਦਰ ਤੋਂ ਜਿਹੜੀ ਆ ਸਲਾਹ ਮਸ਼ਵਰਾ ਮਿਲਦਾ ਹੈਗਾ ਕਿ ਜਿੱਥੇ ਆਪੋਜੀਸ਼ਨ ਬੈਠੀ ਆ ਉੱਥੇ ਨਾ ਚੱਲਣ ਦਿਓ, ਕਿਉਂਕਿ ਉਹਨਾਂ ਦੀ ਰਾਏ ਲੋਕਾਂ ਨਾਲ ਬਣ ਜੇ, ਲੋਕ ਖੁਸ਼ ਨਾ ਹੋ ਜਾਣ। ਜੋ ਕੁਛ ਉਹ ਕਰ ਰਹੇ ਆ, ਜੋ ਕੁਛ ਉਹਨਾਂ ਨੂੰ ਚਾਹੀਦਾ, ਲੋਕਾਂ ਨੂੰ ਉਹਨਾਂ ਦੀ ਡਿਮਾਂਡ ਆ ਉਹ ਪੂਰੀਆਂ ਕਰੀ ਜਾਂਦੇ ਆ, ਅਤੇ ਇਹਦਾ ਕਰਕੇ ਲੋਕ ਤਾਂ ਉਹਨਾਂ ਦੇ ਹਾਂ ਪੱਖੀ ਹੋ ਜਾਣੇ ਆ। ਉਹਨਾਂ ਨੂੰ ਨਾ ਪੱਖੀ ਰਹਿਣ ਦਿਓ, ਲੋਕਾਂ ਨੂੰ ਥੋੜ੍ਹਾ ਜਿਹਾ ਡਿਸਟੈਂਸ ਮੇਨਟੇਨ ਰੱਖੋ। ਇਸ ਕਰਕੇ ਜਿਹੜੀਆਂ ਗੱਲਾਂ ਉੱਥੇ ਸਹੀ ਹੁੰਦੀਆਂ ਨਾ ਉਹਨਾਂ ਨੂੰ ਨਕਾਰ ਦਿਓ, ਤਾਂ ਕਿ ਇਹ ਸਾਰੇ ਜਿੰਨੇ ਵੀ ਲੋਕ ਸਕਾਲਰ ਨੇ ਜਾਂ ਜਿੰਨੇ ਪੋਲੀਟੀਕਲ ਪਰਸਨੈਲਿਟੀ ਬੈਠੇ ਨੇ ਉਹਨਾਂ ਦਾ ਵਿਚਾਰ ਇਹ ਹੋਈ ਹੈ। ਔਰ ਸੁੱਤੇ ਸਿੱਧ ਹੈਗਾ, ਆਮ ਬੰਦਾ ਵੀ ਕਹਿ ਦੂ, ਕਾਮਨ ਮੈਨ ਦੀ ਵੀ ਵਿਚਾਰ ਇਹ ਹੋਈ ਹੈ ਵੀ ਇਸ ਕਰਕੇ ਨਹੀਂ ਮਸਲਾ ਹੋਣ ਦਿੰਦੇ, ਕਿ ਇਸ ਕਰਕੇ ਨਹੀਂ ਅੱਗੇ ਜਾਣ ਦਿੰਦੇ। ਦੂਜੀ ਗੱਲ, ਉਹ ਪੰਜਾਬ ਨੂੰ ਬਿਲੋਂਗ ਹੀ ਨਹੀਂ ਕਰਦੇ। ਪੰਜਾਬ ਨੂੰ ਜਿਹੜਾ ਬਿਲੋਂਗ ਕਰਦਾ ਉਹ ਜਿਸ ਧਰਤੀ ਦਾ ਰਹਿਣ ਵਾਲਾ ਹੈਗਾ, ਉਹਨੂੰ ਨੈਚੁਰਲੀ ਪਤਾ ਲੱਗੂਗਾ ਕਿ ਮੇਰੇ ਵਾਸੀ ਨੇ, ਮੇਰੇ ਲੋਕ ਨੇ, ਮੇਰੇ ਕੁਨਬਾ ਵਾ, ਮੇਰਾ ਪਰਿਵਾਰ ਵਾ, ਮੇਰਾ ਲੋਕ ਆਪਣੇ ਪਰਿਵਾਰਕ ਲੋਕ ਨੇ, ਇਹਨਾਂ ਦਾ ਕੰਮ ਕਿਸੇ ਤਰ੍ਹਾਂ ਵੀ ਹੁੰਦਾ ਹੋਣ ਦਿਓ, ਹੈ ਨਾ। ਅਤੇ ਜਿਹੜਾ ਬਾਹਰਲਾ ਬੰਦਾ ਉਹਨਾਂ ਦੇ ਫਿਰ ਦੂਜੇ ਤਰੀਕੇ ਨਾਲ ਸੋਚਣਾ। ਇੱਕ ਹੀ ਤਰ੍ਹਾਂ ਦੀ ਰਾਏ ਲੋਕਾਂ ਕੋਲੋਂ ਆਲੋਚਕਾਂ ਕੋਲ ਆ ਰਹੀਆਂ ਕਿ ਅਸੀਂ ਚਾਹੁੰਦੇ ਹਾਂ ਕਿ ਇਹ ਮੁੱਦਾ ਇਸੇ ਤਰ੍ਹਾਂ ਨਾ ਚੱਲੇ, ਇਹਨੂੰ ਥੋੜ੍ਹਾ ਜਿਹਾ ਸਮੂਥ ਕਰਨਾ ਚਾਹੀਦਾ। ਦੋਵਾਂ ਧਿਰਾਂ ਨੂੰ ਆਪਸੀ ਮੁੱਠਭੇੜ ਜਾਂ ਰੌਲੇ ਰੱਪੇ ਤੋਂ ਦੂਰ ਰਹਿਣਾ ਚਾਹੀਦਾ। ਉਹ ਤਾਂ ਸਾਰੇ ਹੀ ਕਹਿੰਦੇ ਨੇ, ਕਿਉਂਕਿ ਜੇ ਰੌਲੇ ਰੱਪੇ ਤੋਂ ਦੂਰ ਰਵਾਂਗੇ ਤਾਂ ਹੀ ਤਰੱਕੀ ਦੀ ਗੱਲ ਕਰਾਂਗੇ। ਨਹੀਂ ਤਾਂ ਇਹ ਰਾਜਨੀਤੀ ਖੇਡਦੇ ਸਟੇਟ ਦਾ ਬੁਰਾ ਹਾਲ ਤੇ ਸਟੇਟ ਦੇ ਲੋਕਾਂ ਦਾ ਬੁਰਾ ਹਾਲ ਹੁੰਦਾ ਪਿਆ। ਕਿਉਂਕਿ ਇਹਦਾ ਆਪਾਂ ਨੂੰ ਅੱਗੇ ਵੀ ਇੱਕ ਸਬੂਤ ਮਿਲਦਾ ਹੈ ਕਿ ਕੇਂਦਰ ਵੱਲੋਂ ਪੰਜਾਬ ਨੂੰ ਨੈਸ਼ਨਲ ਸਿਹਤ ਮਿਸ਼ਨ ਤਹਿਤ ਫੰਡ ਰੋਕਣ ਦੀ ਚੇਤਾਵਨੀ ਮਿਲ ਗਈ ਹੈ। ਵੈਸੇ ਇੱਕ ਗੱਲ ਹੈਗੀ, ਜਿਹੜੇ ਤੁਸੀਂ ਹੁਣ ਤੱਕ ਇਸ਼ੂ ਲਏ ਆ, ਜਿੰਨੇ ਤੁਸੀਂ ਮਸਲੇ ਲਏ, ਇੱਕ ਦੂਜੇ ਨਾਲ ਜੁੜਦਾ ਇੱਕ ਦੂਜੇ ਦੀ ਕੁੰਡੀ ਨਾਲ ਫਸੀ ਆ ਰਹੀ ਹੈ। ਤੁਸੀਂ ਅਮਰੀਕਾ ਤੋਂ ਚੱਲੇ ਅਤੇ ਇੰਡੀਆ ਆ ਗਏ, ਇੰਡੀਆ 'ਚ ਤੁਸੀਂ ਭਗਵੰਤ ਮਾਨ ਤੇ ਗਵਰਨਰ ਲੈ ਲਿਆ, ਗਵਰਨਰ ਤੋਂ ਬਾਅਦ ਤੁਸੀਂ ਆ ਮਸਲਾ ਹੋਣ ਵਾਲਾ ਲਿਆ, ਔਰ ਇਸੇ ਤਰ੍ਹਾਂ ਦੇ ਮਸਲੇ ਜਿਹੜੇ ਇੱਕ ਦੂਸਰੇ ਨਾਲ ਇਹਨਾਂ ਦੇ ਪੇਚ ਫਸੇ ਜਾ ਰਹੇ ਆ। ਬਿਲਕੁਲ ਇੱਕ ਦੂਜੇ ਨਾਲ ਜੁੜੇ ਹੋਏ ਨੇ, ਕਿਉਂਕਿ ਤੁਸੀਂ ਕੈਪਟਨ ਸਾਹਿਬ ਦੇ ਗਵਰਨਰ ਬਣਨ ਦੀ ਗੱਲ ਕੀਤੀ ਸੀ ਨਾ, ਕਿ ਕੈਪਟਨ ਸਾਹਿਬ ਇਸ ਉਮੀਦ ਦੇ ਨਾਲ ਬੀਜੇਪੀ 'ਚ ਗਏ ਕਿ ਮੈਂ ਗਵਰਨਰ ਬਣ ਜਾਵਾਂ, ਤੇ ਆਪਾਂ ਫਿਰ ਗਵਰਨਰ ਸਾਹਿਬ ਕੋਲ ਆ ਗਏ। ਹੁਣ ਗਵਰਨਰ ਸਾਹਿਬ ਤੋਂ ਪੰਜਾਬ ਵੱਲ ਤੁਰੇ ਕਿ ਪੰਜਾਬ ਨੂੰ ਚੱਲਣ ਨਹੀਂ ਦੇਣਾ, ਤੇ ਉਹਦਾ ਇੱਕ ਸਬੂਤ ਕਿੱਦਾਂ ਹੈ? ਉਹਦਾ ਸਬੂਤ ਇਹ ਹੈ ਕਿ ਜਿਹੜਾ ਇਹ ਬਜਟ ਹੈ, ਇਹ ਫੰਡ ਹੈ, ਇਹ ਰੋਕ ਦਿੱਤਾ ਗਿਆ, ਜਿਹੜਾ ਸਿਹਤ ਸੁਵਿਧਾਵਾਂ ਵਾਸਤੇ ਪੰਜਾਬ ਨੂੰ ਦਿੱਤਾ ਜਾਣਾ। ਇਹ ਚੇਤਾਵਨੀ ਮਿਲ ਗਈ ਹੈ, ਰੋਕਣ ਦੀ ਚੇਤਾਵਨੀ ਮਿਲ ਗਈ ਹੈ। ਹਜੇ ਰੋਕ ਦਿੱਤਾ ਗਿਆ ਕਿ ਨਹੀਂ ਰੋਕ ਦਿੱਤਾ ਗਿਆ, ਇਹ ਹਜੇ ਖਬਰ ਆਣੀ ਬਾਕੀ ਹੈ, ਪਰ ਚੇਤਾਵਨੀ ਜ਼ਰੂਰ ਮਿਲ ਗਈ ਹੈ। ਇਹ ਤੋਂ ਪਹਿਲਾਂ ਸੀ ਇੱਕ ਆਇਆ, ਉਹਦੇ ਵਿੱਚ ਜਿਹੜੀਆਂ ਰੂਰਲ ਯੋਜਨਾਵਾਂ, ਜਿਹੜੀਆਂ ਰੂਰਲ ਡਿਵੈਲਪਮੈਂਟ ਸਕੀਮਸ ਹੈਗੀਆਂ, ਉਹਨਾਂ ਨੂੰ ਰੋਕਣ ਲਈ ਇਹਨਾਂ ਨੇ ਫੰਡਿੰਗ ਬੰਦ ਕਰਤੀ ਸੀ।
ਉਹ ਪਹਿਲਾ ਮਸਲਾ ਹੈਗਾ। ਦੂਜਾ ਮਸਲਾ ਸਿਹਤ ਸਹੂਲਤਾਂ ਦਾ ਆ ਗਿਆ। ਮੋਸਟਲੀ ਇਹ ਵੀ ਪਿੰਡਾਂ 'ਚ ਜ਼ਿਆਦਾ ਹੈਗੀਆਂ, ਸ਼ਹਿਰਾਂ 'ਚ ਸਿਹਤ ਸਹੂਲਤਾਂ ਦਾ ਪਹਿਲੋਂ ਹੀ ਬਰਕਰਾਰ ਹੈਗੀਆਂ, ਪੂਰੀਆਂ ਹੈਗੀਆਂ। ਔਰ ਇਹਨਾਂ ਨੂੰ ਗੁੱਸਾ ਇਸ ਗੱਲ ਦਾ ਹੈਗਾ, ਇਹਨਾਂ ਨੇ ਗਿਲਾ ਇਸ ਗੱਲ ਦਾ ਕੀਤਾ ਹੈਗਾ ਕਿ ਜਿਹੜਾ ਇਹਨਾਂ ਨੇ ਆਪ ਕਲੀਨਿਕ ਬਣਾਏ ਆ, ਜਿਹੜੇ ਸਹੂਲਤਾਂ ਦਿੱਤੀਆਂ ਨੇ ਲੋਕਾਂ ਨੂੰ, ਇਹ ਕਹਿੰਦੇ ਮੁਹੱਲਾ ਕਲੀਨਿਕ, ਮੁਹੱਲਾ ਕਲੀਨਿਕ ਬਣਾਏ ਆਪ ਲਿਖਾਇਆ ਉਹਨਾਂ ਨੂੰ ਉੱਤੇ। ਔਰ ਉਹਨਾਂ ਨੂੰ ਇਹ ਹੈਗਾ ਕਿ ਇੱਕ ਤਾਂ ਪਾਰਟੀ ਦੇ ਨਾਂ 'ਤੇ ਬਣਾਉਂਦੇ ਆ, 500 ਦਾ ਇਹਨਾਂ ਨੇ ਟੀਚਾ ਮਿੱਥ ਲਿਆ, ਜਿਹਦੇ ਵਿੱਚ ਕੁਛ ਇਹਨਾਂ ਨੇ ਹੁਣੇ ਦਿੱਤੇ 26 ਜਨਵਰੀ ਨੂੰ, ਉਹ ਉਹਨਾਂ ਨੇ ਬਣਾ ਕੇ ਪੂਰੇ ਕਰ ਦਿੱਤੇ ਆ ਔਰ ਸਿਹਤ ਸਹੂਲਤਾਂ 'ਚ ਮੁਹੱਈਆ ਕਰ ਦਿੱਤੀਆਂ। ਉਹਨਾਂ ਨੂੰ ਉਸ ਗੱਲ ਦਾ ਬਹੁਤ ਗਿਲਾ ਕਿ ਇਹਦੇ ਲਈ ਇਹ ਆਪਣਾ ਨਾਂ ਬਣਾਈ ਜਾਂਦੇ ਆ, ਫਿਰ ਅਸੀਂ ਕਿਉਂ ਫੰਡ ਦਈਏ। ਉਹਨਾਂ ਦਾ ਮਸਲਾ ਇਹ ਹੈਗਾ ਕਿ ਜੇ ਅਸੀਂ ਉੱਥੋਂ ਫੰਡ ਦੇਵਾਂਗੇ ਫਿਰ ਇਹਨਾਂ ਨੇ ਚਲਾਉਣੇ ਆਪਣੇ ਨਾਂ 'ਤੇ ਹੀ ਆ, ਔਰ ਨਾਂ ਫਿਰ ਭਗਵੰਤ ਮਾਨ ਸਰਕਾਰ ਦਾ ਹੀ ਲੱਗਣਾ ਕਿ ਇਹਨਾਂ ਨੇ ਬਣਾਉਂਦੇ ਆ। ਉਹ ਕਹਿੰਦੇ ਫਿਰ ਅਸੀਂ ਪੈਸਾ ਅਸੀਂ ਖਰਚੀਏ ਤਾਂ ਨਾ ਇਹਨਾਂ ਦਾ ਬਣਦਾ ਜਾਵੇ। ਉਹ ਗੱਲ ਤਾਂ ਦੇ ਨਹੀਂ ਬਣਨੀ, ਅਤੇ ਇਸੇ ਕਰਕੇ ਉਹਨਾਂ ਨੇ ਸਹੂਲਤਾਂ ਹੀ ਬੰਦ ਕਰਨ ਦੀ ਤਜਵੀਜ਼ ਪ੍ਰਪੋਜ਼ਲ ਬਣਾ ਦਿੱਤਾ। ਇਹਦਾ ਮਤਲਬ ਆਲਮੋਸਟ ਇਹ ਬੰਦ ਹੀ ਹੋ ਜਾਣਗੀਆਂ। ਇਹ ਸਿਰਫ ਨਾਮ ਦਾ ਚੱਕਰ ਹੈ ਨਾ, ਅਜੇ ਨਾਮ ਦਾ ਚੱਕਰ ਹੀ ਇਹ ਲੋਕਾਂ ਨੂੰ ਸਹੂਲਤਾਂ ਮਿਲ ਰਹੀਆਂ ਨੇ, ਪਰ ਨਾਮ ਆਮ ਆਦਮੀ ਪਾਰਟੀ ਦਾ ਕਿਉਂ ਹੋਵੇ, ਨਾਮ ਬੀਜੇਪੀ ਦਾ ਹੋਣਾ ਚਾਹੀਦਾ। ਇਹ ਕੀ ਮਸਲਾ ਹੈ? ਇਹ ਤਾਂ ਕਿਸੇ ਦਾ ਨਹੀਂ, ਉਹਨਾਂ ਨੇ ਕਿਹਾ ਬੀਜੇਪੀ ਦਾ ਨਹੀਂ, ਇਹਨਾਂ ਨੇ ਕਿਹਾ ਵੀ ਆਪ ਦਾ ਨਾਮ ਲਿਖਿਆ ਹੈਗਾ। ਹਾਂ, ਪਰ ਮਸਲਾ ਇਹ ਹੈਗਾ ਵਿੱਚੋਂ, ਪਰ ਇਹਦੇ 'ਚ ਵੀ ਹੈਗਾ, ਇਹ ਪੰਜਾਬ ਸਰਕਾਰ ਨੂੰ ਨਹੀਂ ਚਾਹੀਦਾ ਵੀ ਉਹਨਾਂ ਨੂੰ ਸਰਕਾਰੀ ਲਿਖ ਦੇਣ, ਗੌਰਮੈਂਟ ਦੇ ਲਿਖ ਦੇਣ। ਜੇ ਇਹਨਾਂ ਨੇ ਆਪ ਮੁਹੱਲਾ ਲਿਖ ਦਿੱਤੇ ਆ ਤਾਂ ਉਹਦੇ ਵਿੱਚ ਮੁਹੱਲਾ ਆਪ ਦਾ ਨਾਂ ਲਿਖ ਕਹਿਣ, ਇਹ ਵੀ ਬਦਲ ਦੇਣ ਵੀ ਜਾਓ ਪੈਸੇ ਤੇ ਅਸੀਂ ਸਹੂਲਤਾਂ ਦਾ ਨਾਮ ਬਦਲ ਦਿੰਦੇ ਹਾਂ, ਹੈ ਨਾ। ਪੰਜਾਬ ਗੌਰਮੈਂਟ ਵੱਲੋਂ ਨਹੀਂ ਲਿਖਣਾ ਤਾਂ ਪੈਣਾ ਹੀ, ਸਰਕਾਰ ਲਿਖੋ, ਫਿਰ ਸਰਕਾਰੀ ਤਾਂ ਲਿਖਣਾ ਹੀ ਪੈਣਾ ਇਹਨਾਂ ਨੂੰ। ਫਿਰ ਉਹਨਾਂ ਨੇ ਸਰਕਾਰ ਲਿਖ ਦਿਓ, ਫਿਰ ਉਹਨਾਂ ਨੇ ਕਹਿਣਾ ਵੀ ਸਾਡਾ ਬੀਜੇਪੀ ਨੂੰ ਫਿਰ ਇਹ ਚਾਹੀਦਾ ਨਾ ਕਿ ਸੈਂਟਰ ਗਵਰਨਮੈਂਟ ਨੂੰ ਇਹ ਚਾਹੀਦਾ ਕਿ ਇਹਨਾਂ ਨੂੰ ਕਹੋ ਕਿ ਜਦੋਂ ਤੱਕ ਤੁਸੀਂ ਇਹ ਆਪ ਦਾ ਨਾਮ ਉੱਥੋਂ ਨਹੀਂ ਹਟਾਉਂਦੇ ਉਦੋਂ ਤੱਕ ਅਸੀਂ ਫੰਡਸ ਨਹੀਂ ਦੇਵਾਂਗੇ। ਇੱਥੇ ਲਿਖੋ ਪੰਜਾਬ ਸਰਕਾਰ। ਬਿਲਕੁਲ ਇਹ ਸਰਕਾਰੀ ਚੀਜ਼ ਹੈ, ਇਹ ਆਮ ਆਦਮੀ ਪਾਰਟੀ ਦੀ ਕੋਈ ਪਰਸਨਲ ਜਾਗੀਰ ਨਹੀਂ ਹੈ। ਔਰ ਜਿਹੜੇ ਆਲਰੇਡੀ ਚੱਲਦੇ ਪਏ ਨੇ ਉੱਥੇ ਕਲੀਨਿਕਸ, ਚਾਹੇ ਪਿੰਡਾਂ 'ਚ ਨੇ ਚਾਹੇ ਕਿਤੇ ਵੀ ਨੇ, ਉਹਨਾਂ ਦਾ ਕੀ ਹਾਲ ਹੈ, ਉਹਨਾਂ ਦੇ ਸੁਧਾਰ ਦਾ ਕੀ ਕੀਤਾ, ਨਵੇਂ ਬਣਾਉਣ ਦੀ ਲੋੜ ਕੀ ਪੈ ਗਈ ਸੀ। ਠੀਕ ਹੈ ਨਾ। ਇਹ ਹਰ ਗੱਲ ਨੂੰ, ਕਿਉਂਕਿ ਆਮ ਆਦਮੀ ਪਾਰਟੀ ਹਰ ਗੱਲ ਨੂੰ ਇਵੈਂਟ ਬਣਾਉਂਦੀ ਹੈ ਕਿ ਅਸੀਂ ਚਮਕਣੇ ਚਾਹੀਦੇ, ਇਦਾਂ ਥੋੜਾ ਕੋਈ ਚਮਕਣਾ ਨਹੀਂ। ਪਹਿਲਾਂ ਚਮਕੋਗੇ, ਕੰਮਾਂ ਨਾਲ ਚਮਕੋਗੇ, ਇਦਾਂ ਦਿਖਾਵਾ ਕਰਨ ਨਾਲ ਥੋੜਾ ਕੰਮ ਤੇ ਕੰਮ ਜਿੰਨਾ ਲੋਕਾਂ ਨੂੰ ਚਾਹੀਦਾ, ਜਿਹੜੇ ਲੋਕ ਚਾਹੁੰਦੇ ਨੇ ਉਹ ਕਿਉਂ ਸਹੂਲਤਾਂ ਤੇ ਪ੍ਰੋਵਾਈਡ ਕਰੋ। ਹੁਣ ਜਿਸ ਤਰ੍ਹਾਂ ਨਾ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੀ ਜਿਹੜੀਆਂ ਲਿੰਕ ਸੜਕਾਂ ਹੈਗੀਆਂ ਪ੍ਰਧਾਨ ਮੰਤਰੀ ਦੇ ਨਾਂ 'ਤੇ ਹੈਗੀਆਂ, ਹੁਣ ਉਹਦੇ 'ਤੇ ਜਿਹੜੀਆਂ ਮੀਲ ਪੱਥਰ ਰੱਖਦੇ ਜਾਂ ਉਹਦੇ 'ਤੇ ਨਾਂ ਲਿਖਿਆ ਜਾਂਦਾ, ਉਹ 'ਤੇ ਕਈ ਵਾਰੀ ਮੁੱਖ ਮੰਤਰੀ ਪੰਜਾਬ ਹੁੰਦਾ ਬਹੁਤ ਵਾਰੀ, ਔਰ ਉਹ ਸਕੀਮ ਕੇਂਦਰ ਦੀ ਹੈ। ਔਰ ਉਹਦੇ ਵਿੱਚ ਇੱਕ ਪਹਿਲੀ ਸੀ ਇੰਦਰਾ ਗਾਂਧੀ ਆਵਾਸ ਯੋਜਨਾ, ਇੰਦਰਾ ਗਾਂਧੀ ਦੇ ਨਾਂ 'ਤੇ ਸੀ। ਜਦੋਂ ਪ੍ਰਧਾਨ ਮੰਤਰੀ ਉਹ ਚੱਲਦੀ ਆਈ, ਇਸ ਸਰਕਾਰ ਨੇ ਪ੍ਰਧਾਨ ਮੰਤਰੀ ਕੱਲਾ ਰਹਿਣ ਤਾ ਕੱਢ ਦਿੱਤਾ, ਨਾਂ ਬਾਈ ਨੇਮ ਵੀ ਨਹੀਂ ਚਾਹੀਦਾ ਹੈ ਨਾ। ਉਹ 'ਚ ਪ੍ਰਧਾਨ ਮੰਤਰੀ ਤਾਂ ਇਕੁਅਲ ਸਾਰਿਆਂ ਲਈ ਹੈ, ਐਨੀ ਪਰਸਨ ਵਿਲ ਬੀ ਜਿਹੜਾ ਹੋਏਗਾ ਪ੍ਰਧਾਨ ਮੰਤਰੀ ਆਫ ਇੰਡੀਆ। ਹੁਣ ਜਿੱਥੇ ਇੱਥੇ ਲੋਕ ਵੀ ਖੜੇ ਹੋਣੇ ਚਾਹੀਦੇ ਨੇ। ਜੇ ਬੀਜੇਪੀ ਕਵੇ ਕਿ ਸਾਡਾ ਨਾਮ ਲਿਖਿਆ ਜਾਵੇ, ਉਹ ਵੀ ਗਲਤ ਹੈ। ਕੇਂਦਰ ਸਰਕਾਰ ਯੋਜਨਾ, ਜਿਹਦਾ ਪ੍ਰਧਾਨ ਮੰਤਰੀ ਯੋਜਨਾ, ਪ੍ਰਧਾਨ ਮੰਤਰੀ ਇੱਕ ਅਹੁਦਾ ਹੈ, ਪ੍ਰਧਾਨ ਮੰਤਰੀ ਤਾਂ ਕੋਈ ਵੀ ਹੋ ਸਕਦਾ ਹੈ। ਮੁੱਖ ਮੰਤਰੀ ਯੋਜਨਾ ਹੋ ਸਕਦੀ ਹੈ, ਮੁੱਖ ਮੰਤਰੀ ਮੁਹੱਲਾ ਕਲੀਨਿਕ ਹੋ ਸਕਦੇ ਨੇ, ਅਹੁਦੇ ਦਾ ਨਾਮ ਆ। ਮੁੱਖ ਮੰਤਰੀ ਤਾਂ ਕੋਈ ਵੀ ਹੋ ਸਕਦਾ ਹੈ। ਆਮ ਆਦਮੀ ਪਾਰਟੀ ਆਪ ਦਾ ਕੋਈ ਠੇਕਾ ਥੋੜਾ ਲਿੱਤਾ ਹੋਇਆ ਕਿ ਆਪ ਹੀ ਇੱਥੇ ਚਮਕਦੀ ਪਈ ਹੈ ਹਰ ਥਾਂ ਦੇ ਉੱਤੇ। ਠੇਕਾ ਤੇ ਲਿੱਤਾ ਹੋਇਆ ਅਹੁਦਿਆਂ ਨੇ, ਠੀਕ ਹੈ ਨਾ। ਜਿਹੜੇ ਸੰਵਿਧਾਨ ਦੇ ਮੁਤਾਬਿਕ ਅਹੁਦੇ ਨੇ, ਉਹਨਾਂ ਨੇ ਠੇਕਾ ਲਿੱਤਾ ਹੋਇਆ ਭਾਰਤ ਦੀ ਜਨਤਾ ਦਾ। ਗਵਰਨਮੈਂਟ ਹਸਪੀਟਲ ਲਿਖ ਦਿਓ ਬਸ, ਪੰਜਾਬ ਆਵੇ ਨਾ ਜਾਵੇ, ਗਵਰਨਮੈਂਟ ਹਸਪੀਟਲ। ਉਹਨਾਂ ਨੇ ਲੋਕਾਂ ਦਾ ਗਵਰਨਮੈਂਟ ਹਸਪੀਟਲ ਠੇਕਾ ਦਾ ਮਤਲਬ ਉਹਨਾਂ ਨੇ ਲੋਕਾਂ ਦੀ ਜ਼ਿੰਮੇਵਾਰੀ ਲਿੱਤੀ ਹੋਈ ਹੈ। ਜ਼ਿੰਮੇਵਾਰੀ ਜਿਹੜੀ ਹੈ ਉਹ ਉਹਨਾਂ ਦੇ ਸਿਰ ਦੇ ਉੱਤੇ ਹੈ, ਜਿਹੜੇ ਅਹੁਦੇਦਾਰ ਨੇ ਜਾਂ ਸਰਕਾਰ ਹੈ। ਇਹਦੇ ਉੱਤੇ ਕਿਸੇ ਪਾਰਟੀ ਦਾ ਨਾਂ ਜਾਂ ਕਿਸੇ ਇੰਡੀਵਿਜੂਅਲ ਦਾ ਨਾਂ, ਜਿਵੇਂ ਇੰਦਰਾ ਗਾਂਧੀ ਆਵਾਸ ਯੋਜਨਾ ਗਲਤ, ਪ੍ਰਧਾਨ ਮੰਤਰੀ ਆਵਾਸ ਯੋਜਨਾ ਬਹੁਤ ਵਧੀਆ। ਉਵੇਂ ਹੀ ਇਹ ਮੁੱਖ ਮੰਤਰੀ ਮੁਹੱਲਾ ਕਲੀਨਿਕ ਹੋਣ ਜਾਂ ਪੰਜਾਬ ਸਰਕਾਰ ਮੁਹੱਲਾ ਕਲੀਨਿਕ ਹੋਣ, ਠੀਕ ਹੈ। ਇੱਥੇ ਆਪ ਦਾ ਨਾਮ ਠੀਕ ਨਹੀਂ ਹੈ, ਠੀਕ ਹੈ ਨਾ। ਕਿਉਂਕਿ ਇਹ ਇਦਾਂ ਦੇ ਸ਼ਬਦਾਂ ਦਾ ਇਸਤੇਮਾਲ ਜਨਤਾ ਕਰਦੀ ਹੈ ਕਿ ਉਹਨੇ ਠੇਕਾ ਲਿੱਤਾ ਹੈ, ਉਹਨੇ ਠੇਕਾ ਲਿੱਤਾ ਹੋਇਆ। ਇਹ ਸਾਰੀ ਇਹ ਜਨਤਾ ਦੀ ਸ਼ਬਦਾਵਲੀ ਜਿਹੜੀ ਅਸੀਂ ਇਸਤੇਮਾਲ ਕਰਦੇ ਹਾਂ। ਕਾਰਨ ਇਹ ਹੈ ਕਿ ਜਨਤਾ ਸਤੀ ਪਈ ਹੈ, ਅੱਕੀ ਪਈ ਹੈ, ਥੱਕੀ ਪਈ ਹੈ ਕਿ ਬਹੁਤ ਹੋ ਗਿਆ ਯਾਰ ਤਮਾਸ਼ਾ। ਇਹ ਤਮਾਸ਼ੇ ਬੰਦ ਕਰ ਦਿਓ। ਵਾਕਈ ਸਾਡੇ ਵਾਸਤੇ ਕੁਝ ਕਰਨਾ ਹੈ ਤਾਂ ਸਿੱਧੀ ਤਰ੍ਹਾਂ ਨਾਲ ਕਰੋ। ਇਹ ਖੇਡਣਾ ਆਪਸ ਦੇ ਵਿੱਚ ਰਾਜਨੀਤੀ ਬੰਦ ਕਰ ਦਿਓ। ਇੱਕ ਹੋਰ ਸੀ ਜਿਹੜੀ ਐਂਬੂਲੈਂਸ ਸੀ ਨਾ, ਐਂਬੂਲੈਂਸ 'ਤੇ ਇੱਕ ਵਾਰੀ ਉਹਦੇ 'ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ, ਉਹਨਾਂ ਦੀ ਫੋਟੋ ਹੁੰਦੀ ਸੀ। 108 ਨੰਬਰ ਐਂਬੂਲੈਂਸ ਦਾ ਹੁੰਦਾ ਸੀ ਤੇ ਉਹਦੇ 'ਤੇ ਸੀਗਾ। ਉਦੋਂ ਜਿਹੜੀ ਆਪ ਸਰਕਾਰ ਹੈ, ਇਹਨਾਂ ਨੇ ਰੌਲਾ ਪਾਇਆ ਸੀਗਾ, ਭਗਵੰਤ ਮਾਨ ਜੀ ਨੇ ਵੀ ਕਿਹਾ ਸੀਗਾ, ਔਰ ਉਹਦੇ ਵਿੱਚ ਹੋਰ ਵੀ ਆਪੋਜੀਸ਼ਨ ਜਿਹੜੀਆਂ ਪਾਰਟੀਆਂ ਸੀ ਉਹਨਾਂ ਨੇ ਕਿਹਾ ਸੀਗਾ ਕਿ ਇੰਡੀਵਿਜੂਅਲ ਫੋਟੋ ਨਹੀਂ ਹੋਣੀ ਚਾਹੀਦੀ। ਗੱਲ ਤਾਂ ਉਹਨਾਂ ਦੀ ਠੀਕ ਸੀਗੀ ਕਿ ਉਹਦੇ ਵਿੱਚ ਪੰਜਾਬ ਸਰਕਾਰ ਲਿਖ ਦਿਓ, ਨਾ ਕਿ ਫੋਟੋ ਹੈ ਕਿ ਨਹੀਂ। ਫੋਟੋ ਦਾ ਬਾਦਲ ਸਾਹਿਬ ਦੀ, ਵੱਡੇ ਬਾਦਲ ਸਾਹਿਬ ਦੀ ਫੋਟੋ ਰਹੀ ਹੈ, ਉਹਦੇ 'ਤੇ ਸੀਗੀ ਐਂਬੂਲੈਂਸ ਦੇ ਉੱਤੇ। ਐਂਬੂਲੈਂਸ 'ਤੇ ਉਹ ਫਿਰ ਉਹਨਾਂ ਨੇ ਕਟਵਾਈ ਕੱਢ ਦਿੱਤੀ ਗਈ। ਔਰ ਕਈ ਬੱਸਾਂ ਦੇ ਤੁਸੀਂ ਦੇਖੋ, ਜਿਹੜੀ ਪੰਜਾਬ ਰੋਡਵੇਜ਼ ਦੀਆਂ, ਪੈਪਸੂ ਦੀਆਂ ਬੱਸਾਂ, ਉਹਨਾਂ 'ਤੇ ਮੁੱਖ ਮੰਤਰੀ ਪੰਜਾਬ ਦੀਆਂ ਸਾਰੀ ਸਜੇ ਵੀ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਸੀ। ਉਹਨਾਂ ਤੋਂ ਬਾਅਦ ਫਿਰ ਆ ਗਏ ਕੈਪਟਨ ਸਾਹਿਬ ਤੋਂ ਬਾਅਦ ਆ ਗਏ ਚੰਨੀ ਦੀਆਂ ਲੱਗ ਗਈਆਂ ਫੋਟੋ।
ਇਹ ਕੀ ਪਤਾ ਲੱਗਦਾ ਕਿ ਇਹ ਪੈਸਾ ਇਹਨਾਂ ਨੇ ਦਿੱਤਾ, ਆਪਣੇ ਬਟੂਏ 'ਚੋਂ ਦਿੱਤਾ। ਗੌਰਮੈਂਟ ਦਾ ਪੈਸਾ ਬੱਸਾਂ ਦੀ ਜਿਹੜਾ ਹੈਗਾ ਟਿਕਟ ਜੀ ਹੈਗੀ ਆ, ਤਾਂ ਆਮ ਟਿਕਟ ਹੈਗੀ ਆ, ਲੋਕਾਂ ਲਈ ਪਬਲਿਕ ਦੀ ਟਿਕਟ ਹੈਗੀ ਆ। ਕੈਨੇਡਾ ਅਮਰੀਕਾ ਚਲ ਜਾਓ, ਉੱਥੇ ਤੁਸੀਂ $200 ਦਿੱਤਾ ਤਾਂ ਕਈ ਮਹੀਨੇ ਉੱਤੇ ਬੱਸਾਂ ਦੇ ਬੈਠੇ ਰਹੋ। ਕਦੀ ਉੱਥੇ ਜਸਟਿਨ ਟਰੂਡੋ ਦੀ ਫੋਟੋ ਨਹੀਂ, ਕਿਤੇ ਉੱਤੇ ਓਬਾਮਾ ਸਾਹਿਬ ਦੀ ਵੀ ਨਹੀਂ ਫੋਟੋ ਰਹੀ, ਤੇ ਨਾ ਬਾਈਡਨ ਸਾਹਿਬ ਦੀ ਫੋਟੋ ਰਹੀ। ਸਾਡੇ ਇਹ ਇੰਡੀਵਿਜੂਅਲ ਜਿਹੜੀਆਂ ਗੱਲਾਂ ਨੇ ਵਿਅਕਤੀਗਤ ਤੌਰ 'ਤੇ ਆਪਣੇ ਆਪ ਨੂੰ ਹਾਈਲਾਈਟ ਕਰਨੀਆਂ, ਜਿਹੜੀਆਂ ਇਹ ਗੱਲਾਂ ਸਾਡੇ ਜਿਹੜੀ ਪੋਲੀਟਿਕਸ ਆ ਇਹਦੇ ਵਿੱਚ ਹੈਗੀਆਂ। ਇਹਨਾਂ ਨੂੰ ਇਹ ਨਹੀਂ ਪਤਾ ਪੈਸਾ ਤਾਂ ਲੋਕਾਂ ਦਾ ਹੈਗਾ, ਪਬਲਿਕ ਦਾ ਹੈਗਾ। ਜੇ ਤੁਸੀਂ ਕਰਨਾ ਤਾਂ ਲੋਕਾਂ ਦੀਆਂ ਫੋਟੋ ਦੇ ਦਿਓ, ਗੁਲਾਮ ਜਾਂ ਸ਼ਹੀਦਾਂ ਦੀਆਂ ਫੋਟੋ ਦਿਓ ਜਿਨ੍ਹਾਂ ਨੇ ਦੇਸ਼ ਕੌਮ ਲਈ ਕੰਮ ਕੀਤਾ। ਉਹ ਨਾ ਭੁੱਲ ਜਾਂਦੇ ਆ, ਉਹ ਉਦੋਂ ਸਹੁੰ ਵੇਲੇ ਲੈਂਦੇ ਆ। ਸੰਵਿਧਾਨ ਦਾ ਚੇਤਾ ਉਦੋਂ ਉਹਨਾਂ ਦਾ ਰਹਿੰਦਾ, ਭਗਤ ਸਿੰਘ ਦਾ, ਰਾਜਗੁਰੂ ਸੁਖਦੇਵ ਜੀ ਦਾ ਉਦੋਂ ਰਹਿੰਦਾ ਜਦੋਂ ਇਹਨਾਂ ਨੇ ਉਪਾਧੀ ਗ੍ਰਹਿਣ ਕਰਨੀ ਆ। ਮੁੜ ਕੇ ਭੁੱਲ ਜਾਂਦੇ ਸਾਰਾ ਕੁਝ। ਫਿਰ ਸਾਡੀ ਫੋਟੋ ਲਾ ਦਿਓ ਜੀ, ਬੱਸਾਂ 'ਤੇ ਲਾ ਦਿਓ ਜੀ, ਹੈ ਨਾ, ਕੰਧਾਂ 'ਤੇ ਲਾ ਦਿਓ ਜੀ, ਹਸਪਤਾਲਾਂ ਦੇ ਅੱਗੇ ਲਾ ਦਿਓ ਜੀ, ਹੈ ਨਾ, ਐਂਬੂਲੈਂਸ 'ਤੇ ਲਾ ਦਿਓ ਜੀ। ਇਹ ਪਤਾ ਨਹੀਂ ਕੀ ਤਮਾਸ਼ਾ ਦੇਖਣਾ ਚਾਹੀਦਾ ਕਿ ਸਾਡਾ ਉਹ ਕੰਟਰੀਬਿਊਸ਼ਨ ਹੈ, ਸਾਡਾ ਉਹ ਯੋਗਦਾਨ ਹੈ ਜੋ ਭਗਤ ਸਿੰਘ ਦਾ ਯੋਗਦਾਨ। ਹਾਂ, 5 ਸਾਲਾਂ 'ਚ ਕੀ ਕਰ ਦੋਗੇ ਦੇਸ਼ ਲਈ, ਸੂਬੇ ਲਈ? 4-5 ਸਾਲਾਂ 'ਚ ਤਾਂ ਤੁਹਾਨੂੰ ਆਪਣੀਆਂ ਬੋਰੀਆਂ ਭਰਨ ਜੋਗਾ ਟਾਈਮ ਨਹੀਂ ਹੈਗਾ, ਬਾਕੀ ਕੀ ਕਰਨਾ ਤੁਸੀਂ? ਹਾਂ, ਬਸ ਇਹ ਕੁਝ ਚੱਲੀ ਜਾਂਦਾ ਜੀ। ਇਧਰੋਂ ਫੰਡ ਰੋਕ ਦਿਓ, ਉਧਰੋਂ ਫੰਡ ਰੋਕ ਦਿਓ, ਕਿਉਂਕਿ ਉਹ ਸਾਡੇ ਪੋਲਿਟਿਕਸ ਨੂੰ ਸੂਟ ਨਹੀਂ ਕਰਦਾ, ਉਹ ਸਾਡੇ ਪੋਲਿਟਿਕਸ ਨੂੰ ਸੂਟ ਨਹੀਂ ਕਰਦਾ। ਲੋਕਾਂ ਲਈ ਫੰਡ ਹੈਗਾ, ਇਹ ਭਗਵੰਤ ਮਾਨ ਦਾ ਫੰਡ ਤਾਂ ਨਹੀਂ। ਇਹ ਲੋਕਾਂ ਦੀ ਸਹੂਲਤਾਂ ਲਈ ਫੰਡ ਹੈਗਾ, ਲੋਕਾਂ ਦੇ ਵਿੱਚ ਹੈਗਾ। ਤੁਹਾਡੀ ਗੱਲ ਸਹੀ ਹੈ, ਨਾ ਉਹ ਲਿਖਣ, ਨਾ ਇਹ ਲਿਖਣ। ਜੇ ਲਿਖਣਾ ਹੈ ਤਾਂ ਕਿਸੇ ਸ਼ਹੀਦ ਦੇ ਨਾਂ ਲਿਖ ਦੇਣ। ਉਹਨਾਂ 'ਤੇ ਅੰਬੇਦਕਰ ਸਾਹਿਬ ਨੇ ਕੰਮ ਕੀਤਾ, ਉਹਨਾਂ ਦਾ ਨਾਂ ਲਿਖ ਦਿਓ। ਹੋਰ ਸਾਡੇ ਬੜੇ ਸ਼ਖਸੀਅਤਾਂ ਨੇ ਪੰਜਾਬ ਦੀਆਂ, ਦੇਸ਼ ਦੀਆਂ, ਕੌਮ ਦੀਆਂ, ਉਹਨਾਂ ਦੇ ਨਾਂ ਲਿਖੋ। ਬਿਲਕੁਲ ਜੀ। ਔਰ ਜਿਹੜਾ ਕਿਉਂਕਿ ਇੱਕ ਕਠੋਰ ਸ਼ਬਦਾਵਲੀ ਹੈ, ਇਹ ਪਬਲਿਕ ਦੀ ਸ਼ਬਦਾਵਲੀ ਹੈ ਕਿ ਉਹਨੇ ਠੇਕਾ ਲਿੱਤਾ, ਉਹਨੇ ਠੇਕਾ ਲਿੱਤਾ। ਵੈਸੇ ਗੱਲ ਇਹ ਹੈ ਜ਼ਿੰਮੇਵਾਰੀ ਲਿੱਤੀ ਹੈ, ਉਹਨੇ ਜ਼ਿੰਮੇਵਾਰੀ ਲਿੱਤੀ ਹੈ, ਉਹਨੇ ਜ਼ਿੰਮੇਵਾਰੀ ਲਿੱਤੀ ਹੈ। ਐਕੂਰੇਟ ਸ਼ਬਦ ਇਹ ਹੈ। ਪਰ ਜਦੋਂ ਜਨਤਾ ਖਿਜੀ ਹੋਈ ਹੈ, ਉਹ ਜਨਤਾ ਦੀ ਸ਼ਬਦਾਵਲੀ ਇਹ ਹੈ, ਸਾਨੂੰ ਉਹ ਸ਼ਬਦਾਵਲੀ ਜਨਤਾ ਦਾ ਰੋਸ਼ ਦੱਸਣ ਵਾਸਤੇ ਉਹ ਇਸਤੇਮਾਲ ਕਰਨੀ ਪੈਂਦੀ ਹੈ। ਹਾਲਾਂਕਿ ਸਿੱਧੀ ਗੱਲ ਇਹ ਹੈ ਕਿ ਜ਼ਿੰਮੇਵਾਰੀ ਲਿੱਤੀ ਹੋਈ ਹੈ, ਅਹੁਦਿਆਂ ਨੇ ਜ਼ਿੰਮੇਵਾਰੀ ਲਿੱਤੀ ਹੋਈ ਹੈ, ਤੇ ਆਪਣੀ ਜ਼ਿੰਮੇਵਾਰੀ ਨਿਭਾਓ। ਪਰ ਇਹ ਕਹਿ ਰਹੇ ਕਿ ਪੰਜਾਬ 'ਚ ਕਿਉਂ ਬੰਦ ਹੋ ਰਹੇ ਸੈਂਟਰ ਵੱਲੋਂ, ਜਦੋਂ ਕਿ ਉਹਨਾਂ ਨੂੰ ਸ਼ੁਰੂ ਕਰਨੇ ਚਾਹੀਦੇ, ਨਾ ਕਿ ਬੰਦ ਕਰਨੇ ਚਾਹੀਦੇ। ਜਿਹੜੇ ਇਹਨਾਂ ਨੇ ਵਿਚਾਰਿਆਂ ਨੇ ਲਏ ਆ, ਜਿਹੜਾ ਡਿਸੀਜਨ ਲੈਂਦੇ ਉਹਨੂੰ ਬੂਸਟ ਤਾਂ ਕਰੋ। ਜੇ ਬੂਸਟ ਨਹੀਂ ਕਰ ਸਕਦੇ ਤਾਂ ਚੁੱਪ ਹੀ ਹੋ ਜਾਓ, ਕਿਉਂਕਿ ਇਹ ਪੈਸਾ ਲਾਉਣਗੇ ਕਿਤੇ ਨਾ ਕਿਤੇ। ਇਹਨਾਂ ਨੇ ਅਨਾਉਂਸ ਕੀਤਾ, ਮੈਨੀਫੈਸਟੋ 'ਚ ਇਹਨਾਂ ਨੇ ਕੀਤਾ, ਇਹਨਾਂ ਨੂੰ ਸਿਰੇ ਲਾਉਣਾ ਹੀ ਪੈਣਾ। ਤੇ ਤੁਸੀਂ ਇਹਦੇ ਵਿੱਚ ਲੱਤ ਅੜਾਓਗੇ ਜਾਂ ਝਿੜਕਾ ਪਾਓਗੇ ਜਾਂ ਇਹਨੂੰ ਰੋਕੋਗੇ ਤਾਂ ਉਹ ਫਿਰ ਲੋਕ ਤੁਹਾਡੇ ਨਾਲ ਗੁੱਸੇ 'ਚ ਆਉਣਗੇ। ਬਿਲਕੁਲ ਗੁੱਸੇ 'ਚ ਆਉਣਗੇ। ਔਰ ਅੱਗੇ ਇੱਕ ਹੋਰ ਗੁੱਸੇ ਵਾਲੀ ਗੱਲ ਇਹ ਵੀ ਹੋ ਰਹੀ ਹੈ ਕਿ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਰੇ ਯਤਨ ਕੀਤੇ ਜਾ ਰਹੇ ਨੇ, ਸ਼੍ਰੋਮਣੀ ਕਮੇਟੀ ਵੱਲੋਂ ਵੀ, ਹੋਰ ਵੀ ਜਥੇਬੰਦੀਆਂ ਕਰ ਰਹੀਆਂ ਨੇ। ਸਰਕਾਰ ਵੱਲੋਂ ਹਜੇ ਕੋਈ ਪੱਖੀ ਹੁੰਗਾਰਾ ਵੇਖਣ ਨੂੰ ਨਹੀਂ ਮਿਲ ਰਿਹਾ। ਇਹ ਤੁਹਾਨੂੰ ਪਤਾ ਕਿ ਚੰਡੀਗੜ੍ਹ ਮੋਹਾਲੀ ਅਜੇ ਤੱਕ ਉਹ 10ਵੇਂ 12ਵੇਂ ਦਿਨ 'ਚ ਪਹੁੰਚ ਗਈ ਆ, ਜਿਹਦੇ ਵਿੱਚ ਸਾਰੀਆਂ ਜਿੰਨੀਆਂ ਏਜੰਸੀਆਂ ਨੇ, ਜਥੇਬੰਦੀਆਂ ਨੇ ਇਕੱਠੀਆਂ ਹੋ ਗਈਆਂ। ਉਹਦੇ 'ਚ ਇਹ ਮੁੱਦਾ, ਅਹਿਮ ਮੁੱਦਾ, ਔਰ ਉਹਦੇ ਵਿੱਚ ਇਹਨਾਂ ਨੇ ਕਹਿਤਾ ਕਿ ਜਿਹੜੇ ਬੰਦੀ ਉੱਥੇ ਬੈਠੇ ਨੇ ਰਿਹਾ ਨਹੀਂ ਕੀਤੇ ਗਏ, 26 ਜਨਵਰੀ ਨੂੰ ਉਡੀਕਦੇ ਰਹੇ ਵੀ ਹੋ ਜਾਣਗੇ, ਉਹਨਾਂ ਦੀ ਲਿਸਟ ਬਣ ਗਈ ਹੋਗੀ, ਪਹੁੰਚ ਜਾਣਗੇ। ਇਹਨਾਂ ਨੇ ਲੈਟਰ ਲਿਖ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਭੇਜਿਆ, ਪ੍ਰਧਾਨ ਮੰਤਰੀ ਸਾਹਿਬ ਨੂੰ ਭੇਜਿਆ, ਪਰ ਉਹਦੇ ਵੱਲੋਂ ਕੋਈ ਉੱਧਰੋਂ ਰਿਐਕਸ਼ਨ ਨਹੀਂ ਆਇਆ। ਫਿਰ ਇਹਨਾਂ ਨੇ ਸ਼੍ਰੋਮਣੀ ਕਮੇਟੀ ਨੇ ਇੱਕ ਸਾਈਨ ਕੰਪੇਨ ਚਲਾਤੀ, ਲੋਕਾਂ ਦੇ ਸਾਈਨ ਕਰਾਏ, ਔਰ ਉਹ ਬੜੀ ਦੂਰ ਤੱਕ ਚਲੇ ਗਏ। ਹਰ ਗੁਰਦੁਆਰੇ 'ਚ, ਹਰ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ 'ਚ ਬਹਿ ਕੇ ਲੋਕ ਜਦੋਂ ਇਕੱਠੇ ਹੁੰਦੇ ਸੀ ਉੱਤੇ ਸਾਈਨ ਕਰਦੇ ਸੀ। ਉਹ ਸਾਈਨ ਕਰਕੇ ਵੀ ਭੇਜਦੇ ਉਹਨਾਂ ਨੂੰ, ਉਹਦੇ 'ਤੇ ਨਾ ਨੌਕਰੀ ਰਹੀ, ਕੋਈ ਗੱਲ ਨਹੀਂ ਬਣੀ। ਹੁਣ ਇਹਨਾਂ ਨੇ ਫਿਰ ਮੁਜ਼ਾਹਰਾ ਕਰ ਦਿੱਤਾ, ਪ੍ਰਦਰਸ਼ਨੀ ਕੀਤੀ ਆ ਆਪਣੇ ਮੋਹਾਲੀ ਔਰ ਚੰਡੀਗੜ੍ਹ, ਔਰ ਉਹਦੇ ਵਿੱਚ ਬੜੇ ਦਿਨਾਂ ਤੋਂ ਹੋ ਰਿਹਾ, ਵਿਧਾਨ ਸਭਾ ਵੱਲ ਨੂੰ ਵੱਧ ਰਹੇ ਆ, ਔਰ ਦਿਨ ਦਿਨ ਜਥੇ ਅੱਗੇ ਜਾ ਰਹੇ ਆ। ਔਰ ਉਹਦੇ ਵਿੱਚ ਇਹਨਾਂ ਨੇ ਕਹਿ ਦਿੱਤਾ ਕਿ ਇੱਕ ਤਾਂ ਕਿਸਾਨਾਂ ਦੇ ਕੁਛ ਆਪਣੇ ਮਸਲੇ, ਕੁਛ ਰਿਹਾਈ ਬਾਰੇ ਵੀ ਆ, ਪਰ ਉਹਨਾਂ ਨੇ ਕਹਿਤਾ ਵੀ ਜੇ ਨਾ ਹੁਣ ਤੱਕ ਹੋਇਆ ਤਾਂ ਫਿਰ ਅਸੀਂ ਆਪਣੇ ਤਰੀਕੇ ਨਾਲ ਨਜਿੱਠਾਂਗੇ। ਜਿਸ ਤਰ੍ਹਾਂ ਦਿੱਲੀ ਵਿੱਚ ਕਿਸਾਨ ਅੰਦੋਲਨ ਹੋਇਆ ਸੀਗਾ, 1.5 ਸਾਲ ਚੱਲਦਾ ਰਿਹਾ, ਕਹਿੰਦੇ ਅਸੀਂ ਇਹਨੂੰ ਮੁਲਤਵੀ ਨਹੀਂ ਕਰਾਂਗੇ, ਅਸੀਂ ਉਸੇ ਤਰ੍ਹਾਂ ਚੱਲਦੇ ਰੱਖਾਂਗੇ ਇਹਨੂੰ, ਤੇ ਜੇ ਨਹੀਂ ਪੂਰਾ ਹੋਊਗਾ ਤਾਂ ਗਲਤ ਗੱਲ ਹੈ। ਵੈਸੇ ਜੇ ਰਿਹਾਈ ਉਹਨਾਂ ਦੀ ਹੋ ਚੁੱਕੀ ਆ, ਉਹਨਾਂ ਦੀ ਲਿਸਟ ਬਣੀ ਆ, 20 ਬੰਦਿਆਂ ਦੀ ਇਹਨਾਂ ਭੇਜੀ ਆ, ਉਹਨਾਂ ਨੂੰ ਤਾਂ ਘਰ ਭੇਜਣਾ ਚਾਹੀਦਾ। ਸਜ਼ਾ ਭੁਗਤ ਚੁੱਕੇ ਆ, ਉਹਨਾਂ ਵਿੱਚ ਕੋਈ ਇਹਨਾਂ ਦਾ ਇਹ ਨਹੀਂ ਹੈਗਾ ਕਿ ਉਹਨੂੰ ਸਜ਼ਾ ਬਾਕੀ ਆ। ਤਾਂ ਔਰ ਜੁਡੀਸ਼ਰੀ ਨੇ ਜੋ ਉਹਨਾਂ ਨੂੰ ਲਿਖ ਕੇ ਦਿੱਤਾ ਸੀ ਵੀ ਇਹਨਾਂ ਨੂੰ ਆਹ ਸਜ਼ਾ ਦਿੱਤੀ ਜਾਣੀ ਆ, ਉਹਨਾਂ ਨੇ ਉਹ ਪੂਰੀ ਦੀ ਪੂਰੀ ਕਰ ਲਈ ਆ। ਹੁਣ ਆਪਣੇ ਬੱਚਿਆਂ 'ਚ ਤਾਂ ਆ ਜਾਣ, ਇਹਦੋਂ ਵੱਡਾ ਪੁੰਨ ਕੋਈ ਨਹੀਂ ਹੋਊਗਾ ਜੋ ਕਰ ਦਿੱਤਾ ਜਾਵੇ। ਬਿਲਕੁਲ ਠੀਕ ਕਹਿੰਦੇ ਹੋ, ਕਿਉਂਕਿ ਹਿਊਮਨ ਰਾਈਟਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਉਦੋਂ ਮਨੁੱਖੀ ਅਧਿਕਾਰਾਂ ਦੀ ਜਦੋਂ ਗੱਲ ਕੀਤੀ ਜਾਂਦੀ ਹੈ, ਉਦੋਂ ਇਹ ਸਮੱਸਿਆਵਾਂ ਪੈਦਾ ਹੁੰਦੀਆਂ ਨੇ। ਸੋ ਜਦੋਂ ਤੱਕ ਮਨੁੱਖੀ ਅਧਿਕਾਰਾਂ ਨੂੰ ਅਸੀਂ ਪੂਰੀ ਤਰ੍ਹਾਂ ਨਹੀਂ ਲਾਗੂ ਕਰਦੇ ਆਮ ਜੀਵਨ ਦੇ ਵਿੱਚ ਵੀ, ਉਦੋਂ ਤੱਕ ਇਹ ਸਭ ਗੱਲਾਂ ਦਾ ਜੋ ਹੈ ਨਾ ਇੱਕ ਨਕਾਰਾਤਮਕ ਅਸਰ ਪੈਂਦਾ ਹੈ ਭਾਰਤ ਦੇ ਉੱਤੇ, ਭਾਰਤ ਦੀ ਜਨਤਾ ਦੇ ਮਨਾਂ ਦੇ ਉੱਤੇ। ਲੋ ਜੀ ਬਲਕਾਰ ਜੀ, ਹੁਣ ਬੰਦੀ ਸਿੰਘਾਂ ਦੇ ਮਸਲੇ ਤੋਂ ਆਪਾਂ ਅੱਗੇ ਤੁਰਦੇ ਹਾਂ। ਸ਼੍ਰੋਮਣੀ ਕਮੇਟੀ ਯਤਨ ਕਰ ਰਹੀ ਹੈ, ਤੇ ਹੁਣ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਹਾਂ ਕਿ ਜਿਹੜੀ ਉਹਨਾਂ ਦੀ ਅਨੁਸ਼ਾਸਨੀ ਕਮੇਟੀ ਹੈ,
ਉਹਨਾਂ ਨੇ ਇੱਕ ਡਿਸੀਜਨ ਲਿੱਤਾ, ਇੱਕ ਐਕਸ਼ਨ ਲਿੱਤਾ ਹੈ ਕਿ ਜਿਹੜੇ ਸੀਨੀਅਰ ਆਗੂ ਨੇ ਕਰਨੈਲ ਸਿੰਘ ਪੰਜੌਰੀ, ਹਾਂ ਉਹਨਾਂ ਨੂੰ ਅਕਾਲੀ ਦਲ ਚੋਂ ਬਾਹਰ ਕੱਢ ਦਿੱਤਾ। ਹਾਂ ਵੈਸੇ ਐਸਜੀਪੀਸੀ ਵੱਲੋਂ ਪਹਿਲਾਂ ਵੀ ਇਹਨਾਂ ਨੇ ਕਈ ਮੈਂਬਰ ਸਾਹਿਬਾਨ ਨੂੰ ਆਪਣੇ ਸਾਰੀ ਕਮੇਟੀ ਚੋਂ ਬਾਹਰ ਕੱਢ ਦਿੱਤਾ ਸੀਗਾ ਅਕਾਲੀ ਦਲ ਚੋਂ, ਜਿਸ 'ਚ ਬੀਬੀ ਜਗੀਰ ਕੌਰ ਦਾ ਨਾਮ ਵੀ ਆਉਂਦਾ, ਔਰ ਉਹ 'ਚ ਜਗਮੀਤ ਬਰਾੜ ਦਾ ਨਾਮ ਆਉਂਦਾ, ਔਰ ਉਹਦੇ ਚੋਂ ਬ੍ਰਹਮਪੁਰਾ ਸਾਹਿਬ ਦਾ ਨਾਮ ਆਉਂਦਾ, ਸੇਵਾ ਸਿੰਘ ਸੇਖਵਾਂ ਦਾ ਨਾਮ ਆਉਂਦਾ, ਔਰ ਇਸ ਤਰ੍ਹਾਂ ਕਈ ਸੀਨੀਅਰ ਅਕਾਲੀ ਦਲ ਦੇ ਜਿਹੜੇ ਆਗੂ ਸੀ ਉਹਨਾਂ ਨੂੰ ਇਹਨਾਂ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ। ਔਰ ਉਹਦੇ ਵਿੱਚ ਇਹ ਗੱਲ ਹੁਣ ਆਈ ਹੈ, ਪੰਜੋਲੀ ਸਾਹਿਬ ਕਰਨੈਲ ਸਿੰਘ ਪੰਜੋਲੀ ਵੀ ਆਗੂ ਨੇ, ਅਧਿਕਾਰੀ ਨੇ, ਇਹਨਾਂ ਨੂੰ ਉਹਨਾਂ ਨੇ ਕਿਹਾ ਕਿ ਜਿਹੜਾ ਡਿਸਪਲਿਨ ਤੋਂ ਬਾਹਰ ਚਲੇ ਗਿਆ, ਇਹਨਾਂ ਨੇ ਕੋਈ ਗੱਲ ਜਿਹੜੀ ਆ ਪਾਰਟੀ ਦੇ ਹਿੱਤ ਦੀ ਨਹੀਂ ਕੀਤੀ। ਔਰ ਉਹਦੇ ਵਿੱਚ ਸਿਕੰਦਰ ਸਿੰਘ ਮਲੂਕਾ ਜੀ ਇਸ ਜਿਹੜੀ ਅਨੁਸ਼ਾਸਨ ਕਮੇਟੀ ਆ ਉਹਦੇ ਪ੍ਰਧਾਨ ਨੇ, ਔਰ ਉਹਨਾਂ ਨੇ ਡਿਸੀਜਨ ਲਿਆ, ਔਰ ਉਹਨਾਂ ਨੇ ਕਿਹਾ ਕਿ ਅਸੀਂ ਪਹਿਲੀ ਵਾਰ ਇਹਨਾਂ ਨੂੰ ਬੁਲਾਇਆ ਵੀ ਸੀਗਾ, ਉਹਦੇ ਨਾਲ ਮੀਟਿੰਗ ਵੀ ਉਹਨਾਂ ਦੀ ਕੀਤੀ ਸੀ, ਔਰ ਮੀਟਿੰਗ ਕਰਨ ਤੋਂ ਬਾਅਦ ਕੋਰ ਕਮੇਟੀ ਇੱਕ ਬਣਾਈ ਸੀ, ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕੋਰ ਕਮੇਟੀ 'ਚ ਕਿ ਆਹ ਮੈਂਬਰ ਜਿਹੜੇ ਆ ਅਨੁਸ਼ਾਸਨ ਦੇ ਅੰਡਰ ਕੰਮ ਨਹੀਂ ਕਰਦੇ, ਔਰ ਉਹਨਾਂ ਨੂੰ ਜਾਂ ਤਾਂ ਬਾਹਰ ਕੱਢ ਦਿੱਤਾ ਜਾਵੇ ਜਾਂ ਉਹਨਾਂ ਨੂੰ ਇੱਕ ਵਾਰੀ ਬੁਲਾ ਕੇ ਸਮਝਾਇਆ ਜਾਵੇ। ਜਦੋਂ ਆਉਂਦੇ ਇਹਨਾਂ ਨੂੰ ਕਰਨੈਲ ਸਿੰਘ ਪੰਜੋਲੀ ਜੀ ਉਹਨਾਂ ਨੂੰ ਬੁਲਾਇਆ ਸੀਗਾ, ਤੇ ਪਰ ਇਹ ਉਦੋਂ ਤਾਂ ਮੰਨ ਗਏ ਵੀ ਇਹਦੇ ਬਾਅਦ ਕੁਝ ਨਹੀਂ ਹੋਊਗਾ, ਪਰ ਫਿਰ ਇਹਨਾਂ ਦੀ ਗਤੀਵਿਧੀਆਂ ਜਿਹੜੀਆਂ ਉਹ ਇਹਨਾਂ ਦੀ ਪਾਰਟੀ ਦੇ ਅਗੇਂਸਟ ਚੱਲਦੀਆਂ ਰਹੀਆਂ। ਫਿਰ ਇਹਨਾਂ ਨੇ ਕਿਹਾ ਕਿ ਜੇ ਤੁਸੀਂ ਅੱਜ ਜਾਣਾ ਜਾਂ ਕੱਲ੍ਹ ਜਾਣਾ, ਇਸ ਤਰ੍ਹਾਂ ਦੀ ਗੱਲ ਹੈ, ਅਸੀਂ ਮਤਾ ਪਾਸ ਕਰ ਲਿਆ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਬਜਟ ਆਉਣ ਤੋਂ ਪਹਿਲਾਂ ਇਹ ਮਾਰਚ 'ਚ ਇਹਨਾਂ ਦੀ ਮੀਟਿੰਗ ਆ ਐਸਜੀਪੀਸੀ ਦੇ ਬਜਟ ਦੀ, ਤਾਂ ਉਹ ਆਉਣ ਤੋਂ ਪਹਿਲਾਂ ਜੇ ਤੁਸੀਂ ਗੱਲ ਮੰਨ ਜਾਓਗੇ ਤਾਂ ਠੀਕ ਹੈ, ਨਹੀਂ ਤਾਂ ਫਿਰ ਅਸੀਂ ਤੁਹਾਨੂੰ ਇੱਥੋਂ ਅਲਵਿਦਾ ਕਹਿ ਦਾਂਗੇ। ਤਾਂ ਉਹ ਫਿਰ ਉਹਨਾਂ ਨੇ ਸ਼ਾਇਦ ਇਹਨਾਂ ਦੀ ਗੱਲ ਨੂੰ ਅਣਗੌਲਿਆ ਕਰ ਦਿੱਤਾ। ਫਿਰ ਅੱਜ ਦੀ ਨਿਊਜ਼ ਹੈਗੀ, ਇਹਨਾਂ ਦਾ ਨਾਮ ਬਹੁਤ ਅੱਛਾ ਨਾਮ ਆ, ਬੜਾ ਅੱਛੇ ਕੰਮ ਕੀਤੇ ਆ ਪੰਜੋਲੀ ਸਾਹਿਬ ਨੇ, ਔਰ ਇਹਨਾਂ ਨੇ ਅੱਜ ਇਹ ਅਨਾਉਂਸ ਕਰ ਦਿੱਤਾ ਮਲੂਕਾ ਸਾਹਿਬ ਨੇ ਵੀ ਇਹ ਅੱਜ ਪਾਰਟੀ 'ਚੋਂ ਬਰਖਾਸਤ ਕਰ ਦਿੱਤੇ ਗਏ, ਹੁਣ ਪਾਰਟੀ 'ਚ ਨਹੀਂ ਆਉਣਗੇ, ਕਿਉਂਕਿ ਇਹਨਾਂ ਨੇ ਕਿਹਾ ਕਿ ਅੱਗੇ ਜਿੰਨੇ ਵੀ ਗੁਰਚਰਨ ਸਿੰਘ ਗਰੇਵਾਲ ਸਾਹਿਬ ਤੋਂ ਹੋਰ ਜਨਰਲ ਸਕੱਤਰ ਨੇ ਜਿਹੜੀ ਕਮੇਟੀ ਬਣਾਈ ਉਹਨਾਂ ਨੇ ਆਪਣੇ ਬਜਟ ਦੀ, ਅਤੇ ਉਹ ਬਜਟ ਦੇ ਬਾਰੇ ਆਪਾਂ ਬਾਅਦ 'ਚ ਗੱਲ ਕਰਾਂਗੇ। ਤਾਂ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਅਸੀਂ ਉਹਨਾਂ ਦੀ ਵੀ ਸਲਾਹ ਲਈ ਆ ਕਿ ਉਹਦੇ ਵਿੱਚ ਆਉਣ ਵਾਲੇ ਬਜਟ ਦੇ ਵਿੱਚ ਅਸੀਂ ਕਈ ਯੋਜਨਾਵਾਂ ਬਣਾਉਣੀਆਂ, ਔਰ ਉਦੋਂ ਪਹਿਲਾਂ ਅਸੀਂ ਸਾਰੇ ਜਿਹੜੇ ਕਰਤਾ ਧਰਤਾ ਲੋਕ ਨੇ ਉਹਨਾਂ ਨਾਲ ਬਹਿ ਕੇ ਸਲਾਹ ਮਸ਼ਵਰਾ ਕਰ ਲਈਏ ਕਿ ਸਾਡਾ ਬਜਟ ਬਹੁਤ ਵੱਡਾ ਵਾ, ਅਸੀਂ ਚਾਹੁੰਦੇ ਹਾਂ ਕਿ ਲੋਕਾਂ ਦੇ ਅਕੋਰਡਿੰਗ ਚੱਲਿਆ ਜਾਵੇ। ਇਹ ਹੁਣ ਉਹਨਾਂ ਦੇ ਨਾਲ ਤਾਲਮੇਲ ਨਹੀਂ ਰੱਖਿਆ, ਉਹਨਾਂ ਕੱਢ ਕੇ ਬਾਹਰਲਾ ਰਸਤਾ ਦਿਖਾ ਦਿੱਤਾ, ਔਰ ਉਹਦੇ ਪਹਿਲਾਂ ਵੀ ਬੜੀਆਂ ਖਾਸ ਸ਼ਖਸੀਅਤਾਂ ਜਿਹੜੀਆਂ ਇਸ ਪਾਰਟੀ 'ਚੋਂ ਬਾਹਰ ਕੱਢ ਦਿੱਤੀਆਂ ਗਈਆਂ। ਔਰ ਮੇਰਾ ਖਿਆਲ ਹੈ ਕਿ ਉਹ ਤੋਂ ਬਾਅਦ ਜਿਹੜੇ ਉਹ ਸੀਗੇ ਪਾਰਟੀ ਦੇ ਪਹਿਲੇ ਆਗੂ, ਉਹ 'ਚ ਬ੍ਰਹਮਪੁਰਾ ਸਾਹਿਬ ਦੀ ਤਾਂ ਡੈਥ ਹੋ ਗਈ ਆ, ਉਹ ਤਾਂ, ਅਤੇ ਸੇਖਵਾਂ ਸਾਹਿਬ ਉਹ ਵੀ ਨਹੀਂ ਇਸ ਜਗਤ 'ਤੇ ਰਹੇ, ਔਰ ਉਹਦੇ ਵਿੱਚੋਂ ਬੀਬੀ ਜਗੀਰ ਕੌਰ ਜਿਹੜੀ ਇੰਨਾ ਵੱਡੀ ਵੋਟ ਬੈਂਕ ਸੀਗੀ ਅਕਾਲੀ ਦਲ ਦਾ, ਉਹਨਾਂ ਨਾਲ ਵੀ ਉਹਨਾਂ ਨੇ ਪ੍ਰਧਾਨਗੀ ਦੇ ਵਿੱਚੋਂ ਲੜਾਈ ਕਰਕੇ ਅਤੇ ਉਹਨਾਂ ਨੇ ਪ੍ਰਧਾਨਗੀ ਨਹੀਂ ਜਿੱਤ ਸਕੇ। ਉਹਦੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਦੁਬਾਰਾ ਹਰਜਿੰਦਰ ਸਿੰਘ ਧਾਮੀ ਜੀ ਬਣ ਗਏ, ਔਰ ਇਹਦੇ ਨਾਲ ਲਗਾਤਾਰ ਕਈ ਇਹਨਾਂ ਨੇ ਸ਼ਖਸੀਅਤਾਂ ਨੂੰ ਬਾਹਰ ਦੇ ਰਸਤੇ ਦਿਖਾ ਦਿੱਤੇ। ਔਰ ਮੇਰਾ ਖਿਆਲ ਹੈ ਜਦੋਂ ਪਾਰਟੀ ਚੱਲਦੀ ਹੈ ਨਾ, ਬਾਦਲ ਸਾਹਿਬ ਜਦੋਂ ਇਹਦੀ ਕਮਾਂਡ ਸੰਭਾਲਦੇ ਸੀਗੇ, ਬਾਦਲ ਸਾਹਿਬ ਦੇ ਕੋਲ ਸੀ ਸਾਰਾ ਕੁਝ, ਉਦੋਂ ਸਾਰੇ ਰਜ਼ਾਮੰਦ ਸੀਗੇ। ਜਦੋਂ ਦੇ ਸੁਖਬੀਰ ਬਾਦਲ ਆ ਗਿਆ, ਉਹਦੇ ਵਿੱਚ ਬਹੁਤ ਲੋਕ ਜਿਹੜੇ ਇਹਨਾਂ ਦੇ ਮੈਂਬਰ ਨੇ ਉਹ ਦੁਖੀ ਵੀ ਹੋ ਗਏ, ਔਰ ਕਈ ਆਖਾ ਵੀ ਨਹੀਂ ਮੰਨਦੇ, ਕਈ ਕੁਛ ਇਹਨਾਂ ਦੇ ਵਿੱਚ ਤੋੜ ਭੰਨ ਲੱਗੀ ਰਹੀ ਆ। ਉਹ ਹੁਣ ਇਸੇ ਕਰਕੇ ਹੀ ਇਹ ਪਾਰਟੀ ਥੋੜ੍ਹੀ ਥੋੜ੍ਹੀ ਜਿਹੜੀ ਆ ਉਹ ਟੁੱਟਦੀ ਜਾ ਰਹੀ ਆ। ਉਸੇ ਕਰਕੇ ਟੁੱਟਣ ਨਾਲ ਕਈ ਸ਼ਖਸੀਅਤਾਂ ਇਹਨਾਂ ਵਿੱਚੋਂ ਨਿਕਲ ਚੁੱਕੀਆਂ, ਕਈ ਆ ਵੀ ਰਹੀਆਂ, ਔਰ ਜਿਨ੍ਹਾਂ ਨੇ ਇਹਨਾਂ ਦੇ ਪਾਰਟੀ ਲਈ ਬਹੁਤ ਕੰਮ ਕੀਤਾ, ਅਕਾਲੀ ਦਲ ਲਈ ਬਹੁਤ ਕੰਮ ਕੀਤਾ, ਸਹੂਲਤਾਂ ਦੀ ਲੋਕਾਂ ਦੇ ਲਈ ਕੰਮ ਕੀਤਾ, ਧਾਰਮਿਕ ਸਥਾਨਾਂ ਲਈ ਕੰਮ ਕੀਤਾ, ਉਹ ਹੁਣ ਬਿਲਕੁਲ ਉੱਥੇ ਆਪਣੀ ਥੋੜ੍ਹੀ ਜਿਹੀ ਰੱਖਣਾ ਚਾਹੁੰਦੇ ਸੀ ਵੀ ਅਸੀਂ ਕੰਮ ਆਹ ਕਰਵਾ ਲਈਏ, ਹੋਰ ਕਰਵਾ ਲਈਏ, ਉਹ ਸ਼ਾਇਦ ਉਹਨਾਂ ਦੇ ਮੰਨੇ ਨਹੀਂ ਗਏ, ਤਾਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ। ਇਹ ਇਸ ਵੇਲੇ ਮਸਲਾ ਜਿਹੜਾ ਜ਼ਿਆਦਾ ਚਮਕਦਾ ਰਿਹਾ। ਬਿਲਕੁਲ ਚਮਕਦਾ ਰਿਹਾ ਜੀ। ਗੱਲ ਸਿਰਫ ਇੰਨੀ ਹੈ ਨਾ ਕਿ ਜਿਹੜਾ ਅਸੀਂ ਸ਼ੁਰੂ ਤੋਂ ਆਪਾਂ ਬਾਰ-ਬਾਰ ਗੱਲ ਕਰਦੇ ਹਾਂ ਕਿ ਜੋ ਬੇਸ ਹੈ, ਜਿਨ੍ਹਾਂ ਨੇ ਅਕਾਲੀ ਦਲ ਬਣਾਇਆ ਸ਼ੁਰੂ ਤੋਂ, 100 ਸਾਲ ਪੁਰਾਣੀ ਪਾਰਟੀ ਹੈ, ਸੋ ਜਿਨ੍ਹਾਂ ਨੇ ਬੇਸ ਬਣਾਇਆ, ਪੰਥ ਦੀਆਂ ਲੀਹਾਂ ਤੇ ਤੁਰੇ, ਜਦੋਂ ਉਹ ਤੋਂ ਭਟਕ ਗਏ ਆ ਤਾਂ ਫਿਰ ਰਿਜ਼ਲਟ ਸਹੀ ਕਿੱਦਾਂ ਆ ਸਕਦੇ ਨੇ? ਭਟਕੇ ਵਾਕਈ ਗੱਲ ਸਹੀ ਹੈ। ਜੇ ਤੁਸੀਂ ਉਸੇ ਟਰੈਕ ਤੇ ਵਾਪਸ ਆਓ ਜੋ ਬਜ਼ੁਰਗਾਂ ਨੇ ਬਣਾਏ ਨੇ, ਤੁਹਾਡੀ ਪਾਰਟੀ ਦੇ ਬਜ਼ੁਰਗਾਂ ਨੇ, ਤਾਂ ਤੁਹਾਡਾ ਕੋਈ ਨਾ ਕੋਈ ਇੱਦਾਂ ਦਾ ਕੰਮ ਸਾਹਮਣੇ ਆ ਸਕਦਾ ਹੈ ਕਿ ਜਨਤਾ ਤੁਹਾਨੂੰ ਪਸੰਦ ਕਰੇ, ਔਰ ਮੁੜ ਤੋਂ ਤੁਹਾਨੂੰ ਪੰਜਾਬ ਦੀ ਸਿਆਸਤ, ਪੰਜਾਬ ਦੀ ਵਜ਼ਾਰਤ ਸੌਂਪਣ ਬਾਰੇ ਸੋਚੇ। ਅੱਜ ਤੁਸੀਂ ਲੋਕਾਂ ਦੀ ਸੋਚ ਦਾ ਹਿੱਸਾ ਨਹੀਂ ਰਹਿ ਗਏ ਹੋ। ਉਹਦੇ ਕਾਰਨ ਇਹ ਨੇ ਕਿ ਤੁਸੀਂ ਜਨਤਾ ਦੀ ਸੋਚ ਦੀ ਪਰਵਾਹ ਨਹੀਂ ਕੀਤੀ, ਤੁਸੀਂ ਆਪਣੀ ਪਰਵਾਹ ਕੀਤੀ ਔਰ ਆਪਣੀਆਂ ਚਲਾਈਆਂ। ਅਤੇ ਹੁਣ ਜਦੋਂ ਜਨਤਾ ਨੇ ਆਪਣੀ ਚਲਾਈ ਹੈ ਤਾਂ ਤੁਹਾਨੂੰ ਸਿਰਫ 3 ਸੀਟਾਂ 'ਤੇ ਸਮੇਟ ਕੇ ਬਿਠਾ ਦਿੱਤਾ। ਸੋ ਇਹ ਨਤੀਜੇ, ਕਿਉਂਕਿ ਕੰਮ ਤਾਂ ਆਪਣੇ ਹੀ ਨੇ,
ਜਿਹੜੇ ਲੋਕਾਂ ਦੇ ਵਿੱਚ ਸਾਨੂੰ ਨਾਮ ਵੀ ਖੱਟ ਕੇ ਦਿੰਦੇ ਨੇ ਤੇ ਬਦਨਾਮ ਵੀ ਕਰਦੇ ਨੇ। ਕੰਮ ਤਾਂ ਆਪਣੇ ਹੀ ਨੇ। ਉਹਨੇ ਕਿਹੜੇ ਕੰਮਾਂ ਕਰਕੇ ਬਦਨਾਮੀ ਹੋਈ, ਕਿਹੜੇ ਕੰਮਾਂ ਕਰਕੇ ਨਾਮ ਖੱਟਿਆ ਗਿਆ, ਇਹ ਇੱਕ ਤਰ੍ਹਾਂ ਨਾਲ ਜਿਹੜੀ ਅਨੁਸ਼ਾਸਨੀ ਕਮੇਟੀ ਹੈ ਉਹਨੂੰ ਇਹ ਵੀ ਦੇਖਣਾ ਚਾਹੀਦਾ ਹੈ। ਠੀਕ ਹੈ, ਤੁਸੀਂ ਬੰਦਿਆਂ ਨੂੰ ਕੱਢੀ ਜਾਂਦੇ ਹੋ ਜਿਨ੍ਹਾਂ ਨੂੰ ਤੁਸੀਂ ਨਹੀਂ ਸਮਝਦੇ ਹੋ ਕਿ ਤੁਹਾਡੇ ਵਿੱਚ ਰਹਿ ਸਕਦੇ ਨੇ, ਤੁਹਾਨੂੰ ਸੂਟ ਨਹੀਂ ਕਰਦੇ, ਠੀਕ ਹੈ, ਪਰ ਨਾਲ ਦੀ ਨਾਲ ਇਹ ਵੀ ਕੋਖੋ, ਇਹ ਜਿਹੜਾ ਮੰਥਨ ਸ਼ਬਦ ਬਾਰ-ਬਾਰ ਕਰਦੇ ਹੋ ਨਾ, ਤਾਂ ਮੰਥਨ ਵੀ ਕਰੋ ਕਿ ਕੀ ਗੱਲ ਹੈ ਕਿ ਅਸੀਂ ਪੰਥ ਦੀਆਂ ਲੀਹਾਂ ਤੋਂ ਕਿਉਂ ਭਟਕ ਗਏ ਤੇ ਅੱਜ ਅਸੀਂ ਕਿੱਥੇ ਖੜੇ ਹਾਂ ਤੇ ਲੋਕਾਂ ਦੇ ਵਿੱਚ ਸਾਡਾ ਸਥਾਨ ਕੀ ਹੈ, ਲੋਕਾਂ ਦੀ ਸੋਚ ਦੇ ਵਿੱਚ ਸਾਡਾ ਸਥਾਨ ਕੀ ਹੈ। ਆਪਾਂ ਅੱਗੇ ਚੱਲਦੇ ਹਾਂ। ਸ਼੍ਰੋਮਣੀ ਕਮੇਟੀ ਦਾ ਆਉਣ ਵਾਲਾ ਬਜਟ ਲੋਕਾਂ ਦੇ ਦਿੱਤੇ ਹੁੰਗਾਰੇ ਨਾਲ ਹੀ ਬਣੇਗਾ, ਕਿਉਂਕਿ ਤੁਸੀਂ ਬਜਟ ਦਾ ਜ਼ਿਕਰ ਕੀਤਾ ਤੇ ਮੈਂ ਕਿਹਾ ਚਲੋ ਬਜਟ ਦੀ ਗੱਲ ਹੀ ਆਪਾਂ ਲੈ ਲੈਂਦੇ ਹਾਂ। ਲੱਗਦੇ ਆ ਨਾ, ਕੋਰਿਲੇਟ ਕਰ ਰਹੇ ਸਾਰੇ ਜਿੰਨੇ ਆਪਣੇ ਮਸਲੇ ਜੀ। ਬਜਟ ਦੀ ਗੱਲ ਹੁਣ ਆਪਾਂ ਕਰਦੇ ਹਾਂ। ਹਾਂ, ਇਹਨਾਂ ਨੇ ਇੱਕ ਤਾਂ ਐਪ ਬਣਾਈ ਸੀ ਨਾ, ਜਿਹਦੇ ਵਿੱਚ ਇਹਨਾਂ ਨੇ ਆਪਣੀ ਸ਼੍ਰੋਮਣੀ ਕਮੇਟੀ ਦੀ ਜਿਹੜੀ ਉਹਨਾਂ ਦੀ ਐਪ ਸੀਗੀ, ਉਹਦੇ ਵਿੱਚ ਇਹਨਾਂ ਨੇ ਦੇ ਦਿੱਤਾ ਸੀਗਾ ਕਿ ਸਾਰੇ ਲੋਕ ਰਿਐਕਟ ਕਰਨ, ਲੋਕ ਦੱਸਣ ਕਿ ਅੱਗੇ ਆਉਣ ਵਾਲੇ ਬਜਟ ਦੇ ਵਿੱਚ ਅਸੀਂ ਕੀ ਕੁਝ ਕਰਨਾ ਚਾਹੁੰਦੇ ਹਾਂ। ਔਰ ਉਹਦੇ ਵਿੱਚ ਉਹਨਾਂ ਦੇ ਸੁਝਾਅ ਮੰਗੇ ਸੀ ਸਾਰਿਆਂ ਦੇ ਲਈ, ਔਰ ਲੋਕਾਂ ਨੇ ਦਿੱਤੇ ਵੀ ਆ। ਔਰ ਐਤਕੀ ਉਹਨਾਂ ਨੇ ਕਹਿਤਾ ਕਿ ਜੋ ਅਸੀਂ ਬਜਟ ਦਾ ਅਗਲਾ ਪੜਾਅ ਆ, ਜੋ ਅਸੀਂ ਬਣਾਉਣਾ ਚਾਹ ਰਹੇ ਹਾਂ ਬਜਟ ਨੂੰ, ਉਹਦੇ ਵਿੱਚ ਜੋ ਸਹੂਲਤਾਂ ਨੇ ਲੋਕਾਂ ਨਾਲ ਮਿਲਦੀਆਂ ਜੁਲਦੀਆਂ ਹੋਣਗੀਆਂ, ਔਰ ਜੋ ਲੋਕਾਂ ਦਾ ਹੰਗਾਰਾ ਮਿਲਿਆ ਉਹਦੇ ਤੱਕ ਅਸੀਂ ਪਹੁੰਚਾਂਗੇ ਔਰ ਉਹਨੂੰ ਪੂਰੇ ਦਾ ਪੂਰੀ ਉਹੀ ਨੁਹਾਰ ਦੇਵਾਂਗੇ। ਗੁਰਚਰਨ ਸਿੰਘ ਗਰੇਵਾਲ ਨੇ, ਮੀਤ ਪ੍ਰਧਾਨ, ਉਹਨਾਂ ਨੇ ਕਹਿਤਾ ਕਿ ਅਗਲੀ ਮੀਟਿੰਗ ਜਿਹੜੀ ਹੈਗੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੋਣੀ ਆ ਮਾਰਚ ਵਿੱਚ, ਉਹਦੇ ਵਿੱਚ ਫਿਰ ਇਹ ਦੁਬਾਰਾ ਡਿਸਕਸ ਹੋਊਗਾ ਕਿ ਅਸੀਂ ਕੀ ਕੁਝ ਕਰਨਾ ਚਾਹੁੰਦੇ ਹਾਂ। ਔਰ ਇਹਨਾਂ ਦਾ ਬਜਟ ਜਿਹੜਾ ਸ਼੍ਰੋਮਣੀ ਅਕਾਲੀ ਦਲ ਕਮੇਟੀ ਦਾ ਜਿਹੜਾ ਬਜਟ ਹੈਗਾ, ਉਹ ਬਜਟ ਸਿਰਫ ਦਿੱਲੀ ਆਪਣੀ ਸਰਕਾਰ ਨਾਲੋਂ ਦੂਜੇ ਨੰਬਰ 'ਤੇ ਆ। ਉਹ ਵੀ ਅਰਬਾਂ ਖਰਬਾਂ 'ਚ ਹੀ ਹੈ ਬਜਟ, ਇਹਨਾਂ ਕੋਲ ਇੰਨਾ ਪੈਸਾ ਹੁੰਦਾ। ਔਰ ਉਹਦੇ ਵਿੱਚ ਜੋ ਕੁਝ ਕਰਦੇ ਨੇ, ਉਹਦੇ ਵਿੱਚ ਕੁਝ ਇੰਪਲਾਈ ਵੀ ਇਹਨਾਂ ਦੇ ਬਹੁਤ ਹੈਗੇ ਆ, ਗੱਡੀਆਂ ਵੀ ਬਹੁਤ ਚੱਲਦੀਆਂ ਹੈਗੀਆਂ, ਗੁਰੂ ਕਾ ਲੰਗਰ ਵੀ ਜਿਹੜਾ ਚੱਲ ਰਿਹਾ, ਔਰ ਜੋ ਸੇਵਾ ਚੱਲ ਰਹੀ ਹੈ ਬਾਕੀ ਗੁਰਦੁਆਰਿਆਂ ਦੇ ਵਿੱਚ, ਉਹ ਸਾਰੇ ਗੁਰਦੁਆਰਿਆਂ ਦੇ ਵਿੱਚ 186 ਦੇ ਕਰੀਬ ਇਹਨਾਂ ਕੋਲ ਜਿਹੜੇ ਧਾਰਮਿਕ ਸਥਾਨ ਵੀ ਇਹਨਾਂ ਦੇ ਅੰਡਰ, ਉਹ ਤੋਂ ਵੀ ਇਹਨਾਂ ਨੂੰ ਇਨਕਮ ਆਉਂਦੀ ਆ। ਲੋਕ ਵੀ ਦਸਵੰਧ ਦਿੰਦੇ ਆ ਔਰ ਬੜਾ ਕੁਝ ਪੈਸਾ ਇਕੱਠਾ ਹੁੰਦਾ, ਔਰ ਉਹ ਕੁਝ ਪੈਸੇ ਦਾ ਤਾਂ ਪਤਾ ਨਹੀਂ ਲੱਗਦਾ ਕਿੰਨਾ ਪੈਸਾ ਆ ਰਿਹਾ, ਔਰ ਅਜੇ ਤੱਕ ਵੀ ਆ ਰਿਹਾ। ਔਰ ਬਜਟ ਦੇ ਵਿੱਚ ਉਹ ਵੀ ਪਾ ਲੈਂਦੇ ਆ ਕਿ ਕਿੰਨਾ, ਪਹਿਲਾਂ ਇਹਨਾਂ ਨੇ ਦੱਸ ਹੀ ਦਿਓ ਬਜਟ ਜੇ ਹੁੰਦਾ ਕਿ ਕਿੰਨਾ ਖਰਚ ਹੋ ਚੁੱਕਿਆ, ਕਿੰਨਾ ਆ ਚੁੱਕਿਆ, ਅਗਲੀ ਪਲਾਨਿੰਗ ਕੀ ਹੈਗੀ ਆ। ਉਹਨਾਂ ਨੇ ਸਾਰਾ ਖਾਕਾ ਬਣਾ ਕੇ ਉੱਤੇ ਆਪਣੇ ਫੇਸਬੁੱਕ 'ਤੇ ਪਾਤਾ, ਔਰ ਉਹਦੇ ਵਿੱਚ ਜਿੰਨੇ ਇਹਨਾਂ ਦੀ ਐਪ ਦੇ ਰਾਹੀਂ ਲੋਕ ਖੋਲ੍ਹਦੇ ਨੇ, ਉਹਦੇ ਵਿੱਚੋਂ ਪਤਾ ਲੱਗ ਰਿਹਾ ਕਿ ਹੁਣ ਅਸੀਂ ਕੀ ਸੁਝਾਅ ਦੇ ਸਕਦੇ ਹਾਂ। ਔਰ ਉਹਦੇ ਵਿੱਚ ਇਹਨਾਂ ਨੇ ਇਹ ਵੀ ਕਿਹਾ, ਜਿਹਦੇ ਵਿੱਚ ਧਰਮ ਪ੍ਰਚਾਰ, ਜਿਹਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼, ਜਿਹਦੇ ਵਿੱਚ ਗੁਰਬਾਣੀ ਦੇ ਸ਼ਲੋਕ, ਜਿਹਦੇ ਵਿੱਚ ਕਈ ਕਿਤਾਬਾਂ ਧਾਰਮਿਕ, ਉਹ ਸਾਰੇ ਜਿਹੜੀਆਂ ਕਿਤਾਬਾਂ ਵਾ ਉਹਨਾਂ ਨੂੰ ਪਬਲਿਸ਼ ਕਰਕੇ ਫ੍ਰੀ ਆਫ ਕਾਸਟ ਵੰਡਦੇ ਆ। ਕੁਝ ਤਾਂ ਥੋੜ੍ਹੇ ਬਹੁਤ ਮਿਨੀਮਮ ਪ੍ਰਾਈਸ ਦੇ ਵਿੱਚ ਹੈਗੇ, ਕਈ ਫ੍ਰੀ ਹੈਗੇ, ਉਹ ਵੀ ਉਹਦੇ ਇਸੇ ਬਜਟ 'ਚ ਆਉਂਦੇ ਆ। ਔਰ ਉਹਦੇ ਵਿੱਚ ਸਕੂਲ ਕਾਲਜ ਬਹੁਤ ਹੈਗੇ ਇਹਨਾਂ ਦੇ, ਹਰਕ੍ਰਿਸ਼ਨ ਪਬਲਿਕ ਸਕੂਲ ਹੈਗੇ ਆ, ਔਰ ਯੂਨੀਵਰਸਿਟੀਆਂ ਬਹੁਤ ਇਹਨਾਂ ਦੇ ਕੋਲ ਹੈਗੀਆਂ, ਮੈਡੀਕਲ ਜਿਹੜੇ ਹਸਪੀਟਲ ਆ ਉਹ ਵੀ ਬਹੁਤ ਹੈਗੇ ਆ। ਔਰ ਇਹ ਕਰਕੇ ਗੌਰਮੈਂਟ ਵਾਲਾ ਕੰਮ ਹੀ ਹੈਗਾ ਇਹਨਾਂ ਕੋਲ, ਜਿਹਦੇ ਵਿੱਚ ਧਾਰਮਿਕ ਸਥਾਨ ਤਾਂ ਹੈ ਹੀ ਆ, ਬਾਕੀ ਲੋਕਾਂ ਦੇ ਭਲੇ ਲਈ ਬੜੇ ਕੰਮ ਕਰ ਰਹੇ ਆ, ਔਰ ਸਾਰਾ ਕੁਝ ਇਹਨਾਂ ਕੋਲ ਹੈ। ਹੁਣ ਉਹ ਇਸ ਬਜਟ ਦੇ ਵਿੱਚ ਸਾਰਾ ਉਲੀਕਿਆ ਜਾਣਾ ਕਿ ਲੋਕਾਂ ਲਈ ਅਸੀਂ ਕੀ ਕਰਨਾ ਚਾਹ ਰਹੇ, ਲੋਕ ਕੀ ਮੰਗਦੇ ਆ। ਐਤਕੀ ਲੋਕਾਂ ਦੀ ਰਿਐਕਸ਼ਨ ਲੈ ਲਏ ਇਹਨਾਂ ਨੇ ਕਿ ਲੋਕਾਂ ਦੀ ਪ੍ਰਤੀਕਿਰਿਆ ਕੀ ਹੋਗੀ। ਲੋਕਾਂ ਦੀ ਪ੍ਰਤੀਕਿਰਿਆ ਦੇ ਅਕੋਰਡਿੰਗ ਅਸੀਂ ਚਾਹੁੰਦੇ ਹਾਂ ਕਿ ਲੋਕ ਜੋ ਚਾਹੁੰਦੇ ਨੇ, ਜਨਤਾ ਜੋ ਚਾਹੁੰਦੀ ਹੈਗੀ ਆ, ਅਸੀਂ ਉਹੀ ਕੰਮ ਕਰੀਏ। NRI ਵੀਰਾਂ ਨੇ ਵੀ ਇਹਦੇ ਵਿੱਚ ਬੜੇ ਸੁਝਾਅ ਦਿੱਤੇ, ਬਾਹਰਲੇ ਦੇਸ਼ਾਂ 'ਚ ਜਿਹੜੇ ਬੈਠੇ ਨੇ, ਕਿਉਂਕਿ ਇਹ ਕਿਹੜਾ ਇਕੱਲੇ ਇੰਡੀਆ 'ਚ ਆਉਣੀ ਹੈ। ਔਰ ਇਹ ਬੜਾ ਅੱਛਾ ਕੰਮ ਕੀਤਾ। ਜਿਸ ਤਰ੍ਹਾਂ ਕਿ ਭਗਵੰਤ ਮਾਨ ਜੀ ਨੇ ਵੀ ਜਦੋਂ ਫਾਈਨਾਂਸ ਦਾ ਬਜਟ ਇਹਨਾਂ ਦਾ ਆਇਆ ਸੀ, ਉਹਨਾਂ ਨੇ ਵੀ ਇੱਦਾਂ ਦਾ ਰਿਐਕਸ਼ਨ ਮੰਗੇ ਸੀ ਲੋਕਾਂ ਨੇ। ਗੱਲ ਤਾਂ ਸਹੀ ਆ, ਕਿਉਂਕਿ ਲੋਕਾਂ ਦੇ ਜਿਹੜੇ ਵਿਚਾਰ ਜਾਣਨੇ ਚਾਹੀਦੇ ਆ, ਲੋਕ ਕੀ ਚਾਹੁੰਦੇ ਆ। ਇਹ ਨਹੀਂ ਕਿ ਆਪ ਹੀ ਬਹਿ ਕੇ ਸਾਰਾ ਕੁਝ ਕਰ ਦੇਣ। ਆਪਣੀ ਸੋਚ 10 ਬੰਦਿਆਂ ਦੀ, 20 ਬੰਦਿਆਂ ਦੀ, ਉਹਨੇ ਕੁ ਦਾਇਰੇ ਦੇ ਅੰਦਰ ਸੌੜੀ ਹੁੰਦੀ ਹੈ। ਜਿਹੜੀ ਵਿਸ਼ਾਲ ਏਰੀਏ 'ਚ ਜਾਂਦੀ ਉਹ ਲੋਕਾਂ ਦੀ ਸੋਚ ਹੁੰਦੀ ਹੈ। ਇੱਕ ਡਰਾਇੰਗ ਰੂਮ 'ਚ ਬਹਿ ਕੇ ਨਹੀਂ ਸਾਰਾ ਕੁਝ ਪਤਾ ਲੱਗਦਾ। ਜੋ ਕੁਝ ਪਤਾ ਲੱਗਦਾ ਹੈ ਪੂਰੇ ਇੱਕ ਪਬਲਿਕ ਪਲੇਸ 'ਤੇ ਪਤਾ ਲੱਗਦਾ, ਜਿੱਥੇ ਦੁਨੀਆ ਬੈਠੀ ਹੈ। ਲੋਕ ਸਾਰੀਆਂ ਪਾਲਿਸੀਆਂ, ਸਾਰੇ ਨਿਯਮ ਉਦੋਂ ਤੱਕ ਹੀ ਬਣਾਏ ਜਾਂਦੇ ਨੇ ਜਦੋਂ ਤੱਕ ਤੁਸੀਂ ਪਬਲਿਕ ਦੇ ਵਿੱਚ ਵਿਚਰਦੇ ਹੋ ਔਰ ਜਨਤਾ ਦੀ ਜ਼ਰੂਰਤ ਕੀ ਹੈ ਉਹਦੇ ਮੁਤਾਬਿਕ ਬਣਾਉਂਦੇ ਹੋ। ਕਮਰਿਆਂ ਦੇ ਵਿੱਚ ਬਹਿ ਕੇ ਪਾਲਿਸੀਆਂ ਨਹੀਂ ਬਣਾਈ ਜਾਂਦੀਆਂ। ਇਹ ਉਹਨਾਂ ਲਈ ਹੈ ਨਾ, ਉਹਨਾਂ ਨੂੰ ਜੇ ਪੁੱਛੇ ਨਹੀਂ ਜਾਊਗਾ, ਲੋਕਾਂ ਲਈ ਹੈ ਨਾ। ਇਹ ਕਿਸੇ ਆਮ ਇੱਕ ਬੰਦੇ ਲਈ ਤਾਂ ਹੈ। ਡੈਮੋਕ੍ਰੇਸੀ ਫॉर द ਪੀਪਲ, ਬਾय द ਪੀਪਲ, ਆਫ द ਪੀਪਲ। ਲੋਕਾਂ ਲਈ ਇਹ ਸਭ ਕੁਝ, ਲੋਕਾਂ ਦੁਆਰਾ, ਲੋਕਾਂ ਲਈ। ਹਾਂ, ਇਸ ਕਰਕੇ ਲੋਕਾਂ ਨੂੰ ਪੁੱਛ ਕੇ ਪਾਲਿਸੀਆਂ ਬਣਨੀਆਂ ਚਾਹੀਦੀਆਂ ਨੇ। ਸੋ ਹੁਣ ਆਪਾਂ ਅੱਗੇ ਚੱਲਦੇ ਹਾਂ, ਪੰਜਾਬ ਦੀ ਸਿਆਸਤ ਤੋਂ ਆਉਂਦੇ ਹਾਂ ਸੈਂਟਰ ਦੀ ਸਿਆਸਤ ਦੇ ਉੱਤੇ। ਦੋ ਚੀਜ਼ਾਂ ਆਈਆਂ ਪਿਛਲੇ ਦਿਨਾਂ ਦੇ ਵਿੱਚ। ਇੱਕ ਤਾਂ ਇਹ BBC ਦੀ ਡਾਕੂਮੈਂਟਰੀ, ਇੱਕ ਹਿੰਡਨਬਰਗ ਦੀ ਰਿਪੋਰਟ ਅਡਾਨੀ ਗਰੁੱਪ ਦੇ ਉੱਤੇ। ਹੁਣ ਇਹ ਦੋਵੇਂ ਮਸਲਿਆਂ ਦਾ ਬੜਾ ਰੌਲਾ ਪਿਆ ਹੋਇਆ, ਪਾਰਲੀਮੈਂਟ ਦੇ ਵਿੱਚ ਵੀ ਰੌਲਾ ਪਿਆ
ਤੇ ਪਬਲਿਕ ਦੇ ਵਿੱਚ ਵੀ ਨੈਸ਼ਨਲ ਲੈਵਲ ਤੇ ਰੌਲਾ ਪਿਆ ਤੇ ਸੋਸ਼ਲ ਮੀਡੀਆ ਤਾਂ ਭਰਿਆ ਪਿਆ ਹਾਂ ਇਹਨਾਂ ਸਾਰੇ ਵਿਚਾਰਾਂ ਦੇ ਨਾਲ। ਆ ਹੁਣ ਜਿਹੜੀ BBC ਦੀ ਡਾਕੂਮੈਂਟਰੀ ਆਈ ਉਹ ਤੇ ਭਾਰਤ ਦੇ ਵਿੱਚ ਬੈਨ ਕਰ ਦਿੱਤੀ ਗਈ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਪਲੇਟਫਾਰਮ ਦੇ ਉੱਤੇ ਉਹ ਅਵੇਲੇਬਲ ਹੈ, ਕਿਸੇ ਨਾ ਕਿਸੇ ਰੂਪ ਦੇ ਵਿੱਚ ਲੋਕੀ ਉਹਨਾਂ ਨੂੰ ਦੇਖਦੇ ਵੀ ਪਏ ਨੇ ਤੇ ਦੇਖੀ ਜਾ ਵੀ ਚੁੱਕੀ ਹੈ। ਸੋ ਉਸ ਦਾ ਵੀ ਅਸਰ ਜੋ ਵੀ ਲੋਕਾਂ ਦੇ ਮਨਾਂ ਉੱਤੇ ਪੈ ਰਿਹਾ BBC ਦੀ ਉਹ ਡਾਕੂਮੈਂਟਰੀ ਦੇਖਣ ਤੋਂ ਬਾਅਦ, ਉਹ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ। ਨਾਲ ਦੀ ਨਾਲ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਦਿੱਲੀ ਮੁੰਬਈ ਦੇ ਵਿੱਚ ਜਿਹੜੇ BBC ਦੇ ਆਫਿਸ ਨੇ, BBC ਦੇ ਆਫਿਸ ਦਿੱਲੀ ਤੇ ਮੁੰਬਈ ਦੇ ਵਿੱਚ ਨੇ, ਉਹਨਾਂ ਦੇ ਆਫਿਸਿਸ ਦੇ ਵਿੱਚ ਜਿਹੜੇ ਸਾਰੇ ਆਮਦਨ ਕਰਦੇ ਛਾਪੇ ਪੈਂਦੇ ਪਏ ਨੇ, ਇਨਕਮ ਟੈਕਸ ਦੇ ਰੇਟਸ ਪੈ ਗਏ ਨੇ ਔਰ ਉਹ ਸਰਵੇ ਚੱਲਦੀ ਪਈ ਹੈ ਇਨਕਮ ਟੈਕਸ ਦੀ। ਇਹ ਵੈਸੇ ਹੁਣ ਇਹ ਕਹਾਣੀ ਕਿੱਧਰ ਨੂੰ ਤੁਰ ਪਈ? ਇਹ ਤੁਹਾਡੀ ਗੱਲ ਸਹੀ ਆ। ਜਿੱਦਾਂ ਇਹ ਚਰਚਾ ਰਹੀ ਹੈ ਪਹਿਲੋਂ ਹਿਡਨਬਰਗ ਦੇ ਵਿੱਚ ਦੀ ਰਹੀ ਆ, BBC ਡਾਕੂਮੈਂਟਰੀ ਦੀ ਰਹੀ ਆ, ਬ੍ਰਿਟਿਸ਼ ਬ੍ਰਾਡਕਾਸਟ ਕਾਰਪੋਰੇਸ਼ਨ ਜਿਹੜੀ ਫਿਲਮ ਬਣੀ ਆ ਉਹਦੇ ਤੇ ਇਹਨਾਂ ਨੇ ਬੈਨ ਲਾਤਾ। ਪਹਿਲਾਂ ਯੂਨੀਵਰਸਿਟੀਆਂ 'ਚੋਂ ਸਕਰੀਨਿੰਗ ਹੋਈ ਹੈ, ਚੱਲੀ ਹੈ ਨਾ, ਇਸਲਾਮੀਆ ਯੂਨੀਵਰਸਿਟੀ ਵਿੱਚ ਹੋਈ ਆ, ਜਿਹੜਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਵੀ ਚੱਲੀ ਆ, ਔਰ ਯੂਨੀਵਰਸਿਟੀਆਂ 'ਚ ਮੁੰਡੇ ਪ੍ਰਵੋਕ ਹੋ ਗਏ, ਲੜਾਈ ਝਗੜਾ ਹੋਇਆ, ਅਰੈਸਟ ਹੋ ਗਏ, ਔਰ ਕਈ ਥਾਈਂ ਸ਼ਾਂਤੀ ਫੈਲ ਗਈ, ਕਈ ਥਾਈਂ ਕੁਝ ਮਾਰਕੁੱਟ ਵੀ ਹੋਈ, ਬੜਾ ਕੁਝ ਹੋਇਆ, ਉਹਨਾਂ ਨੂੰ ਅਰੈਸਟ ਵੀ ਕਰ ਲਿਆ। ਔਰ ਉਹਦੋਂ ਬਾਅਦ ਇੰਡੀਆ 'ਚ ਕੀ ਰੌਲਾ ਜ਼ਿਆਦਾ ਪੈ ਗਿਆ, ਪਰ ਕੈਨੇਡਾ 'ਚ ਵੀ ਸ਼ੁਰੂ ਕਰ ਦਿੱਤੀ ਇਹਨਾਂ ਨੇ, ਉੱਥੇ ਵੀ ਸਕਰੀਨਿੰਗ ਹੋ ਗਈ, ਅਮਰੀਕਾ 'ਚ ਵੀ ਚੱਲੀ, ਬਾਹਰਲੇ ਦੇਸ਼ਾਂ 'ਚ ਵੀ ਚਲਾਈ ਗਈ, ਕਿਉਂਕਿ BBC ਦਾ ਤਾਂ ਸਾਰੇ ਥਾਂ ਹੀ ਇਹਨਾਂ ਦਾ ਆਪਣਾ ਜਾਲ ਵਿਛਿਆ ਪਿਆ, ਔਰ ਉਸ ਨੈਟਵਰਕ ਨੂੰ ਇਹਨਾਂ ਨੇ ਕਰਕੇ ਉਹਦੇ 'ਤੇ ਪਾਤੀ। ਜਦੋਂ ਕਿ ਇੰਡੀਆ 'ਚ ਇਹਨਾਂ ਨੂੰ ਰੋਕਿਆ ਸੀ, ਬੈਨ ਕਰਤੀ ਸੀ, ਨਹੀਂ ਚੱਲੀ। ਪਰ ਹੁਣ ਜਿਹੜੇ ਆਲੋਚਕ ਜਾਂ ਜਿਹੜੇ ਕ੍ਰਿਟਿਸਾਈਜ਼ ਕਰਦੇ ਨੇ, ਉਹ ਕਹਿੰਦੇ ਲੋਕਾਂ ਦਾ ਧਿਆਨ ਖਿੱਚਣ ਲਈ ਹੁਣ ਇਹਨਾਂ ਨੇ ਰੇਡ ਕਰ ਦਿੱਤੇ ਉਹਨਾਂ ਦੇ ਇਹਨਾਂ ਨੇ ਕਿਹਾ ਕਿ ਇਹਨਾਂ ਨੇ ਪੂਰੇ ਕਰ ਨਹੀਂ ਦਿੱਤੇ, ਟੈਕਸ ਨਹੀਂ ਦਿੱਤੇ, ਕਈ ਜਗ੍ਹਾ 'ਤੇ ਇਹਨਾਂ ਦੇ ਉਹ ਘਾਟੇ 'ਚ ਜਾ ਰਹੇ ਸੀ। ਹੁਣ ਹੀ ਚੇਤਾ ਆਇਆ ਇਹਨਾਂ ਨੂੰ ਇਮੀਡੀਏਟ, ਪਹਿਲਾਂ ਤਾਂ ਇਹਦੇ ਬਾਰੇ ਨਹੀਂ ਹੋਈ ਕੋਈ ਗੱਲ। ਫਿਰ ਇਹਨਾਂ ਨੇ ਕਿਹਾ ਹਿਡਨਬਰਗ ਦੀ ਅਸੀਂ ਬਣਾ ਰਹੇ ਹਾਂ, ਕਮੇਟੀ ਬਣਾ ਰਹੇ ਹਾਂ, ਉਹਦੇ ਵਿੱਚ ਅਸੀਂ ਕਮੇਟੀ ਦੇ ਨਾਲ ਜੋ ਜਵਾਬ ਸਵਾਲ ਹੋਊਗਾ ਉਹਦੇ ਵਿੱਚ ਹੋਊਗਾ। ਜਦੋਂ ਕਿ ਉਹਨਾਂ ਦੇ ਸ਼ੇਅਰ ਵੀ ਡਿੱਗ ਪਏ, ਸਾਰਾ ਕੁਝ ਹੋਇਆ, ਔਰ ਉਹਨਾਂ ਚੀਜ਼ਾਂ ਨੂੰ ਰੱਖਦੇ ਇੱਕ ਪਾਸੇ ਇਹਨਾਂ ਨੇ ਇਨਕਮ ਟੈਕਸ ਦੇ ਉੱਧਰ ਰੇਡ ਕਰਵਾਤੇ ਆ। ਹੁਣ ਇਹਨਾਂ ਰੇਡ ਦੇ ਪਿੱਛੇ ਆਮ ਲੋਕ ਇਹੀ ਧਾਰਨਾ ਲੈ ਕੇ ਬੈਠੇ ਆ ਕਿ ਪਹਿਲੋਂ ਤਾਂ ਇਹਨਾਂ ਨੂੰ ਚੇਤਾ ਨਹੀਂ ਆਇਆ, BBC ਇੱਥੇ ਰਹੀ ਹੈ ਪਹਿਲੋਂ, ਅੱਜ ਤੋਂ ਤਾਂ ਨਹੀਂ, ਇੱਥੇ ਕਈ ਦੇਰ ਤੋਂ ਇਹਨਾਂ ਦੇ ਦਫ਼ਤਰ ਦਿੱਲੀ 'ਚ ਹੈਗੇ ਆ, ਔਰ ਬੰਬੇ ਦੇ ਵਿੱਚ ਵੀ ਹੈਗੇ ਆ, ਉਦੋਂ ਤਾਂ ਕੋਈ ਚੇਤਾ ਆਇਆ ਨਹੀਂਗਾ। ਹੁਣੇ ਕਿਉਂ ਉਹਨਾਂ ਦਾ ਇਨਕਮ ਟੈਕਸ ਬਾਰੇ ਪਤਾ ਲੱਗ ਗਿਆ? ਅਥਾਰਟੀ ਇਹ ਚਾਹੁੰਦੀ ਹੈ ਕਿ ਟੈਨਸ਼ਨ ਦਿੱਤੀ ਜਾਵੇ ਉਹਨਾਂ ਨੂੰ, ਜਿਸ ਤਰ੍ਹਾਂ ਕਾਂਗਰਸ ਦੇ ਰਾਹੁਲ ਗਾਂਧੀ ਜੀ, ਉਹਨਾਂ ਦੇ ਮਦਰ ਦੇ ਨਾਂ ਦੇ ਜਦੋਂ ਹੋਈ ਇਹ ਗੱਲ, ਉਹਨਾਂ ਦੇ ਸਿਸਟਰ ਜਿਹੜੀ ਆ ਉਹਦੇ ਪ੍ਰਿਯੰਕਾ ਗਾਂਧੀ, ਇਹਨਾਂ ਦੇ ਨਾਂ 'ਤੇ ਇਹਨਾਂ ਨੇ ED ਵੱਲੋਂ ਜਿਹੜੀ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਸੀ। ਉਹ ਪੁੱਛ ਪੜਤਾਲ ਅਜੇ ਕੋਈ ਪੂਰੀ ਹੋਈ ਨਹੀਂ, ਕੁਛ ਨਹੀਂ ਹੋਇਆ, ਜਿੰਨਾ ਹੋਇਆ 4-4 6-6 ਘੰਟੇ ਉਹਨਾਂ ਕੋਲ ਪੁੱਛ ਪੜਤਾਲ ਕੀਤੀ, ਸਾਰਾ ਕੁਝ ਹੋਇਆ। ਉਹਦੋਂ ਬਾਅਦ ਪਾ ਕੇ ਹੁਣ BBC 'ਤੇ ਕਰ ਜਿਹੜਾ ਵੀ ਮਾੜਾ ਜਿਹਾ ਕੋਈ ਸਿਰ ਚੁੱਕਦਾ ਉਹਦੇ 'ਤੇ ਫਿਰ ਇਹ ਰੇਡ ਹੁੰਦੇ ਆ। ਹੁਣ ਇਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਭਾਰਤ ਦੀ ਸਾਖ ਕਿੱਦਾਂ ਦੀ ਬਣਦੀ ਪਈ ਹੈ ਨਾ, ਕਿਉਂਕਿ ਤੁਸੀਂ ਆਪਣੀ ਗੱਲ 'ਚ ਜ਼ਿਕਰ ਕੀਤਾ ਕਿ BBC ਦਾ ਨੈਟਵਰਕ, BBC ਦਾ ਜਾਲ ਪੂਰੀ ਦੁਨੀਆ 'ਚ ਵਿਸਿਆ ਹੋਇਆ, ਕੋਈ ਛੋਟੀ ਕਾਰਪੋਰੇਸ਼ਨ ਤੇ ਹੈ ਨਹੀਂ, BBC ਲੰਡਨ ਹਰ ਕੰਟਰੀ 'ਚ ਬੈਠੀ ਹੈ, ਹਰ ਕੰਟਰੀ 'ਚ ਬੈਠੀ ਹੈ, ਔਰ ਜਿੱਥੇ ਇਹ ਨਿਊਜ਼ ਜਾ ਰਹੀ ਹੈ, ਸਾਨੂੰ ਨਿਊਜ਼ ਮਿਲ ਰਹੀ ਹੈ ਤੇ ਹਰ ਥਾਂ ਤੇ ਨਿਊਜ਼ ਜਾ ਰਹੀ ਹੈ ਕਿ BBC ਨੇ ਡਾਕੂਮੈਂਟਰੀ ਜਦੋਂ ਬਣਾਈ ਹੈ, ਉਸ ਤੋਂ ਬਾਅਦ BBC ਦੇ ਆਫਿਸ ਜਿਹੜੇ ਦਿੱਲੀ ਤੇ ਮੁੰਬਈ ਦੇ ਵਿੱਚ ਨੇ, ਉੱਥੇ ਸਰਵੇ ਸ਼ੁਰੂ ਹੋ ਗਿਆ ਹੈ ਇਨਕਮ ਟੈਕਸ। ਹਾਂ, ਫਿਰ ਟੈਨਸ਼ਨ ਉਧਰ ਹੋ ਜੇ, ਨਹੀਂ ਟੈਨਸ਼ਨ ਹੋ ਗਈ, ਅਟੈਂਸ਼ਨ ਤੇ ਡਾਇਵਰਟ ਕਰ ਦਿੱਤੀ, ਲੇਕਿਨ ਇਹ ਸਾਖ ਕੀ ਬਣੀ ਕਿ ਇਹ ਹੁਣੇ ਹੀ ਰੇਡ ਹੋਣੇ ਸੀ ਜਦੋਂ ਉਹਨਾਂ ਨੇ ਡਾਕੂਮੈਂਟਰੀ ਬਣਾ ਦਿੱਤੀ, ਉਸ ਤੋਂ ਪਹਿਲਾਂ ਤਾਂ ਕਦੀ ਰੇਡ ਹੋਇਆ ਨਹੀਂ। ਨਿਕਲਣਾ ਕੁਝ ਵੀ ਨਹੀਂ, ਪਤਾ ਕਿਉਂ ਨਹੀਂ ਨਿਕਲਣਾ? ਕਿਉਂਕਿ ਜਿਹੜੇ ਬ੍ਰਿਟਿਸ਼ ਕਾਰਪੋਰੇਸ਼ਨ ਹੈਗੀ ਆ, ਬ੍ਰਾਡਕਾਸਟ ਕਾਰਪੋਰੇਸ਼ਨ ਹੈਗੀ ਆ, ਉਹ ਬੜੇ ਜਿਹੜੇ ਆ ਬੜੇ ਸਿਆਣੇ, ਬੜੇ ਸਿਆਣੇ ਔਰ ਬੜੇ ਇਮਾਨਦਾਰ ਲੋਕ ਆ। ਇਹ ਇੰਡੀਆ ਵਾਲੀ ਏਜੰਸੀਆਂ ਨਹੀਂ ਹੈਗੀਆਂ ਕਿ ਤੁਹਾਡਾ GST ਆ ਉਹ ਫੰਡ ਖਾ ਜਾਣਗੇ, ਇਨਕਮ ਟੈਕਸ ਰਿਟਰਨ ਨਹੀਂ ਦੇਣਗੇ। ਉਹ ਲੋਕ ਬੜੇ ਐਕੂਰੇਟ ਆ ਆਪਣੇ ਟਾਈਮ ਦੇ, ਅੱਜ ਤੱਕ ਤਾਂ ਉਹਨਾਂ ਦੀ ਕੋਈ ਸ਼ਿਕਾਇਤ ਆਈ ਨਹੀਂ, ਤਾਂ ਹੁਣੇ ਆਉਣੀ ਸੀ ਕਿ ਜਦੋਂ ਕਿ BJP ਸੈਂਟਰ 'ਚ ਬੈਠੀ ਹੈ, ਔਰ ਉਦੋਂ ਹੀ ਇਹਨਾਂ ਦੇ ਰੇਡ ਹੋਣੇ ਸੀ ਜਦੋਂ ਡਾਕੂਮੈਂਟਰੀ ਬਣ ਕੇ ਸਾਹਮਣੇ ਆਈ। ਔਰ ਉਹ ਡਾਕੂਮੈਂਟਰੀ ਜਿਹੜੀ ਹੈਗੀ ਆ, ਜਦੋਂ ਕੋਈ ਜਿਹੜੀ BBC ਕੰਮ ਕਰਦੀ ਹੈ, ਬੜੇ ਜ਼ਬਰਦਸਤ ਕੰਮ ਕਰਦੀ ਹੈ। ਜਿੱਥੇ ਵੀ ਕੁਝ ਇੱਦਾਂ ਦੀ ਇਸ਼ੂ ਹੁੰਦਾ, ਜਿਹੜਾ ਪਬਲਿਕ ਇਸ਼ੂ ਹੁੰਦਾ, ਜਿਹਦੇ ਵਿੱਚ ਸੰਗੀਨ ਕੰਮ ਹੋ ਜਾਂਦੇ ਆ, ਉਹਨਾਂ ਨੂੰ ਮੁੱਦਿਆਂ ਨੂੰ ਲੈਂਦੇ ਆ, ਕਿਉਂਕਿ ਲੋਕ ਅਟਰੈਕਟ ਹੋ ਜਾਣਗੇ, ਉਹਨੂੰ ਵੇਖਣਗੇ, ਵਿਊਵਰ ਜ਼ਿਆਦਾ ਆਉਣਗੇ, ਵੇਖਣ ਵਾਲੇ ਲੋਕ ਉਹਦੇ ਵਿੱਚ ਬਹੁਤ ਜ਼ਿਆਦਾ ਆ ਜਾਣਗੇ। ਉਹ ਚਾਹੁੰਦੇ ਇਸੇ ਕਰਕੇ ਕਿ ਇਹਨੂੰ ਵਿਸ਼ਾਲ ਏਰੀਏ 'ਚ ਵਿਖਾਇਆ ਜਾਵੇ, ਇਹਦੀ ਵਿਊਵਰਸ ਜਿਹੜੇ ਹੈਗੇ ਨੇ ਉਹ ਜ਼ਿਆਦਾ ਹੋ ਜਾਣ। ਜਿੰਨੇ ਜ਼ਿਆਦਾ ਵਿਊਵਰਸ ਦਰਸ਼ਕ ਹੋਣਗੇ, ਉਹਨਾਂ ਹੀ ਉਹਨਾਂ ਨੂੰ ਆਊਟਪੁੱਟ ਜ਼ਿਆਦਾ ਮਿਲਦੀ ਹੈ। ਅਜੇ ਤੱਕ ਉਹਨਾਂ ਦੀ ਕੋਈ ਵੀ ਫਿਲਮ ਡਾਕੂਮੈਂਟਰੀ ਦੀ ਦਾ ਇੰਨਾ ਕ੍ਰਿਟਿਸਾਈਜ਼ ਨਹੀਂ ਹੋਇਆ
ਇਹਦਾ ਹੁਣ ਇਸ ਕਰਕੇ ਹੋ ਗਿਆ ਕਿ ਇੱਕ ਪਾਰਟੀ ਤੇ ਬਣੀ ਹੈ, ਇੱਕ ਹੈ ਨਾ ਜਿਹੜੀ ਜਿਹਨਾਂ ਕੋਲ ਰੂਲਿੰਗ ਪਾਰਟੀ ਉਹਨਾਂ ਤੇ ਬਣੀ ਆ। ਹੁਣ ਉਹਨਾਂ ਨੇ ਇਹ ਕੰਮ ਸ਼ੁਰੂ ਕਰ ਦਿੱਤਾ, ਪਰ ਉਹਦੇ ਵਿੱਚ ਤੁਸੀਂ ਕੱਲ ਪਰਸੋਂ ਨੂੰ ਦੇਖ ਲਿਓ, ਉਹਦੇ ਵਿੱਚੋਂ ਕੋਈ ਨਿਕਲਣਾ ਨਹੀਂ ਹੈਗਾ, ਉਹਨਾਂ ਦੇ ਕੋਈ ਵੀ ਦੋਸ਼ ਨਹੀਂ ਮੜਿਆ ਜਾਊਗਾ। ਭਾਰਤ ਦੀ ਸਾਖ ਕਿੱਥੇ ਜਾਂਦੀ ਪਈ, ਹਾਂ ਗਲਤ ਤਾਂ ਕੀ ਭਾਰਤ ਦਾ ਰੂਪ ਬਣਦਾ ਪਿਆ ਪੂਰੀ ਦੁਨੀਆ ਦੇ ਹਾਂ ਵਿੱਚ। ਇਹ ਹੈ। ਉੱਥੇ ਜਦੋਂ ਪੜ੍ਹਨਗੇ ਇੰਡੀਆ ਤਾਂ ਕਹਿਣਗੇ ਆਹ ਕੰਮ ਹੈਗਾ, ਜਿੱਥੇ ਸੱਚ ਹੈਗਾ, ਸੱਚ ਦਾ ਤਾਂ ਉੱਥੇ ਕੋਈ ਨਿਆਂ ਹੀ ਨਹੀਂ। ਜਦੋਂ ਉਹਨਾਂ ਨੇ ਡਾਕੂਮੈਂਟਰੀ ਬਣਾਈ ਉਸ ਤੋਂ ਬਾਅਦ ਤੁਸੀਂ ਇਨਕਮ ਟੈਕਸ ਦੇ ਆਫੀਸਰਸ ਨੂੰ ਉੱਥੇ ਭੇਜ ਦਿੱਤਾ ਇਨਕਮ ਟੈਕਸ ਦੀ ਸਰਵੇ ਵਾਸਤੇ, ਹਾਂ ਪਹਿਲਾਂ ਤਾਂ ਕਦੀ ਭੇਜਿਆ ਨਹੀਂ। ਵਾਹ ਉਹੀ ਇੱਕ ਥਾਂ ਦੇ ਉੱਤੇ ਤੁਸੀਂ ਡਾਕੂਮੈਂਟਰੀ ਬੈਨ ਕੀਤੀ, ਉਸ ਤੋਂ ਬਾਅਦ ਤੁਸੀਂ ਇਨਕਮ ਟੈਕਸ ਦੀ ਸਰਵੇ ਵਾਸਤੇ ਭੇਜ ਦਿੱਤਾ, ਤੇ ਜੇ ਉੱਥੋਂ ਕੁਝ ਨਾ ਨਿਕਲਿਆ ਤੇ ਫਿਰ ਦੇਖੋ BBC ਦਾ ਰੁਤਬਾ ਹੋਰ ਵੱਡਾ ਹੋ ਜਾਂਦਾ ਹੈ, ਹਾਂ ਉਹਨਾਂ ਦੀ ਪੋਜੀਸ਼ਨ ਹੋਰ ਸਟਰੋਂਗ ਹੋ ਜਾਂਦੀ ਹੈ। ਹਾਂ ਕਿ ਸੱਚੀ ਹੈ, ਇਹਨਾਂ ਨੂੰ ਦੁਬਾਰਾ ਜਾਣ ਕੇ ਘੀਸ ਰਹੇ। ਭਾਰਤ ਦੀ ਸਾਖ ਕੀ ਰਹਿ ਗਈ? ਹਾਂ ਮਤਲਬ ਇਹ ਸਟੈਪ ਕਿਉਂ ਲਿੱਤਾ ਗਿਆ, ਇਹ ਐਕਸਪਰਟਸ ਮੰਨਦੇ ਪਏ ਨੇ, ਐਕਸਪਰਟਸ ਆਪਸ 'ਚ ਹੀ ਡਿਸਕਸ ਕਰਦੇ ਨੇ ਕਿ ਇਹ ਸਟੈਪ ਕਿਉਂ ਲਿੱਤਾ ਗਿਆ, ਹਾਂ ਕਾਰਨ ਕੀ ਹੈ। ਹਾਂ ਸੋ ਇਹਦਾ ਜਵਾਬ ਕੀ ਹੋ ਸਕਦਾ ਹੈ? ਅਜੇ ਸਾਰੇ ਕਟਾਈ 'ਚ ਪਏ ਆ। ਹਿਡਨਬਰਗ ਦਾ ਸਾਰਾ ਮਾਮਲਾ ਉੱਥੇ ਦਾ ਉੱਥੇ ਹੀ ਆ। ਜੇ BBC ਵਾਲਾ ਇਹ ਵੀ ਇਹਨਾਂ ਨੇ ਜ਼ਬਰਦਸਤੀ ਬੰਦ ਹੀ ਕਰਾ ਦਿੱਤਾ, ਪਰ ਇਹਦਾ ਕੋਈ ਉਹ ਹਾਲਤ ਨਹੀਂ ਦਿੱਤਾ ਜਿਹੜਾ ਹੱਲ ਪਰਮਾਨੈਂਟ ਹੱਲ ਹੋਏ, ਉਹ ਤਾਂ ਹੈ ਹੀ ਨਹੀਂ ਕੁਝ ਵੀ। ਤੇ ਨਾਲ ਦੀ ਨਾਲ ਅਮਿਤ ਸ਼ਾਹ ਜੋ ਸਾਡੇ ਹੋਮ ਮਿਨਿਸਟਰ ਨੇ, ਉਹਨਾਂ ਦਾ ਬਿਆਨ ਆਇਆ ਕਿ ਅਡਾਨੀ ਮਾਮਲੇ ਵਿੱਚ ਭਾਜਪਾ ਕੁਝ ਨਹੀਂ ਲੁਕਾ ਰਹੀ, ਸਭ ਕੁਝ ਓਪਨ ਹੈ। ਹਾਂ ਇਹਨਾਂ ਨੇ ਕਹਿਤਾ ਹੁਣ, ਕਿਉਂਕਿ ਇਹਨਾਂ ਨੂੰ ਪਤਾ ਹੈਗਾ ਕਿ ਲੋਕ ਇਹਦੇ ਤੇ ਆਲੋਚਨਾ ਕਰ ਰਹੇ ਆ। ਲੋਕਾਂ ਨੇ ਕਹਿਤਾ ਕਿ ਚਰਚਾ ਕਿਉਂ ਨਹੀਂ ਹੋਣ ਦਿੱਤੀ। ਜਦੋਂ ਪਾਰਲੀਮੈਂਟ ਦੇ ਵਿੱਚ ਸੈਸ਼ਨ ਚੱਲ ਰਿਹਾ ਸੀ ਤੇ ਇੱਕਦਮ ਸੈਸ਼ਨ ਨੂੰ ਇਹਨਾਂ ਨੇ ਮੁਲਤਵੀ ਕਰ ਦਿੱਤਾ, ਉਹਨੂੰ ਬੰਦ ਕਰਤਾ ਸਮਾਗਮ ਨੂੰ। ਪਾਰਲੀਮੈਂਟ ਦੇ ਵਿੱਚ ਅਡਾਨੀ ਐਦਾਂ ਦੇ ਤਾਂ ਨਾਰੇ ਲੱਗੇ ਨੇ। ਹਾਂ ਜਦੋਂ ਪ੍ਰਾਈਮ ਮਿਨਿਸਟਰ ਸਾਹਿਬ ਪਾਰਲੀਮੈਂਟ ਨੂੰ ਸੰਬੋਧਿਤ ਕਰਦੇ ਪਏ ਉਦੋਂ ਇਹ ਵਿਪਕਸ਼ ਨੇ ਨਾਰੇ ਲਗਾਏ ਨੇ। ਹਾਂ ਲਾਏ। ਹੁਣ ਦੇਖੋ ਇਹ ਕੀ ਮਾਹੌਲ ਬਣਦਾ ਪਿਆ। ਹੁਣ ਬਹੁਤ ਲੋਕ ਕਹਿ ਰਹੇ ਆ ਕਿ ਜੋ ਰਾਹੁਲ ਗਾਂਧੀ ਨੇ ਗੱਲ ਕੀਤੀ ਆ ਉਹ 100% ਠੀਕ ਕੀਤੀ ਆ। ਬਹੁਤ ਜਿਹੜੇ ਕ੍ਰਿਟਿਸਾਈਜ਼ ਕਰਨ ਵਾਲੇ ਵੀ ਆ, ਆਲੋਚਕ ਵੀ ਆ, ਜਿਨ੍ਹਾਂ ਨੇ ਬਾਕੀ ਆਪੋਜੀਸ਼ਨ ਪਾਰਟੀ ਦੇ ਆਗੂ ਵੀ ਨੇ, ਉਹਨਾਂ ਨੇ ਕਹਿਤਾ ਕਿ ਜੋ ਉਹਨਾਂ ਨੇ ਗੱਲ ਕੀਤੀ ਹੈ ਬਿਲਕੁਲ ਦਰੁਸਤ ਕੀਤੀ ਆ। ਔਰ ਅੱਜ ਅਮਿਤ ਸ਼ਾਹ ਜੀ ਨੇ ਕਹਿਤਾ ਕਿ ਅਸੀਂ ਕੋਈ ਲੁਕਾਇਆ ਨਹੀਂ ਗਾ, ਅਸੀਂ ਉਸੇ ਤਰ੍ਹਾਂ ਚੱਲਾਂਗੇ। ਪਾਰਟੀ ਵੀ ਬਣਾ ਦਿੱਤੀ ਆ, ਕਮੇਟੀ ਜੋ ਐਨਾਲਿਸਿਸ ਕਰੂਗੀ ਉਹਦੇ 'ਤੇ ਰੱਖਾਂਗੇ। ਉਹ ਪਾਰਟੀ ਜਾਂ ਕਮੇਟੀ ਬਣਾਈ ਆ, ਉਹਨਾਂ ਵਿੱਚ ਕੋਈ ਪੂਰਤੀ ਨਹੀਂ ਕਰਨੀ, ਕਿਸੇ ਦਾ ਕੁਝ ਨਹੀਂ ਹੋਣਾ ਉਹਦੇ ਵਿੱਚ। ਫਿਰ ਉੱਥੇ ਦਾ ਉੱਥਾ ਇਹ ਠੰਡੇ ਬਸੇ 'ਚ ਕੇਸ ਪਾਉਣ ਵਾਲੀ ਗੱਲ ਹੈਗੀ ਆ। ਦੂਜੇ ਪਾਸੇ ਇਹਨਾਂ ਨੇ ਕਹਿਤਾ ਗਿਆ ਕਿ ਕੁਝ ਏਰੀਏ, ਕੁਝ ਦੇਸ਼ਾਂ ਵਿੱਚ ਅਮਿਤ ਸ਼ਾਹ ਨੇ ਕਹਿਤਾ ਕਿ ਜਿਹੜਾ ਖਾਲਿਸਤਾਨ ਦੇ ਕਰ ਰਹੇ ਆ ਉਹਦੀ ਸਾਰੇ ਉਣਤਾਈ ਕਿ ਅਸੀਂ ਖਾਲਿਸਤਾਨ ਨੂੰ ਫਿਰ ਪੰਜਾਬ ਵਿੱਚ ਉਸ ਤਰ੍ਹਾਂ ਲਾਗੂ ਕਰਾਂਗੇ। ਔਰ ਉਹ ਏਜੰਸੀਆਂ ਕਹਿੰਦੇ ਨੇ ਕਿ ਬਾਹਰਲੇ ਦੇਸ਼ਾਂ 'ਚ ਬੈਠੀਆਂ ਗਈਆਂ ਔਰ ਉਹਨਾਂ ਨੇ ਬੜਾ ਕੁਝ ਪਬਲਿਸ਼ ਕਰਾ ਕੇ ਭੇਜਿਆ ਵੀ ਹੈਗਾ ਔਰ ਕੰਧਾਂ 'ਤੇ ਵੀ ਲਿਖਿਆ ਹੈਗਾ। ਅਸੀਂ ਕਹਿੰਦੇ ਉਹਨੂੰ ਨਹੀਂ ਸਿਰ ਚੁੱਕਣ ਦੇਵਾਂਗੇ, ਕਿਉਂਕਿ ਹੋਮ ਮਿਨਿਸਟਰ ਨੇ ਇਹ ਤਰ੍ਹਾਂ ਦਾ ਫਰਜ਼ ਬਣਦਾ ਹੀ ਆ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਆਉਂਦੀ ਆ, ਕੋਈ ਏਜੰਸੀ ਪ੍ਰਵੋਕੇਸ਼ਨ ਕਰਦੀ ਆ, ਲੋਕਾਂ ਨੂੰ ਉਤੇਜਿਤ ਕਰਦੀ ਹੈ, ਤਾਂ ਉਹਨੂੰ ਰੋਕਣਾ ਤਾਂ ਇਹਨਾਂ ਦਾ ਖਬਰ ਬਣਦੀ ਆ। ਇਹਨਾਂ ਨੇ ਕਹਿਤਾ ਕਿ ਉਹਨਾਂ ਨੂੰ ਨੱਥ ਪਾਵਾਂਗੇ, ਅਸੀਂ ਉੱਥੇ ਵੀ ਪੁਲਿਸ ਭੇਜਾਂਗੇ, ਉਹਨਾਂ ਨੂੰ ਫੜਾਂਗੇ ਵੀ, ਗ੍ਰਿਫਤਾਰ ਵੀ ਕਰਾਂਗੇ। ਇਹ ਵੀ ਜੀ ਚਲੋ ਜੋ ਵੀ ਹੋਵੇ ਭਾਰਤ ਦੀ ਭਲਾਈ ਵਾਸਤੇ ਹੋਵੇ, ਬਿਲਕੁਲ ਸਹੀ, ਭਾਰਤ ਦੀ ਤਰੱਕੀ ਵਾਸਤੇ ਹੋਵੇ, ਅਸੀਂ ਇਹੀ ਦੁਆ ਕਰਦੇ ਹਾਂ। ਸੋ ਅੱਗੇ ਪਹੁੰਚਦੇ ਹਾਂ ਜੀ ਅਸੀਂ ਫਿਰ ਤੋਂ ਅਮਰੀਕਾ ਦੀ ਧਰਤੀ ਤੇ, ਜਿੱਥੋਂ ਅਸੀਂ ਸ਼ੁਰੂ ਕੀਤਾ ਸੀ ਉੱਥੇ ਫਿਰ ਆਉਂਦੇ ਹਾਂ ਜ਼ਰੂਰ। ਅਮਰੀਕਾ ਦੀ ਮਿਸ਼ੀਗਨ ਸਟੇਟ ਯੂਨੀਵਰਸਿਟੀ ਵਿੱਚ ਕਈ ਜਗ੍ਹਾ ਤੇ ਫਾਇਰਿੰਗ ਹੋਈ ਹੈ ਤੇ ਬਹੁਤ ਲੋਕ ਘਾਇਲ ਹੋਏ ਨੇ। ਸੇਮ ਗਨ ਕਲਚਰ। ਹਾਂ ਮਿਸ਼ੀਗਨ ਦੇ ਵਿੱਚ ਤਾਂ ਹੁਣ ਜਿਹੜਾ ਹੋਇਆ ਵਾ ਔਰ 3-4 ਜਗ੍ਹਾ ਤੇ ਇਹ ਫਾਇਰਿੰਗ ਹੋਈ ਆ। ਔਰ ਇਸ ਫਾਇਰਿੰਗ ਦੇ ਵਿੱਚ ਇੱਕ ਬੰਦਾ ਜਿਹੜਾ ਸੀਗਾ ਨਾ 42 ਸਾਲ ਦਾ, ਹਾਂਜੀ, ਛੋਟੇ ਜਿਹੇ ਕੱਦ ਦਾ, ਉਹ ਆਇਆ ਅੱਗੇ ਔਰ ਉਹਨੇ ਅੰਧਾਧੁੰਦ ਗੋਲੀ ਚਲਾਈ ਆ। ਉਹ 'ਚ ਕਈ ਘਾਇਲ ਵੀ ਹੋਏ ਆ, ਕਈ ਫੱਟੜ ਹੋ ਕੇ ਵਿਚਾਰੇ ਮਰੇ ਵੀ ਆ। ਔਰ ਜਦੋਂ ਅੰਧਾਧੁੰਦ ਚੱਲਦੀ ਗੋਲੀ, ਉਹਦੇ ਵਿੱਚ ਕੋਈ ਪਤਾ ਨਹੀਂ ਲੱਗਦਾ ਵੀ ਕਿੱਧਰੋਂ ਬੰਦਾ ਆ ਗਿਆ। ਔਰ ਕੈਂਪਸ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ ਚਲਾਈ ਆ। ਮਿਸ਼ੀਗਨ ਸਟੇਟ ਆ, ਉਹਦੇ ਵਿੱਚ ਯੂਨੀਵਰਸਿਟੀ ਦਾ ਜਿਹੜਾ ਏਰੀਆ ਸੀ ਉਹਦੇ ਵਿੱਚ ਉਹਨਾਂ ਨੇ ਚਲਾਈ ਆ। ਔਰ ਉਹਦੇ ਵਿੱਚ ਕਿੰਨੇ ਫੱਟੜ ਹੋਏ, ਕਿੰਨੇ ਮਰੇ ਆ। ਔਰ ਇਸ ਤਰ੍ਹਾਂ ਦੀਆਂ ਘਟਨਾਵਾਂ ਖਾਸ ਤੌਰ 'ਤੇ ਅਮਰੀਕਾ ਦੇ ਕਈ ਸੂਬਿਆਂ ਵਿੱਚ, ਕਈ ਪ੍ਰੋਵਿੰਸਿਸ ਦੇ ਵਿੱਚ ਵਾਪਰਦੀਆਂ ਰਹਿੰਦੀਆਂ। ਔਰ ਉਹ ਜਿਸ ਤਰ੍ਹਾਂ ਆਪਾਂ ਕੱਲ੍ਹ ਗੱਲ ਕੀਤੀ ਸੀ ਕਿ ਉਹਨਾਂ ਦੇ ਕਨਸਟੀਟਿਊਸ਼ਨ ਦੇ ਵਿੱਚ ਰਾਈਟ ਹੈ ਕਿ ਕੋਈ ਵੀ ਬੰਦਾ ਵੈਪਨ ਖਰੀਦ ਸਕਦਾ ਵਿਦਆਊਟ ਐਨੀ ਇਨਫੋਰਮੇਸ਼ਨ, ਕਿਉਂਕਿ ਉਹਦੇ ਕੋਲ ਰਾਈਟ ਆ। ਔਰ ਜਿਹੜੇ ਵੀ ਇੰਡੀਆ 'ਚ ਆਪਣੇ ਨਹੀਂ, ਆਪਣੇ ਅਕੋਰਡਿੰਗ ਕਨਸਟੀਟਿਊਸ਼ਨ ਨਹੀਂ ਹੈਗਾ, ਆਪਾਂ ਨੂੰ ਡਿਪਟੀ ਕਮਿਸ਼ਨਰ ਕੋਲੋਂ ਜਾਂ ਅਥਾਰਟੀ ਕੋਲੋਂ ਪਰਮਿਸ਼ਨ ਲੈਣੀ ਪੈਂਦੀ ਹੈ, ਫਿਰ ਲਾਇਸੈਂਸ ਹੋਲਡਰ ਕਰਕੇ ਫਿਰ ਆਪਾਂ ਲੈ ਸਕਦੇ ਹਾਂ ਸੈਲਫ ਪ੍ਰੋਟੈਕਸ਼ਨ ਲਈ। ਪਰ ਉੱਥੇ ਨਹੀਂ ਕੋਈ ਹੈਗਾ। ਔਰ ਜਦੋਂ ਵੈਪਨ ਜ਼ਿਆਦਾ ਜਿਹੜਾ ਮਰਜ਼ੀ ਲਈ ਫਿਰਦਾ, ਬੰਦੂਕ ਜਿਹਦੇ ਕੋਲ ਮਰਜ਼ੀ ਤਰ੍ਹਾਂ ਦਾ, ਰਿਵਾਲਵਰ ਆ। ਔਰ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਏਜੰਸੀਆਂ ਹੈਗੀਆਂ, ਜਿੱਥੇ ਜੀ ਕਰਦਾ ਉੱਥੇ ਗੋਲੀ ਚਲਾ ਕੇ ਪਾਸੇ ਤੇ ਬੰਦੇ ਮਾਰ ਕੇ ਲੱਭਦੇ ਨਹੀਂ ਕਿਹੜੇ। ਔਰ ਇਹ ਬੰਦੇ ਨੇ ਤਾਂ ਸੁਸਾਈਡ ਕੀਤਾ, ਆਪਣੀ ਗੋਲੀ ਆਪ ਮਾਰ ਲਈ ਬਾਅਦ 'ਚ। ਔਰ ਪਤਾ ਨਹੀਂ ਕੀ ਇਹਦਾ ਦਿਮਾਗ ਖਰਾਬ ਸੀਗਾ ਜਾਂ ਇਹਦੇ ਪਿੱਛੇ ਕੋਈ ਏਜੰਸੀ ਆ, ਜਾਂ ਏਜੰਸੀ ਤੋਂ ਇਲਾਵਾ ਕੋਈ ਰਿਵੈਂਜਫੁਲੀ ਗਿਆ ਵਾ ਉੱਥੇ ਮਾਰਨ ਲਈ ਬੰਦੇ ਨੂੰ।
ਔਰ ਇਹ ਕਈ ਵਾਰੀ ਨਹੀਂ ਸਮਝ ਆਉਂਦੀ ਵੀ ਇਹਦੇ ਪਿੱਛੇ ਕੀ ਲਕੂਨਾ ਕੀ ਭੇਦ ਆ। ਔਰ ਖ਼ਾਸ ਤੌਰ 'ਤੇ ਇਹ ਜ਼ਿਕਰ ਹੁੰਦਾ ਰਹਿੰਦਾ ਕਿ ਗਨ ਕਲਚਰ ਅਮਰੀਕਾ 'ਚ ਵੱਧਦਾ ਜਾ ਰਿਹਾ। ਉਹਦੇ ਨਾਲ ਦਾ ਦੇਸ਼ ਕੈਨੇਡਾ ਵਾ। ਕੈਨੇਡਾ 'ਚ ਕਈ ਵਾਰੀ ਇਸ ਤਰ੍ਹਾਂ ਦਾ ਅੰਧਾ ਧੁੰਦ ਗੋਲੀ ਨਹੀਂ ਚੱਲਦੀ, ਕਿਤੇ ਕਿਤੇ ਹੀ ਹੁੰਦਾ ਜਿਹਦੇ ਵਿੱਚ ਸਾਡੇ ਕਈ ਵਾਰੀ ਪੰਜਾਬੀ ਵਿੱਚ ਇਨਵੋਲਵ ਹੋ ਜਾਂਦੇ ਆ, ਬਾਹਰਲੇ ਦੇਸ਼ਾਂ ਦੇ ਲੋਕ ਵੀ ਜਿਹੜੇ ਉਹ ਵੀ ਆ ਜਾਂਦੇ ਆ। ਔਰ ਅਮਰੀਕਾ ਦੇ ਵਿੱਚ ਤੇ ਕਈ ਤਰ੍ਹਾਂ ਦੀਆਂ ਨਸਲਾਂ ਨੇ ਉੱਥੇ, ਹੈ ਨਾ, ਸ਼ਵੇਤ ਵੀ ਆ, ਬਾਕੀ ਦੂਸਰੇ ਲੋਕ ਵੀ ਹੈਗੇ ਆ, ਅੰਗਰੇਜ਼ ਵੀ ਆ, ਹੈ ਨਾ, ਉਹ 'ਚ ਅਫਰੀਕਨ ਵੀ ਆ, ਕਈ ਤਰ੍ਹਾਂ ਦੇ ਲੋਕ ਬੈਠੇ ਆ, ਭਾਂਤ ਦੇ ਲੋਕ ਆ ਅਮਰੀਕਾ ਦੇ ਵਿੱਚ। ਔਰ ਉਹਦਾ ਕਰਕੇ ਵੀ ਇਹ ਕਈ ਵਾਰੀ ਇੱਥੋਂ ਤੱਕ ਨੌਬਤ ਆ ਜਾਂਦੀ ਹੈ। ਹੁਣ ਆ ਜਿਹੜਾ ਮਿਸ਼ੀਗਨ ਦੇ ਵਿੱਚ ਚੱਲੀ ਗੋਲੀ, ਇਹਦਾ ਹੁਣ ਚਰਚਾ ਪੂਰੇ ਵਰਲਡ 'ਚ ਹੋ ਗਈ ਹੈ। ਪੂਰੀ ਦੁਨੀਆ ਇਹ ਕਹਿੰਦੀ ਵੀ ਮਾੜਾ ਕੰਮ ਹੋਇਆ ਔਰ ਇਹੋ ਜਿਹੇ ਕੰਮ ਰੋਕਣੇ ਚਾਹੀਦੇ। ਹੁਣ ਬਾਈਡਨ ਸਾਹਿਬ ਵੀ ਕੀ ਕਰਨ ਜਦੋਂ ਲੋਕ ਹੀ ਵਿਗੜ ਜਾਣਗੇ। ਜੇ ਪੰਜਾਬ ਵਿੱਚ ਲੋਕ ਨਸ਼ਾ ਨਹੀਂ ਛੱਡਣਗੇ, ਜੇ ਪੰਜਾਬ ਦੇ ਲੋਕ ਹੀ ਨਸ਼ਾ ਆਪੇ ਵੇਚਣਗੇ, ਜੇ ਪੰਜਾਬ ਦੇ ਲੋਕ ਹੀ ਨਸ਼ਾ ਬਾਹਰਲੇ ਸੂਬਿਆਂ 'ਚੋਂ ਲਿਆ ਕੇ ਖਾਣਗੇ, ਤੇ ਭਗਵੰਤ ਮਾਨ ਇਕੱਲਾ ਕੀ ਕਰ ਲੂਗਾ? ਇਹ ਆਪ ਨਹੀਂ ਡੰਡਾ ਫੜ ਕੇ ਲੋਕਾਂ ਦੇ ਘਰਾਂ 'ਚ ਜਾਊਗਾ, ਪੁਲਿਸ ਜਾਊਗੀ ਅਤੇ ਜੇ ਪੁਲਿਸ ਵੀ ਨਾਲ ਰਲੀ ਫਿਰੂਗੀ ਤੇ ਫਿਰ ਰੱਬ ਹੀ ਰਾਖਾ, ਫਿਰ ਅੱਲਾ ਬੇਲੀ ਆ। ਜਿਵੇਂ ਸਾਡੇ ਬਜ਼ੁਰਗ ਕਹਿੰਦੇ ਨੇ ਨਾ, ਬੰਦਿਆ ਬੰਦਾ ਬਣ। ਆਹ ਗੱਲ ਠੀਕ, ਮਤਲਬ ਸਾਨੂੰ ਆਪ ਨੂੰ ਅਕਲ ਕਰਨੀ ਚਾਹੀਦੀ ਹੈ। ਮਾਂ ਬਾਪ ਨੂੰ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਵੀ ਤੁਸੀਂ ਕੀ ਕਰਦੇ ਹੋ। ਬੰਦਾ ਬਣ ਜਾ ਪਾਣੀਆਂ, ਪੱਥਰ ਨਾ ਸਾਡੇ ਰੋਡ। ਬਿਲਕੁਲ। ਤਾਂ ਉਹੀ ਗੱਲ ਹੈ, ਬੰਦਿਆ ਬੰਦਾ ਬਣ। ਕਹਿੰਦੇ ਸਾਰੀ ਗੱਲ ਇਹੀ ਹੈ, ਜਿੰਨੇ ਵੀ ਪਵਿੱਤਰ ਗ੍ਰੰਥ ਨੇ, ਮਹਾਪੁਰਸ਼ ਨੇ ਇਹੀ ਸਿੱਖਿਆ ਦਿੰਦੇ ਨੇ, ਬੰਦਿਆ ਬੰਦਾ ਬਣ। ਬਿਲਕੁਲ। ਉਸ ਜਗ੍ਹਾ 'ਤੇ ਆ ਜਾ ਜਿੱਥੇ ਬੰਦੇ ਨੂੰ ਚਾਹੀਦਾ, ਜੋ ਬੰਦਾ ਚਾਹੁੰਦਾ ਵਾ ਲੋਕਾਂ ਦਾ ਭਲਾ, ਚੰਗੀ ਸਿਫਤ ਚਾਹੁੰਦਾ ਹੈ ਨਾ, ਚੰਗਾ ਸੁਭਾਅ ਚਾਹੁੰਦਾ, ਉਸ ਲਹਿਜੇ 'ਚ ਆ ਜਾ। ਲਹਿਜਾ ਉਹ ਨਾ ਕਰ ਜੰਗਲੀ ਜਾਨਵਰਾਂ ਵਾਲਾ। ਔਰ ਇਹ ਸਿੱਖਿਆ ਸਭ ਦੇ ਵਾਸਤੇ ਹੈ। ਘਰ 'ਚ ਵੀ ਬੰਦਿਆ ਬੰਦਾ ਬਣ, ਬਿਲਕੁਲ। ਰਾਜਨੀਤੀ ਦੇ ਵਿੱਚ ਵੀ ਬੰਦਿਆ ਬੰਦਾ ਬਣ। ਕਾਫੀ ਜੰਗਲੀ ਨਾ ਬਣ, ਹੈ ਨਾ, ਭੂਤ ਪ੍ਰੇਤ ਨਾ ਬਣ, ਬੰਦਾ ਬਣ, ਬੰਦੇ ਦੇ ਜਾਮੇ 'ਚ ਆ। ਬਿਲਕੁਲ। ਜਿਸ ਕੰਮ ਵਾਸਤੇ ਰਾਜਨੀਤੀ ਬਣੀ ਹੈ ਨਾ, ਉਹ ਕੰਮ ਕਰੋ ਰਾਜਨੀਤੀ ਦੇ ਵਿੱਚ। ਉੱਥੇ ਵੀ ਇਹੀ ਲਾਗੂ ਹੁੰਦਾ ਹੈ। ਜਿਹੜੇ ਰਾਜਨੀਤੀ ਕਰਨ ਵਾਲੇ ਨੇ ਉਹਨਾਂ ਵਾਸਤੇ ਵੀ ਇਹੀ ਲਾਗੂ ਹੁੰਦਾ, ਬੰਦਿਆ ਬੰਦਾ ਬਣ। ਸਹੀ ਗੱਲ ਹੈ। ਸੋ ਸਭ ਦੇ ਸਾਡੇ ਸਾਰਿਆਂ ਵਾਸਤੇ ਇਹੀ ਹੈ, ਬੰਦਿਆ ਬੰਦਾ ਬਣ। ਸੋ ਜਦੋਂ ਤੱਕ ਬੰਦੇ ਨਹੀਂ ਨਾ ਬਣਦੇ ਅਸੀਂ, ਉਦੋਂ ਤੱਕ ਇਹੋ ਜਿਹੇ ਮਸਲੇ ਰਹਿਣੇ ਨੇ, ਇਹੋ ਜਿਹੀ ਗੱਲਬਾਤ ਰਹਿਣੀ ਹੈ, ਇਹੋ ਜਿਹੀਆਂ ਡਿਸਕਸ਼ਨਸ ਤੇ ਡਿਬੇਟਸ ਰਹਿਣੀਆਂ ਨੇ। ਮਸਲਾ ਕੁਝ ਵੀ ਨਹੀਂ ਹੈ। ਹਰ ਮਸਲਾ ਦੇਖੋ, ਮਸਲਾ ਕੁਝ ਵੀ ਨਹੀਂ, ਮਸਲੇ ਖੁਦ ਪੈਦਾ ਕੀਤੇ ਹੋਏ ਨੇ। ਮਸਲਾ ਕੁਝ ਨਹੀਂ, ਮਸਲੇ ਨੂੰ ਮਸਾਲਾ ਲਾਇਆ ਜਾਂਦਾ, ਉਹ ਮਸਾਲਾ ਵਾ। ਹੁਣ ਉਹ ਮਸਾਲਾ ਲੱਗਿਆ ਅਮਰੀਕਾ ਦੀ ਧਰਤੀ, ਤਾਦ ਕਰਕੇ ਅਸੀਂ ਵੀ ਬੜੇ ਹੈਰਾਨ ਹੋਏ ਹਾਂ ਕਿ ਜੇ ਇਹੋ ਜਿਹੇ ਦੇਸ਼ 'ਚ ਜਿੱਥੇ ਲੋਕ ਪੜ੍ਹੇ ਲਿਖੇ ਆ, ਕੋਈ ਜੰਗਲੀ ਲੋਕ ਨਹੀਂ ਗੇ, ਕੋਈ ਬੈਕਵਰਡਨੈਸ ਨਹੀਂ ਹੈਗੀ, ਐਡਵਾਂਸ ਲੋਕ ਹੈਗੇ ਆ, ਉੱਥੇ ਵੀ ਜੇ ਗੋਲੀ ਚੱਲੇ ਮਾਰੀ ਜਾਓ, ਹੈ ਨਾ, ਦਹਿਸ਼ਤਗਰਦੀ ਚੱਲੇ, ਬਲੱਡ ਸ਼ੈਡ ਹੋਵੇ, ਤੇ ਫਿਰ ਬਾਕੀ ਦੇਸ਼ਾਂ ਦਾ ਕੀ ਸੋਚਣਗੇ? ਉੱਥੋਂ ਦੇ ਲੋਕ ਕੀ ਜੀਣਗੇ? ਜ਼ਿੰਦਗੀ ਤਾਂ ਉਹੀ ਹੈ, ਸਿਵਲਾਈਜ਼ ਸੋਸਾਇਟੀ। ਬਸ ਉਹੀ ਹੈ। ਉਹ ਕਿਹਨੂੰ ਕਹਿੰਦੇ ਨੇ? ਉਹ ਤੁਹਾਡਾ ਬਿਹੇਵੀਅਰ ਹੈ, ਤੁਹਾਡਾ ਵਤੀਰਾ ਹੈ। ਗੱਲਾਂ ਕਰਨ ਨਾਲ ਸਿਵਲਾਈਜ਼ ਸੋਸਾਇਟੀ ਨਹੀਂ ਹੈ। ਤੁਹਾਡੀ ਐਜੂਕੇਸ਼ਨ ਕੀ ਹੈ? ਤੁਹਾਡਾ ਬਿਹੇਵੀਅਰ। ਬਿਲਕੁਲ। ਤੁਹਾਡਾ ਐਟੀਟਿਊਡ ਕੀ? ਤੁਹਾਡਾ ਬਿਹੇਵੀਅਰ। ਤੁਹਾਡੀ ਹਰ ਗੱਲ ਤੁਹਾਡੇ ਬਿਹੇਵੀਅਰ ਤੋਂ ਪਤਾ ਲੱਗਦੀ ਹੈ। ਸੋਸਾਇਟੀ 'ਚ ਜੀਣ ਦਾ ਮਤਲਬ ਇਹੀ ਹੁੰਦਾ, ਗੁੱਡ ਬਿਹੇਵੀਅਰ। ਤੁਹਾਡਾ ਸਲੂਕ ਕੀ ਹੈ? ਲੋਕਾਂ ਨਾਲ ਨਿੱਘਾ ਸੁਭਾਅ, ਪਿਆਰ, ਇਸ ਸੋਸਾਇਟੀ 'ਚ ਰਹਿਣ ਦਾ ਮਸਲਾ ਹੁੰਦਾ। ਜੇ ਤੁਸੀਂ ਸੋਸਾਇਟੀ 'ਚ ਰਹਿੰਦੇ ਆ ਕਿ ਮੈਂ ਇੰਡੀਪੈਂਡੈਂਟ ਆ, ਮੈਂ ਆਜ਼ਾਦ ਆ, ਤਾਂ ਡੰਡਾ ਘਮਾਈ ਜਾਓਗੇ ਤਾਂ ਲੋਕਾਂ ਦੇ ਨੱਕ 'ਚ ਹੀ ਵੱਜਣਗੇ। ਇਹਨਾਂ ਤਾਂ ਖੌਫ ਖਾਓ ਕਿ ਜਿਹੜਾ ਮੈਂ ਕੰਮ ਕਰ ਰਿਹਾ, ਸੋਸਾਇਟੀ ਚੰਗਾ ਚਾਹੂਗੀ ਇਹਨੂੰ। ਜੋ ਚੰਗਾ ਉਹੀ ਚਾਹੁੰਦੀ ਹੈ ਕਿ ਜੇ ਸੜਕ 'ਤੇ ਖਲੋਤੇ ਆ, ਬਜ਼ੁਰਗ ਬਾਹਰ ਖੜ੍ਹੇ ਆ, ਔਰਤਾਂ ਵਿਚਾਰੀਆਂ ਬਾਹਰ ਸੜਕ ਲੰਘਣਾ ਚਾਹੁੰਦੀਆਂ, ਤਾਂ ਉਹਨਾਂ ਦੀ ਬਾਂਹ ਫੜ ਕੇ ਅੱਗੇ ਤੱਕ ਲੈ ਕੇ ਆਓ। ਜੇ ਉਹਨਾਂ ਨੇ ਪਾਣੀ ਪੀਣਾ, ਪਾਣੀ ਪਿਆਓ। ਜੇ ਉਹਨਾਂ ਨੇ ਕੋਈ ਰਿਕਸ਼ਾ ਲੈਣਾ, ਤਾਂ ਰਿਕਸ਼ੇ 'ਤੇ ਛੱਡ ਕੇ ਆਓ। ਇਹ ਕੰਮ ਆਇਆ, ਇਹ ਕੰਮ ਅੱਛੇ ਹੈ, ਇਹ ਬੰਦਿਆਂ ਵਾਲੇ ਕੰਮ। ਖੁਸ਼ ਰਹਿਣ ਦਾ ਤਰੀਕਾ ਕੀ ਹੈ? ਖੁਸ਼ੀ ਸਿਰਫ ਕੰਮ ਕਰਨ ਨਾਲ ਮਿਲੂਗੀ, ਹੋਰ ਕਿਸੇ ਗੱਲ ਨਾਲ ਖੁਸ਼ੀ ਨਹੀਂ ਮਿਲੂਗੀ। ਸਿਰਫ ਕੰਮ ਕਰਨ ਨਾਲ ਖੁਸ਼ੀ ਮਿਲੂਗੀ। ਤੇ ਕੰਮ ਉਹ ਕਰੋ ਤੇ ਕਿ ਤੁਹਾਨੂੰ ਕੰਮ ਕਰਨ ਤੋਂ ਬਾਅਦ ਆਪਣੇ ਆਪ ਦੇ ਉੱਤੇ ਫਖਰ ਹੋਵੇ ਕਿ ਮੈਂ ਇਹ ਕੰਮ ਕੀਤਾ। ਸ਼ਰਮਿੰਦਗੀ ਨਾ ਹੋਵੇ ਕਿਸੇ ਕਿਸਮ ਦੀ ਕਿ ਮੈਂ ਆ ਕੇ ਕੀਤਾ। ਆਪਣੋ ਅੰਦਰ ਗਾਲਾਂ ਪੈਂਦੀਆਂ ਹੁੰਦੀਆਂ, ਕਦੀ ਆਪਣਾ ਅੰਦਰ ਗਾਲਾਂ ਦਿੰਦਾ ਹੁੰਦਾ, ਤੂੰ ਆ ਕੇ ਕੀਤਾ ਹੀ। ਅੰਦਰੋਂ ਤੁਹਾਨੂੰ ਖੁਸ਼ੀ ਮਿਲੇ, ਅੰਦਰੋਂ ਤੁਹਾਨੂੰ ਮਾਣ ਹੋਵੇ ਇਸ ਗੱਲ ਦਾ, ਗਰਵ ਹੋਵੇ, ਪ੍ਰਾਊਡ ਹੋਵੇ ਕਿ ਮੈਂ ਇਹ ਕੰਮ ਕੀਤਾ। ਤੇ ਕੰਮ ਨੂੰ ਵੀ ਪ੍ਰਾਊਡ ਹੋਵੇ ਕਿ ਇਹ ਬੰਦਾ ਬੜਾ ਕਮਾਲ ਦਾ, ਇਹਨੇ ਮੈਨੂੰ ਕੀਤਾ। ਕੰਮ ਨੂੰ ਤੁਹਾਡੇ ਤੇ ਪ੍ਰਾਊਡ ਹੋਵੇ, ਤੁਹਾਨੂੰ ਕੰਮ ਤੇ ਪ੍ਰਾਊਡ ਹੋਵੇ। ਇਸੇ ਸਵੈ ਮਾਣ ਨਾਲ ਜੀਦੇ ਰਹਿਣਾ ਚਾਹੀਦਾ। ਤੇ ਮੇਰੇ ਖਿਆਲ ਟਾਈਮ ਵੀ ਹੋ ਗਿਆ, ਵਕਤ ਟਾਈਮ ਹੋ ਗਿਆ ਜੀ। ਔਰ ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਚਲਿਏ ਬਲਕਾਰ ਜੀ। ਬਿਲਕੁਲ ਜੀ, ਚਲਿਏ। ਸਤਿ ਸ਼੍ਰੀ ਅਕਾਲ ਜੀ।